हाँ जी। सो ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਬੇਸਿਕਲੀ ਆਪਣਾ ਅੱਜ ਦਾ ਟੌਪਿਕ ਆ ਪ੍ਰੀਐਂਬਲ, ਮਤਲਬ ਕਿ ਪ੍ਰਸਤਾਵਨਾ। ਵੈਸੇ ਸੋਚਿਆ ਸੀ ਕਿ ਆਪਾਂ ਇਹਨੂੰ ਲਾਸਟ 'ਚ ਕਰਾਂਗੇ, ਬਟ ਫਿਰ ਕਰਨੋਲੋਜੀ ਡਿਸਟਰਬ ਹੋ ਰਹੀ ਸੀ, ਇਸ ਕਰਕੇ ਆਪਾਂ ਨੂੰ ਇਹਨੂੰ ਪਹਿਲਾਂ ਹੀ ਕਵਰ ਕਰਨਾ ਪੈਣਾ ਹੈ। ਤਾਂ ਦੇਖੋ, ਅਸੀਂ ਪੋਲਿਟੀ ਸਟਾਰਟ ਕੀਤੀ ਹੋਈ ਹੈ, ਅਤੇ ਜਦੋਂ ਅਸੀਂ ਪੋਲਿਟੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਆਪਾਂ ਸੰਵਿਧਾਨ ਦੀ ਬਣਤਰ ਬਾਰੇ ਜਾਣਿਆ ਕਿ ਕੌਂਸਟੀਟਿਊਸ਼ਨ ਦੀ ਮੇਕਿੰਗ ਕਿਵੇਂ ਹੋਈ, ਕਿਵੇਂ ਸੰਵਿਧਾਨ ਬਣਿਆ, ਸੰਵਿਧਾਨ ਨੂੰ ਬਣਾਉਣ ਨੂੰ ਲੈ ਕੇ ਕੀ ਦੁਵਿਧਾ ਸੀ ਜਾਂ ਕੀ ਉਲਝੇਵੇਂ ਆਏ, ਅਤੇ ਉਹ 'ਚੋਂ ਨਿਕਲ ਕੇ ਕਿਸ ਤਰੀਕੇ ਨਾਲ ਜਿਹੜਾ ਕੌਂਸਟੀਟਿਊਸ਼ਨ ਆ ਉਹ ਬਣ ਕੇ ਪੂਰੇ ਤਰੀਕੇ ਨਾਲ ਤਿਆਰ ਹੋ ਗਿਆ। ਫਿਰ ਅਸੀਂ ਦੂਸਰਾ ਸਟੈਪ ਫੋਲੋ ਕਰਿਆ। ਅਸੀਂ ਦੇਖਿਆ ਕਿ ਜਿਹੜਾ ਸੰਵਿਧਾਨ ਬਣਿਆ ਹੈ ਉਹਦੇ 'ਚ ਅਸੀਂ ਪਹਿਲੇ ਪਾਰਟ ਤੋਂ ਸ਼ੁਰੂ ਕਰਤਾ ਪੜ੍ਹਨਾ। ਕੌਂਸਟੀਟਿਊਸ਼ਨ ਦਾ ਪਹਿਲਾ ਪਾਰਟ ਆਪਾਂ ਪੂਰੀ ਡਿਟੇਲ 'ਚ ਪੜ੍ਹਿਆ, ਤਾਂ ਮੈਂ ਰਿਵਰਸ 'ਚ ਜਾ ਕੇ ਪ੍ਰੀਐਂਬਲ ਕਵਰ ਕਰੂੰਗਾ। ਹੁਣ ਪ੍ਰੀਐਂਬਲ ਦਾ ਮਤਲਬ ਇਹ ਆ ਕਿ ਜਿਹੜਾ ਸਾਡਾ ਸੰਵਿਧਾਨ ਆ ਉਹਦੀ ਪ੍ਰਸਤਾਵਨਾ। ਵੈਸੇ ਪ੍ਰੀਐਂਬਲ ਵਾਲਾ ਚੈਪਟਰ ਕਾਇਦੇ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਲਾਸਟ 'ਚ ਪੜ੍ਹਿਆ ਜਾਣਾ ਚਾਹੀਦਾ ਹੈ, ਬਿਕੋਜ਼ ਸੰਵਿਧਾਨ ਸਭਾ ਨੇ ਸਭ ਤੋਂ ਲਾਸਟ ਦੇ ਵਿੱਚ ਪ੍ਰੀਐਂਬਲ ਐਡ ਕੀਤਾ ਸੀਗਾ, ਸੰਵਿਧਾਨ ਦੀ ਪ੍ਰਸਤਾਵਨਾ ਐਡ ਕੀਤੀ ਸੀ। ਬਟ ਓਬਵੀਅਸ ਜੀ ਗੱਲ ਆ ਕਿ ਕੁਛ ਟਰਮਾਂ ਇਹਦੇ 'ਚ ਇਹੋ ਜਿਹੀਆਂ ਜਿਹੜੀਆਂ ਸਟਾਰਟਿੰਗ 'ਚ ਹੀ ਸਮਝ ਆ ਜਾਣ ਤਾਂ ਜ਼ਿਆਦਾ ਵਧੀਆ ਹੈ, ਇਸ ਕਰਕੇ ਆਪਾਂ ਨੂੰ ਇਹਨੂੰ ਸਟਾਰਟਿੰਗ 'ਚ ਬਣਾਉਣਾ ਪਿਆ। ਅਤੇ ਪ੍ਰੀਐਂਬਲ ਨੂੰ ਲੈ ਕੇ ਬਹੁਤ ਵਾਦ ਵਿਵਾਦ ਵੀ ਆ, ਉਹ ਸਾਰਾ ਵਿਵਾਦ ਜਿਹੜਾ ਹੈ ਅੱਜ ਕਲੀਅਰ ਹੋ ਜਾਊਗਾ। ਪ੍ਰੀਐਂਬਲ ਪੰਜਾਬੀ 'ਚ ਜਿਹਨੂੰ ਆਪਾਂ ਪ੍ਰਸਤਾਵਨਾ ਕਹਿੰਦੇ ਹਾਂ, ਭਾਰਤ ਦੇ ਸੰਵਿਧਾਨ ਤੋਂ ਪਹਿਲਾਂ ਅਮੈਰੀਕਾ ਦਾ ਸੰਵਿਧਾਨ ਜਿਹੜਾ 1789, ਅਮੈਰੀਕਾ ਦੀ ਵਿੱਚ ਇੱਕ ਕ੍ਰਾਂਤੀ ਹੋਈ ਸੀ 1781 ਦੇ ਵਿੱਚ। ਅਮੈਰੀਕਾ ਦੀ ਕ੍ਰਾਂਤੀ ਤੋਂ ਬਾਅਦ ਅਮੈਰੀਕਾ ਇੰਗਲੈਂਡ ਤੋਂ ਆਜ਼ਾਦ ਹੋਇਆ ਸੀ। ਉਸ ਆਜ਼ਾਦੀ ਤੋਂ ਬਾਅਦ ਅਮੈਰੀਕਾ ਦੇ ਲੋਕਾਂ ਨੇ ਆਪਣਾ ਸੰਵਿਧਾਨ ਬਣਾਇਆ। ਅਮੈਰੀਕਾ 'ਚ 13 ਕਲੋਨੀਆਂ ਸੀ, 13 ਬਸਤੀਆਂ ਸੀਗੀਆਂ, ਜਿਨ੍ਹਾਂ ਨੇ ਮਿਲ ਕੇ ਅੰਗਰੇਜ਼ਾਂ ਨਾਲ ਲੜਾਈ ਲੜੀ ਅਤੇ ਅੰਗਰੇਜ਼ਾਂ ਤੋਂ ਫਤਿਹ ਹਾਸਲ ਕੀਤੀ। ਤਾਂ ਉਹਨਾਂ ਨੇ 1789 'ਚ ਜਦੋਂ ਆਪਣਾ ਸੰਵਿਧਾਨ ਲਿਖਿਆ ਤਾਂ ਉਸ ਸੰਵਿਧਾਨ ਦੇ ਵਿੱਚ ਉਹਨਾਂ ਨੇ ਇੱਕ ਪ੍ਰਸਤਾਵਨਾ ਲਿਖੀ ਸੀ। ਉਹ ਕੌਂਸਟੀਟਿਊਸ਼ਨ ਦੀ ਪ੍ਰਸਤਾਵਨਾ ਸੀਗੀ, ਠੀਕ ਆ। ਉਹਨਾਂ ਦਾ ਕੌਂਸਟੀਟਿਊਸ਼ਨ ਉਹ ਦੁਨੀਆ ਦਾ ਪਹਿਲਾ ਕੌਂਸਟੀਟਿਊਸ਼ਨ ਆ ਜਿਹੜਾ ਵਿਦ ਪ੍ਰਸਤਾਵਨਾ ਆਇਆ ਸੀ। ਖੈਰ, ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਆਏ ਤਾਂ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਰੈਗੂਲੇਟ ਕਰਨ ਵਾਸਤੇ, ਕੰਟਰੋਲ ਕਰਨ ਵਾਸਤੇ, ਨਿਯਮਿਤ ਕਰਨ ਵਾਸਤੇ, ਨਿਯਮ ਬਣਾਉਣ ਵਾਸਤੇ ਕੁਛ ਐਕਟ ਪਾਸ ਕੀਤੇ। ਰੈਗੂਲੇਟਿੰਗ ਐਕਟ, ਪਿਟਸ ਐਕਟ, ਚਾਰਟਰ ਐਕਟ, ਫਲਾਣਾ ਐਕਟ, ਕੌਂਸਲ ਐਕਟ, ਗੌਰਮੈਂਟ ਆਫ ਇੰਡੀਆ ਐਕਟ। ਪਹਿਲੀ ਵਾਰ ਅੰਗਰੇਜ਼ 1919 ਵਿੱਚ ਇੱਕ ਐਕਟ ਲੈ ਕੇ ਆਉਂਦੇ ਆ, ਉਹਨੂੰ ਕਹਿੰਦੇ ਆ ਗੌਰਮੈਂਟ ਆਫ ਇੰਡੀਆ ਐਕਟ 1919। ਅੰਗਰੇਜ਼ 1919 'ਚ ਇੱਕ ਬੜਾ ਸਖਤ ਇੱਕ ਕਾਨੂੰਨ ਬਣਾਉਂਦੇ ਆ, ਜਿਹਦੇ ਨਾਲ ਭਾਰਤ ਦੇ ਵਿੱਚ ਉਹ ਕੁਛ ਨਿਯਮ ਬਣਾਉਂਦੇ ਆ। 1919 ਤੋਂ ਪਹਿਲਾਂ ਵੀ ਅੰਗਰੇਜ਼ ਬੜੇ ਐਕਟ ਬਣਾ ਚੁੱਕੇ ਆ, ਅਤੇ 1919 ਤੋਂ ਬਾਅਦ ਵੀ ਅੰਗਰੇਜ਼ਾਂ ਨੇ 1-2 ਐਕਟ ਬਣਾਉਣੇ ਆ ਹਜੇ। 1919 ਵਾਲਾ ਐਕਟ ਉਹ ਪਹਿਲਾ ਭਾਰਤ ਸਰਕਾਰ ਦਾ ਐਕਟ ਸੀਗਾ ਜਿਹਦੇ ਵਿੱਚ ਪ੍ਰਸਤਾਵਨਾ ਆਈ। ਇਟ ਮੀਨਸ ਇੰਡੀਆ ਦੇ ਵਿੱਚ ਪ੍ਰਸਤਾਵਨਾ, ਜਾਣੀ ਕਿ ਪ੍ਰੀਐਂਬਲ ਦਾ ਕੰਸੈਪਟ ਗੌਰਮੈਂਟ ਆਫ ਇੰਡੀਆ ਐਕਟ 1919 ਤੋਂ ਆਇਆ। 47 'ਚ ਦੇਸ਼ ਆਜ਼ਾਦ ਹੋਇਆ। ਉਸ ਤੋਂ ਬਾਅਦ ਅਸੀਂ ਆਪਣਾ ਸੰਵਿਧਾਨ ਲਿਖਿਆ, ਅਤੇ ਸੰਵਿਧਾਨ ਲਿਖਣ ਵਾਸਤੇ ਅਸੀਂ ਸੰਵਿਧਾਨ ਸਭਾ ਭਾਵ ਕੌਂਸਟੀਟਿਊਐਂਟ ਅਸੈਂਬਲੀ ਬਣਾਈ। ਕੌਂਸਟੀਟਿਊਐਂਟ ਅਸੈਂਬਲੀ ਦੇ ਬਣਨ ਤੋਂ ਹਾਰਡਲੀ 4-5 ਦਿਨ ਬਾਅਦ 13 ਦਸੰਬਰ 1946 ਨੂੰ ਸੰਵਿਧਾਨ ਸਭਾ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ, ਜਿਹਨੂੰ ਕਿਹਾ ਗਿਆ ਕਿ ਓਬਜੈਕਟਿਵ ਰੈਜ਼ੋਲੂਸ਼ਨ, ਕਿ ਸਾਡਾ ਸੰਵਿਧਾਨ ਜਿਹੜਾ ਹੈ ਉਹਦਾ ਮਕਸਦ ਕੀ ਹੋਣਾ ਚਾਹੀਦਾ ਹੈ। ਇਸ ਮਤੇ ਨੂੰ ਬਾਅਦ 'ਚ ਬਣੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸੀਗਾ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਮਤਾ ਸੰਸਦ ਵਿੱਚ ਜਾਂ ਸੰਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ 13 ਦਸੰਬਰ 1946 ਨੂੰ। ਇਹ ਓਬਜੈਕਟਿਵ ਰੈਜ਼ੋਲੂਸ਼ਨ ਅਗਲੇ ਮਹੀਨੇ 22 ਜਨਵਰੀ 1947 ਨੂੰ ਪਾਸ ਹੋ ਗਿਆ, ਅਤੇ ਇਹਦੇ 'ਚ ਇਹ ਸੀ ਕਿ ਜਦੋਂ ਅਸੀਂ ਸੰਵਿਧਾਨ ਬਣਾਵਾਂਗੇ ਅਗਲੇ 2 ਸਾਲ 11 ਮਹੀਨੇ ਅਤੇ 18 ਦਿਨਾਂ 'ਚ ਸਾਡਾ ਸੰਵਿਧਾਨ ਕਿੱਦਾਂ ਦਾ ਹੋਊਗਾ। ਤਾਂ ਇਹੀ ਓਬਜੈਕਟਿਵ ਰੈਜ਼ੋਲੂਸ਼ਨ ਜਦੋਂ ਸਾਰਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ, ਉਸ ਤੋਂ ਬਾਅਦ ਇਹਦੀ ਕੱਟ ਵੱਢ ਕਰਕੇ ਇਹਨੂੰ ਹੀ ਪ੍ਰੀਐਂਬਲ ਬਣਾ ਦਿੱਤਾ ਗਿਆ, ਅਤੇ ਇਹੀ ਪ੍ਰੀਐਂਬਲ ਬਣ ਕੇ ਸਾਡੇ ਸੰਵਿਧਾਨ ਦੇ ਸਭ ਤੋਂ ਅੱਗੇ ਚਿਪਕ ਗਿਆ। ਸੋ ਪ੍ਰੀਐਂਬਲ ਆਇਆ ਕਿੱਥੋਂ? ਜਿਹੜਾ ਸਾਡੇ ਸੰਵਿਧਾਨ ਦਾ ਪ੍ਰੀਐਂਬਲ ਕਿੱਥੋਂ ਆਇਆ? ਸਾਡੇ ਦੇਸ਼ 'ਚ ਸਭ ਤੋਂ ਪਹਿਲਾਂ ਪ੍ਰੀਐਂਬਲ ਕਿੱਥੇ ਸੀ? ਦੁਨੀਆ ਦੇ ਵਿੱਚ ਪ੍ਰੀਐਂਬਲ ਦਾ ਜਿਹੜਾ ਰਿਵਾਜ ਆ ਉਹ ਕਿੱਥੋਂ ਸ਼ੁਰੂ ਹੋਇਆ? ਇਹਦੀ ਮੈਂ ਗੱਲ ਕਰਦਾ। ਭਾਰਤ ਦੇ ਵਿੱਚ ਬਹੁਤ ਵੱਡੇ ਜੋ ਰਾਜਨੀਤਿਕ ਚਿੰਤਕ ਨੇ ਜਾਂ ਰਾਜਨੀਤੀ ਦੇ ਸਮਝਣ ਵਾਲੇ ਲੋਕ ਨੇ, ਉਹਨਾਂ ਨੇ ਪ੍ਰੀਐਂਬਲ ਬਾਰੇ ਬਹੁਤ ਕੁਛ ਕਿਹਾ ਗਿਆ ਹੈ, ਅਤੇ ਅਮੈਰੀਕਨ ਸੰਵਿਧਾਨ ਉਹ ਪਹਿਲਾ ਸੰਵਿਧਾਨ ਸੀ ਜਿਹਦੇ 'ਚ ਪ੍ਰੀਐਂਬਲ ਸੀਗਾ। ਇਸ ਤੋਂ ਬਾਅਦ ਗੱਲ ਕਰੀਏ, ਭਾਰਤ ਦੇ ਵਿੱਚ ਇੱਕ ਬਹੁਤ ਤਗੜੇ ਵਕੀਲ ਹੋਏ ਆ N.A. ਪਾਲਕੀਵਾਲਾ। ਇੰਦਰਾ ਗਾਂਧੀ ਦੇ ਖਿਲਾਫ ਕੇਸ਼ਵ ਨੰਦਾ ਭਾਰਤੀ ਕੇਸ ਲੜਨ ਵਾਲੇ ਸ਼ਖਸ ਇਹੀ ਸੀਗੇ।
ਇੰਦਰਾ ਗਾਂਧੀ ਦੇ ਖਿਲਾਫ ਜੋ ਕੇਸ ਹੋਇਆ ਸੀ ਨਾ ਭਾਰਤ ਸਰਕਾਰ ਦੇ ਖਿਲਾਫ, ਸੋ ਇਹਨਾਂ ਨੇ ਪ੍ਰੈਂਬਲ ਨੂੰ ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ ਦਾ ਵੀ ਕਿਹਾ ਗਿਆ ਹੈ। ਮਤਲਬ ਇਹਨਾਂ ਨੇ ਇਹ ਦੱਸਿਆ ਕਿ ਪ੍ਰੈਂਬਲ ਸਾਡੇ ਸੰਵਿਧਾਨ ਦਾ ਇਹੋ ਜਿਹੀ ਚੀਜ਼ ਆ ਕਿ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸੰਵਿਧਾਨ ਦਾ ਪਹਿਚਾਣ ਪੱਤਰ ਆ। ਸਾਡੇ ਸੰਵਿਧਾਨ ਬਾਰੇ ਸਮਝਣਾ ਹੈ ਤਾਂ ਤੁਸੀਂ ਪ੍ਰੈਂਬਲ 'ਚ ਲਿਖੇ 10-12 ਸ਼ਬਦ ਸਮਝ ਲਓ, ਤੁਹਾਨੂੰ ਸਾਡਾ ਸੰਵਿਧਾਨ ਕਿਵੇਂ ਦਾ ਹੋਣ ਵਾਲਾ ਅੱਗੇ ਜਾ ਕੇ ਇਹ ਸਮਝ ਆ ਜਾਊਗਾ। ਸਾਰਾ ਕੁਛ ਤਾਂ ਨਹੀਂ ਪਤਾ ਲੱਗੂਗਾ, ਪਰ ਸਾਡਾ ਸੰਵਿਧਾਨ 'ਚ ਕੀ ਨਿਚੋੜ ਨਿਕਲਿਆ ਹੈ ਉਹ ਸਾਨੂੰ ਪ੍ਰੈਂਬਲ ਤੋਂ ਹੀ ਪਤਾ ਲੱਗ ਸਕਦਾ ਹੈ। ਇਸੇ ਤਰੀਕੇ ਨਾਲ KM ਮੁੰਸ਼ੀ, ਜੇ ਤੁਸੀਂ ਕਹੋਗੇ ਕੌਣ ਸੀਗੇ, ਸੰਵਿਧਾਨ ਸਭਾ ਬਾਰੇ ਪੜ੍ਹਾਇਆ ਨਾ ਮੈਂ, ਡਰਾਫਟਿੰਗ ਕਮੇਟੀ ਬਾਰੇ ਪੜ੍ਹਾਇਆ, ਉਹਦੇ ਮੈਂਬਰ ਸੀਗੇ। ਉਹਨਾਂ ਨੇ ਇਹਨੂੰ ਕਿਹਾ ਕਿ ਇਹ ਹੋਰੋਸਕੋਪ ਆ ਸਾਡੇ ਪ੍ਰਭੂ ਸੰਪੰਨ ਲੋਕਤੰਤਰਿਕ ਗਣਰਾਜ ਦਾ, ਮਤਲਬ ਕਿ ਸਾਡੇ ਦੇਸ਼ ਦਾ ਭਵਿੱਖ ਦੱਸਣ ਵਾਲਾ ਪੱਤਾ ਏ। ਇਹਦੇ ਤੋਂ ਸਾਡੇ ਦੇਸ਼ ਦਾ ਭਵਿੱਖ ਪਤਾ ਲੱਗ ਜਾਊਗਾ, ਕਿਉਂਕਿ ਸਾਡਾ ਪ੍ਰਸਤਾਵਨਾ ਸਪਸ਼ਟ ਤੌਰ ਤੇ ਦੱਸਦੀ ਆ ਕਿ ਸਾਡਾ ਦੇਸ਼ ਆਉਣ ਵਾਲੇ 50 ਸਾਲਾਂ 'ਚ ਜਾਂ 100 ਸਾਲਾਂ 'ਚ ਕਿੱਧਰ ਨੂੰ ਜਾਊਗਾ। ਜੇ ਤੁਸੀਂ ਸੰਵਿਧਾਨ ਹੀ ਬਦਲ ਦੋਗੇ ਜਾਂ ਪ੍ਰੈਂਬਲ ਹੀ ਬਦਲ ਦੋਗੇ ਫਿਰ ਵੱਖਰੀ ਗੱਲ ਆ। ਜੇ ਇਸੇ ਪ੍ਰੈਂਬਲ ਦੀ ਸਪਿਰਿਟ ਨੂੰ, ਇਸੇ ਪ੍ਰੈਂਬਲ ਦੀ, ਇਸੇ ਪ੍ਰਸਤਾਵਨਾ ਦੀ ਮਨਸ਼ਾ ਤੇ ਚੱਲਦੇ ਰਹੇ ਤਾਂ ਫੇਰ ਕਦੇ ਧੋਖਾ ਨਹੀਂ ਹੋਊਗਾ ਤੁਹਾਡੇ ਨਾਲ। ਫੇਰ ਅਸੀਂ ਗਰੰਟੀ ਦਿੰਦੇ ਹਾਂ ਕਿ ਅਗਲੇ 100 ਸਾਲਾਂ ਤੱਕ ਸੰਵਿਧਾਨ ਕਿਵੇਂ ਦਾ ਹੋਊਗਾ ਅਸੀਂ ਖੁਦ ਦੱਸ ਸਕਦੇ ਹਾਂ। ਇਹ ਦਾਅਵਾ ਕੀਤਾ ਗਿਆ। ਖੈਰ, ਸਰ ਅਰਨਸਟ ਬਾਰਕਰ, ਇਹ UK ਦੇ ਬਹੁਤ ਤਗੜੇ ਐਕਸਪਰਟ ਆ, ਇਹਨਾਂ ਨੇ ਕਿਹਾ ਕਿ ਸੰਵਿਧਾਨ ਵਾਸਤੇ ਇਹ ਇੱਕ ਕੀ ਨੋਟ ਆ। ਕੀ ਨੋਟ ਦਾ ਮਤਲਬ ਹੁੰਦਾ ਕਿ ਇੱਕ ਮਿੰਟ ਆ। ਮਿੰਟ ਦਾ ਮਤਲਬ ਆ ਕਿ ਆਪਾਂ ਕੋਈ ਕਮੈਂਟ ਆ ਕਿ ਜੇ ਤੁਸੀਂ ਪ੍ਰੈਂਬਲ ਪੜ੍ਹ ਲਿਆ ਤਾਂ ਤੁਹਾਨੂੰ ਸੰਵਿਧਾਨ ਦਾ ਬਾਹਲਾ ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਤੁਹਾਨੂੰ ਪ੍ਰੈਂਬਲ ਤੋਂ ਹੀ ਪਤਾ ਲੱਗ ਜਾਣਾ ਕਿ ਸੰਵਿਧਾਨ ਕਿਹੜੇ ਰਾਹ ਪੈ ਗਿਆ। ਸੋ ਇਸ ਤਰੀਕੇ ਨਾਲ ਪੰਡਿਤ ਠਾਕੁਰਦਾਸ ਭਾਰਗਵ ਨੇ ਇਹਨੂੰ ਸੋਲ ਆਫ ਕਨਸਟੀਟਿਊਸ਼ਨ, ਸੰਵਿਧਾਨ ਦੀ ਆਤਮਾ ਕਿਹਾ। ਅੱਜ ਕੱਲ੍ਹ ਇਹੋ ਜਿਹੇ ਸਵਾਲ ਪੇਪਰਾਂ 'ਚ ਬਣਦੇ ਆ ਕਿ ਹੂ ਸੈਡ ਪ੍ਰੈਂਬਲ ਐਜ਼ ਸੋਲ ਆਫ ਕਨਸਟੀਟਿਊਸ਼ਨ, ਕਿ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਹੇਠ ਲਿਖੇ ਵਿੱਚੋਂ ਕਿਸ ਸ਼ਖਸ ਨੇ ਕਿਹਾ ਹੈ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਫੈਕਟ ਦੇ ਹਿਸਾਬ ਨਾਲ ਵੀ ਯਾਦ ਕਰਨਾ ਪਊਗਾ, ਠੀਕ ਆ। ਸੋ ਅਸਲ 'ਚ ਇਹ ਵੀ ਗੱਲ ਕਲੀਅਰ ਹੋ ਗਈ ਕਿ ਸੰਵਿਧਾਨ ਸਭਾ ਜਿਹੜਾ ਸੀਗਾ ਉਹਨੂੰ ਤਿਆਰ ਕਰਨ ਤੋਂ ਪਹਿਲਾਂ ਸੰਵਿਧਾਨ ਸਭਾ ਨੇ ਪ੍ਰੈਂਬਲ ਐਵੇਂ ਨਹੀਂ ਤਿਆਰ ਕੀਤਾ। ਇੱਕ ਉਦੇਸ਼ ਮਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਆਪਾਂ ਇਹ ਕਹਿ ਦਿੰਦੇ ਹਾਂ ਉਦੇਸ਼ ਸੰਕਲਪ, ਓਬਜੈਕਟਿਵ ਰੈਜ਼ੋਲੂਸ਼ਨ, ਇੱਕ ਅਜਿਹਾ ਮਤਾ, ਇੱਕ ਅਜਿਹਾ ਦਸਤਾਵੇਜ਼, ਇੱਕ ਅਜਿਹਾ ਡਾਕੂਮੈਂਟ ਜਿਹੜਾ ਕਿ ਇਹ ਦੱਸਦਾ ਸੀ ਕਿ ਸੰਵਿਧਾਨ ਕਿਵੇਂ ਦਾ ਹੋਊਗਾ। ਇਸ ਇੱਕ ਇਹੋ ਜਿਹੇ ਖਰੜੇ ਨੂੰ, ਇੱਕ ਇਹੋ ਜਿਹੇ ਡਰਾਫਟ ਨੂੰ ਪੇਸ਼ ਕੀਤਾ 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਰੀ ਸੰਵਿਧਾਨ ਸਭਾ ਦੇ ਸਾਹਮਣੇ। ਫਿਰ ਇਹ ਪਾਸ ਹੋਇਆ। ਉਹੀ ਖਰੜਾ ਜਿਹੜਾ ਸੀ, ਉਹੀ ਡਰਾਫਟ ਜਿਹੜਾ ਸੀਗਾ, ਜਿਹਨੂੰ ਕਿ ਆਪਾਂ ਇੰਗਲਿਸ਼ 'ਚ ਤਾਂ ਆਬਜੈਕਟਿਵ ਰੈਜ਼ੋਲੂਸ਼ਨ ਕਹਿੰਦੇ ਆ ਤੇ ਪੰਜਾਬੀ 'ਚ ਆਪਾਂ ਨੂੰ ਉਦੇਸ਼ ਮਤਾ ਵੀ ਕਹਿ ਸਕਦੇ ਹਾਂ ਤੇ ਆਪਾਂ ਨੂੰ ਉਦੇਸ਼ ਸੰਕਲਪ ਵੀ ਕਹਿ ਸਕਦੇ ਹਾਂ। ਸੋ ਇਹ ਇੱਕ ਡਾਕੂਮੈਂਟ ਸੀ ਜਿਹੜਾ ਅੱਗੇ ਜਾ ਕੇ ਪ੍ਰੈਂਬਲ ਭਾਵ ਕਿ ਪ੍ਰਸਤਾਵਨਾ ਦਾ ਰੂਪ ਲੈਂਦਾ ਹੈ। ਸੋ ਸਭ ਤੋਂ ਪਹਿਲਾਂ ਇਹ ਵੀ ਪਤਾ ਲੱਗ ਗਿਆ, ਛੋਟੇ ਮੋਟੇ ਹਰ ਸਵਾਲ ਜਿਹੜੇ ਆ ਉਹਦਾ ਜਵਾਬ ਮਿਲ ਗਿਆ ਕਿ ਭਾਰਤ ਦੇ ਵਿੱਚ ਜੇ ਗੱਲ ਕਰੀਏ ਤਾਂ ਗੌਰਮੈਂਟ ਆਫ ਇੰਡੀਆ ਐਕਟ 1919, ਭਾਰਤ ਸਰਕਾਰ ਦਾ ਅਧੀਨੀਅਮ 1919, ਇਹ ਪਹਿਲਾ ਐਕਟ ਸੀ ਜਿਹੜਾ ਅੰਗਰੇਜ਼ ਲੈ ਕੇ ਆਇਆ ਸੀ ਵਿਦ ਪ੍ਰੈਂਬਲ। ਇਸ ਤੋਂ ਪਹਿਲਾਂ ਭਾਰਤ 'ਚ ਪ੍ਰੈਂਬਲ ਦਾ ਕੋਈ ਜ਼ਿਕਰ ਜਾਂ ਕਨਸੈਪਟ ਜਾਂ ਕੁਝ ਵੀ ਨਹੀਂ ਸੀ। ਹੁਣ ਗੱਲ ਕਰਦੇ ਹਾਂ ਭਾਰਤ ਦੇ ਸੰਵਿਧਾਨ ਬਾਰੇ, ਠੀਕ ਆ, ਕਿ ਭਾਰਤ ਦੇ ਸੰਵਿਧਾਨ ਦੇ ਪ੍ਰੈਂਬਲ ਬਾਰੇ, ਮਤਲਬ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੈਂਬਲ ਕਹਿ ਲਓ ਜਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਹਿ ਲਓ, ਕਿ ਇਹਦੇ 'ਚ ਅਸਲ 'ਚ ਹੈ ਕੀ ਆ। ਬਹੁਤ ਗੌਰ ਨਾਲ ਸੁਣਿਓ, ਇਹਦੇ 'ਚੋਂ ਇੰਨੇ ਕੁ ਸਵਾਲ ਨਿਕਲ ਜਾਣੇ ਆ ਤੁਹਾਡੇ ਕਿ ਤੁਹਾਨੂੰ ਸਮਝ ਆ ਜਾਊਗੀ ਕਿ ਅਸੀਂ ਕਰਨਾ ਕੀ ਚਾਹੁੰਦੇ ਆ ਜਾਂ ਆਪਣਾ ਮੇਨ ਮੋਟਿਵ ਕੀ ਆ, ਠੀਕ ਆ। ਸੋ ਹਾਂਜੀ, ਸਭ ਤੋਂ ਪਹਿਲਾਂ ਸੰਵਿਧਾਨ ਪ੍ਰੈਂਬਲ ਕਿੱਥੋਂ ਸਟਾਰਟ ਹੁੰਦਾ? ਵੀ ਦਾ ਪੀਪਲ ਆਫ ਇੰਡੀਆ। ਇਹਦਾ ਕੀ ਮਤਲਬ ਆ? ਸਭ ਤੋਂ ਪਹਿਲਾਂ ਤਾਂ ਆਪਾਂ ਇਸ ਗੱਲ ਦਾ ਮਤਲਬ ਸਮਝਦੇ ਹਾਂ ਕਿ ਵਟ ਇਜ਼ ਮੀਨਿੰਗ ਆਫ ਵੀ ਦਾ ਪੀਪਲ ਆਫ ਇੰਡੀਆ, ਠੀਕ ਆ। ਦੇਖੋ, ਇੱਕ ਸਿੰਪਲ ਜਿਹਾ ਕੰਸੈਪਟ ਆ। ਸੰਵਿਧਾਨ ਬਣਾਉਣ ਵਾਲੇ ਜਿਹੜੇ ਆ ਨਾ, ਉਹ ਬੜੇ ਪ੍ਰਕਾਰ ਦੀ ਦੋ ਚਿੱਤੀ 'ਚ ਸੀਗੇ। ਕਹਿੰਦੇ ਕਿ ਇਹ ਦੇਸ਼ ਹਿੰਦੂ ਦੇਸ਼ ਰਿਹਾ, ਕਿਉਂ ਨਾ ਆਪਾਂ ਕਿਸੇ ਦੇਵੀ ਦੇਵਤੇ ਦੇ ਨਾਮ ਤੋਂ ਸ਼ੁਰੂਆਤ ਕਰਦੇ ਹਾਂ। ਆਪਾਂ ਜਦੋਂ ਘਰ ਬਣਾਉਂਦੇ ਹਾਂ ਜਾਂ ਆਪਾਂ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਤੇ ਉਸ ਤੋਂ ਪਹਿਲਾਂ ਅਸੀਂ ਇੱਕ ਮੁਹੂਰਤ ਨੁਮਾ ਚੀਜ਼ ਜਿਹੜੀ ਆ ਉਹ ਕਰਦੇ ਹਾਂ। ਉਹ ਇੱਕ ਰਿਵਾਜ ਆ ਸਾਡੇ, ਠੀਕ ਆ। ਚਾਹੇ ਸੁਖਮਨੀ ਸਾਹਿਬ ਦਾ ਪਾਠ ਹੋਵੇ, ਚਾਹੇ ਉਹ ਚੰਡੀ ਦੀ ਵਾਰ ਜਾਂ ਕਿਸੇ ਵੀ ਪ੍ਰਕਾਰ ਸੁੱਖ ਸ਼ਾਂਤੀ ਵਾਸਤੇ, ਜਿਵੇਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਹਾਂ, ਜਾਂ ਆਪਣੇ ਅਕਸਰ ਰਿਵਾਜ ਹੁੰਦਾ ਚੰਡੀ ਦੀ ਵਾਰ ਦਾ, ਜਾਂ ਆਪਣਾ ਚੰਡੀ ਦਾ ਪਾਠ, ਚੰਡੀ ਦੀ ਵਾਰ ਨਹੀਂ, ਚੰਡੀ ਦੇ ਪਾਠ ਦਾ। ਇਹ ਡਿਪੈਂਡ ਕਰਦਾ ਕਿ ਅਸੀਂ ਕਿਸ ਧਰਮ ਨਾਲ ਸੰਬੰਧਿਤ ਹਾਂ। ਅਸੀਂ ਸਨਾਤਨ ਧਰਮ ਨਾਲ ਸੰਬੰਧਿਤ ਹਾਂ, ਸਿੱਖ ਧਰਮ ਨਾਲ ਸੰਬੰਧਿਤ ਹਾਂ, ਬਸ ਇੰਨਾ ਹੀ ਆ। ਪਰ ਜਦੋਂ ਸੰਵਿਧਾਨ ਬਣਿਆ ਸੀਗਾ
ਉਸ ਟਾਈਮ ਕਿਹਾ ਗਿਆ ਕਿ ਆਪਾਂ ਕਿਸੇ ਦੇਵੀ ਦੇਵਤੇ ਦੇ ਨਾਮ ਤੋਂ ਸ਼ੁਰੂ ਕਰਦੇ ਆ। ਫਿਰ ਕਹਿੰਦੇ ਕਿ ਇਹ ਦੇਸ਼ ਇਕੱਲਾ ਦੇਵੀ ਦੇਵਤਿਆਂ ਦਾ ਤਾਂ ਨਹੀਂਗਾ, ਗੁਰੂਆਂ ਪੀਰਾਂ ਪੈਗੰਬਰਾਂ ਦਾ ਵੀ ਹੈ। ਫਿਰ ਕਹਿੰਦੇ ਸਭ ਨੂੰ ਇੱਕੋ ਹੀ ਵਰਡ 'ਚ ਸਮੇਟ ਲੈਂਦੇ ਆ। ਆਪਾਂ ਸ਼ੁਰੂ ਕਰਦੇ ਆ ਇਨ ਦਾ ਨੇਮ ਆਫ ਗੋਡ, ਕਿ ਪਰਮਾਤਮਾ ਦੀ ਹਜ਼ੂਰੀ ਵਿੱਚ। ਪਰ ਗੱਲ ਇਹ ਆ ਕਿ ਇਹ ਦੇਸ਼ ਸਿਰਫ ਪਰਮਾਤਮਾ ਨੂੰ ਮੰਨਣ ਵਾਲਿਆਂ ਦਾ ਨਹੀਂਗਾ, ਇਸ ਦੇਸ਼ ਦੇ ਵਿੱਚ ਨਾਸਤਕ ਲੋਕਾਂ ਦੀ ਗਿਣਤੀ ਵੀ ਬਹੁਤ ਆ। ਉਹਨਾਂ ਸਮਿਆਂ 'ਚ ਵੀ ਇੱਕ ਧੜਾ ਕਮਿਊਨਿਸਟਾਂ ਦਾ ਹੁੰਦਾ ਸੀਗਾ, ਜਿਨ੍ਹਾਂ 'ਚੋਂ ਬਹੁਤਾਤ, ਜ਼ਿਆਦੇ ਸਾਰੇ ਨਹੀਂ, ਬਹੁਤਾਤ ਰੱਬ ਨੂੰ ਨਹੀਂ ਸੀ ਮੰਨਦੇ। ਕਹਿੰਦੇ ਸਾਡਾ ਵੀ ਪ੍ਰਬੰਧ ਕਰ ਦਿਓ ਫਿਰ, ਕਿ ਅਸਲ 'ਚ ਅਸੀਂ ਸੰਵਿਧਾਨ ਨੂੰ ਸ਼ਕਤੀ ਦੇਣੀ ਆ। ਅਸੀਂ ਚਾਹੁੰਦੇ ਹਾਂ ਕਿ ਸਾਡਾ ਸੰਵਿਧਾਨ ਜਿਹੜਾ ਸ਼ਕਤੀਸ਼ਾਲੀ ਹੋਵੇ, ਪਰ ਇਹ ਨਹੀਂ ਸਮਝ ਆ ਰਿਹਾ ਕਿ ਉਹਨੂੰ ਸ਼ਕਤੀ ਮਿਲੂਗੀ ਕਿੱਥੋਂ, ਆਖਰ ਉਹਨੂੰ ਤਾਕਤ ਕੌਣ ਦਊਗਾ, ਕਿਹੜੇ ਧਰਮ ਦਾ ਗੁਰੂ ਜਾਂ ਪੀਰ ਜਾਂ ਪੈਗੰਬਰ ਜਾਂ ਦੇਵੀ ਦੇਵਤਾ ਉਹਨੂੰ ਤਾਕਤ ਦਊਗਾ। ਫਿਰ ਬਹਿਸ ਨਿਬੜੀ ਕਿ ਸਾਰੇ ਦੇਵੀ ਦੇਵਤਿਆਂ ਦਾ ਇੱਕੋ ਹੀ ਕਰਕਸ ਕੱਢ ਦੇਣਾ ਇਨ ਦਾ ਨੇਮ ਆਫ ਗੋਡ। ਕਹਿੰਦੇ ਫਿਰ ਗੱਲ ਇਹ ਵੀ ਨਹੀਂ ਬਣਨੀ। ਇਹ ਗੱਲ ਇਸ ਕਰਕੇ ਨਹੀਂ ਬਣਨੀ, ਫਿਰ ਨਾਸਤਕ ਰੋਕ ਲੈ ਜਾਣਗੇ। ਕਹਿੰਦੇ ਫਿਰ ਇੱਦਾਂ ਕਰੋ, ਇਸ ਸੰਵਿਧਾਨ ਨੂੰ ਤਾਕਤ ਦਿਓ ਦੇਸ਼ ਦੇ ਲੋਕਾਂ ਤੋਂ। ਇਟ ਮੀਨਸ ਜੇ ਤੁਹਾਨੂੰ ਕੋਈ ਪੁੱਛੇ ਵਟ ਇਜ਼ ਦੀ ਸੋਰਸ ਆਫ ਪਾਵਰ ਟੂ ਆਵਰ ਕੌਨਸਟੀਟਿਊਸ਼ਨ ਆਫ ਆਵਰ ਕੌਨਸਟੀਟਿਊਸ਼ਨ, ਕਿ ਸਾਡੇ ਸੰਵਿਧਾਨ 'ਚ ਤਾਕਤ ਦਾ ਸਰੋਤ ਕੀ ਆ, ਤਾਂ ਨਾ ਕੋਈ ਦੇਵੀ, ਨਾ ਦੇਵਤਾ, ਨਾ ਪੀਰ, ਨਾ ਪੈਗੰਬਰ, ਨਾ ਗੁਰੂ, ਕੁਛ ਵੀ ਨਹੀਂ, ਨਾ ਵਲੀ, ਕੋਈ ਵੀ ਨਹੀਂ, ਸਿਰਫ ਮੇਰੇ ਦੇਸ਼ ਦੇ ਲੋਕ। ਸੋ ਸਭ ਤੋਂ ਪਹਿਲਾਂ ਤਾਂ ਇਹ ਪਤਾ ਲੱਗਿਆ ਕਿ ਮੇਰੇ ਦੇਸ਼ ਦੇ ਲੋਕ, ਵੀ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ। ਕਹਾਣੀ ਕਲੀਅਰ ਹੋ ਗਈ। ਇਹ ਆ ਸੋਰਸ ਆਫ ਐਨਰਜੀ, ਕਿ ਭਾਰਤ ਪਾਵਰ, ਤਾਕਤ ਦਾ ਸਰੋਤ ਕੀ ਆ ਭਾਰਤ ਦੇ ਸੰਵਿਧਾਨ ਦਾ। have solemnly resolved to constitute India into a, ਸਾਡੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਭਾਰਤ ਨੂੰ ਮਿਲ ਕੇ ਹੁਣ ਕੀ ਬਣਾਵਾਂਗੇ। ਕੋਈ ਰੱਬ ਨਹੀਂ ਬਣਾਊਗਾ, ਕੋਈ ਖੁਦਾ ਨਹੀਂ ਬਣਾਊਗਾ, ਕੋਈ ਪੀਰ ਨਹੀਂ ਬਣਾਊਗਾ, ਕੋਈ ਪੈਗੰਬਰ ਨਹੀਂ, ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਕੀ ਬਣਾਵਾਂਗੇ। ਹੁਣ ਆਹ ਸੁਣੋ, ਸੋਵਰਨ, ਸਭ ਤੋਂ ਪਹਿਲੀ ਗੱਲ ਕਿ ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਕਿਸ ਤਰੀਕੇ ਦਾ ਬਣਾਵਾਂਗੇ। ਸੋਵਰਨ, ਹਰ ਸ਼ਬਦ ਦੀ ਆਪਣੀ ਰਾਜਨੀਤਿਕ ਅਹਿਮੀਅਤ ਹੁੰਦੀ ਹੈ। ਸੋਵਰਨ ਦਾ ਮਤਲਬ ਸਮਝੋ ਹੁਣ ਕੀ ਹੈ। ਜਿੰਨੇ ਪ੍ਰੈਂਬਲ ਦਾ ਆ ਪੈਰਾ ਪੜ੍ਹ ਗਿਆ, ਸਮਝ ਲਓ ਕਿ ਉਹਨੂੰ ਚੈਪਟਰ ਆ ਗਿਆ। ਵਟ ਇਜ਼ ਸੋਵਰੈਨਿਟੀ। ਸੋਵਰੈਨਿਟੀ ਦਾ ਮਤਲਬ ਹੁੰਦਾ ਪ੍ਰਭੂ ਸੱਤਾ। ਪ੍ਰਭੂ ਸੱਤਾ ਦਾ ਮਤਲਬ ਹਰ ਇੱਕ ਉਹ ਦੇਸ਼ ਜਿਹੜਾ ਆਪਣੇ ਫੈਸਲੇ ਲੈਣ ਵਾਸਤੇ ਆਜ਼ਾਦ ਹੋਵੇ। ਹਰ ਉਹ ਦੇਸ਼ ਜਿਹੜਾ ਆਪਣੇ ਫੈਸਲੇ ਲੈਣ ਵਾਸਤੇ ਆਜ਼ਾਦ ਹੋਵੇ, ਉਹ ਪ੍ਰਭੂ ਸੰਪੰਨ ਹੁੰਦਾ ਹੈ। ਐਨੀਬੋਡੀ ਹੂ ਇਜ਼ ਇੰਡੀਪੈਂਡੈਂਟ ਟੂ ਟੇਕ ਇਟਸ ਓਨ ਡਿਸੀਜ਼ਨ, ਹਰ ਉਹ ਸ਼ਖਸ ਜਿਹੜਾ ਆਪਣੇ ਫੈਸਲੇ ਲੈਣ ਵਾਸਤੇ ਆਜ਼ਾਦ ਆ। ਕਹਿੰਦੇ ਉਹਨਾਂ ਟਾਈਮਾਂ 'ਚ ਨਹਿਰੂ ਨੂੰ ਕਿਸੇ ਨੇ ਟੀਚਰ ਕਰਤੀ, ਉਹ ਤੂੰ ਤਾਂ ਕਾਮਨਵੈਲਥ ਦਾ ਮੈਂਬਰ ਬਣਾਇਆ ਜਾ ਕੇ। ਉਹਨਾਂ ਸਮਿਆਂ 'ਚ ਨਹਿਰੂ ਜੀ ਕਾਮਨਵੈਲਥ ਦੇ ਮੈਂਬਰ ਬਣ ਗਏ ਸੀਗੇ 1949 'ਚ। ਕਹਿੰਦਾ ਤੇਰੀ ਪ੍ਰਭੂ ਸੱਤਾ ਕਿੱਥੇ ਆ, ਤੂੰ ਤਾਂ ਫੇਰ ਜਾ ਕੇ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਉਹ ਕਹਿੰਦਾ ਇਹ ਸੋਵਰੈਨਿਟੀ ਦਾ ਟੁੱਟਣਾ ਨਹੀਂ ਗਾ। ਕਹਿੰਦਾ ਆਪਾਂ ਤਾਂ 24 ਅਕਤੂਬਰ 1945 ਨੂੰ ਆਜ਼ਾਦੀ ਤੋਂ ਵੀ ਪਹਿਲਾਂ UN ਦੇ ਮੈਂਬਰ ਵੀ ਬਣ ਗਏ ਆ, ਸੰਯੁਕਤ ਰਾਸ਼ਟਰ ਦੇ ਮੈਂਬਰ ਵੀ ਬਣ ਗਿਆ। ਇਟ ਮੀਨਸ ਆਪਾਂ ਸੋਵਰਨ ਨਹੀਂ ਰਹੇ, ਅਸੀਂ UN ਦੇ ਅੰਡਰ ਹੋ ਗਏ। ਨਹੀਂ, ਕਹਿੰਦਾ ਅੰਡਰ ਨਹੀਂ, ਉਹ ਤਾਂ ਦੋਸਤੀ ਤੇ ਦੁਨੀਆ 'ਚ ਸੰਬੰਧ ਬਣਾਉਣ ਵਾਸਤੇ ਸਾਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨਾਂ ਦੇ ਮੈਂਬਰ ਤਾਂ ਬਣਨਾ ਹੀ ਪਊਗਾ। ਹਾਂ, ਇੱਦਾਂ ਕਰੋ, ਜੇ ਤੁਸੀਂ ਕਹਿੰਦੇ ਹੋ ਕਿ ਫਲਾਣੀ ਦੀ ਮੈਂਬਰਸ਼ਿਪ ਛੱਡ ਕੇ ਦਿਖਾ, ਮੈਂ 1 ਮਿੰਟ 'ਚ ਛੱਡ ਦੂੰਗਾ। ਸੋਵਰੈਨਿਟੀ ਦਾ ਮਤਲਬ ਆ ਕਿ ਅਸੀਂ ਜਦੋਂ ਆਪਣੀ ਮਰਜ਼ੀ ਨਾਲ ਕਿਸੇ ਸੰਸਥਾ 'ਚ, ਕਿਸੇ ਸੰਘ 'ਚ, ਕਿਸੇ ਗਰੁੱਪ 'ਚ ਗਏ ਆ ਤੇ ਆਪਣੀ ਮਰਜ਼ੀ ਨਾਲ ਉਹਦੇ 'ਚੋਂ ਐਗਜ਼ਿਟ ਹੋ ਕੇ ਆ ਸਕਦੇ ਆ। ਇਟ ਮੀਨਸ ਇਹ ਆ ਸੋਵਰੈਨਿਟੀ। ਨਹਿਰੂ ਦੀ ਸੋਵਰੈਨਿਟੀ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਨਹਿਰੂ ਨੇ ਮੂੰਹ ਤੇ ਜਵਾਬ ਦਿੱਤਾ ਸੀਗਾ। ਖੈਰ, ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਇੱਕ ਪ੍ਰਭੂ ਸੰਪੰਨ ਦੇਸ਼। ਦੂਜੀ ਗੱਲ, ਤੁਸੀਂ ਕਹੋਗੇ ਆਹ ਵਰਡ ਕਿਉਂ ਸਕਿਪ ਕਰਤਾ, ਕਿਉਂਕਿ ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਆਹ ਸ਼ਬਦ ਹੈ ਨਹੀਂ ਸੀਗਾ, ਨਾ ਹੀ ਅਗਲਾ ਸੀਗਾ। ਤੀਜਾ ਸ਼ਬਦ ਡੈਮੋਕ੍ਰੇਟਿਕ। ਹੁਣ ਡੈਮੋਕ੍ਰੇਟਿਕ ਤੇ ਆ ਜਾਓ, ਲੋਕਤਾਂਤਰਿਕ। ਅਸੀਂ ਭਾਰਤ ਦੇ ਲੋਕ ਭਾਰਤ ਨੂੰ ਸੋਵਰਨ ਜਾ ਕੇ ਪ੍ਰਭੂ ਸੰਪੰਨ, ਡੈਮੋਕ੍ਰੇਟਿਕ ਜਾ ਕਿ ਲੋਕਤਾਂਤਰਿਕ, ਰਿਪਬਲਿਕ ਜਾਣੀ ਕਿ ਗਣਰਾਜ ਬਣਾਵਾਂਗੇ। ਠੀਕ ਆ। ਬਾਅਦ 'ਚ ਇੰਦਰਾ ਗਾਂਧੀ ਨੇ 1976 ਦੇ ਵਿੱਚ ਕੌਨਸਟੀਟਿਊਸ਼ਨ ਨੂੰ ਅਮੈਂਡ ਕੀਤਾ ਤੇ 2 ਸ਼ਬਦ ਬਾਅਦ 'ਚ ਐਡ ਕਰਾਏ। ਕਿਹੜੇ? ਸੋਸ਼ਲਿਸਟ, ਸਮਾਜਵਾਦੀ, ਸੈਕੂਲਰ, ਧਰਮ ਨਿਰਪੱਖ। ਜੇ ਬਾਅਦ 'ਚ ਐਡ ਕਰਾਇਆ ਤਾਂ ਫਿਰ ਮੈਂ ਬਾਅਦ 'ਚ ਹੀ ਪੜਾਉਂਗਾ ਇਹ। ਆ ਦੋਵੇਂ ਕੰਪਲੀਟ ਕਰਨ ਤੋਂ ਬਾਅਦ ਹੁਣ ਆ ਗਿਆ ਡੈਮੋਕ੍ਰੇਟਿਕ। ਡੈਮੋਕ੍ਰੇਟਿਕ ਦਾ ਮਤਲਬ ਹੁੰਦਾ ਲੋਕਤਾਂਤਰਿਕ। ਹੁਣ ਤੁਸੀਂ ਕਹੋਗੇ ਕਿ ਸਰ 10 ਮਿੰਟ ਲੋਕਤੰਤਰ 'ਤੇ ਵੀ ਲਾ ਦਿਓ। ਠੀਕ ਆ, ਦੇਖੋ ਲੋਕਤੰਤਰ 'ਤੇ ਤਾਂ ਮੈਂ ਕੀ ਕਰ ਸਕਦਾ, ਲੋਕਤੰਤਰ ਤਾਂ ਹੁਣ ਮੋਦੀ ਜੀ ਦੇ ਹੱਥ 'ਚ ਆ। ਠੀਕ ਆ, ਜੇ ਬਚਾਉਣਾ ਹੈ ਤਾਂ ਤੁਸੀਂ ਬਚਾਉਣਾ ਹੈ, ਜੇ ਮਤਲਬ ਕਿ ਉੱਜੜਨ ਦੇਣਾ ਹੈ ਤਾਂ ਉਹ ਵੀ ਤੁਹਾਡੇ ਹੱਥ 'ਚ ਹੀ ਆ। ਕਿਉਂਕਿ ਲੋਕਤੰਤਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਸ਼ਬਦ ਆ। ਡੈਮੋਕ੍ਰੇਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਪਹਿਲੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ
ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ ਹੈ। ਡੈਮੋਕ੍ਰੇਸੀ ਦੋ ਪ੍ਰਕਾਰ ਦੀ ਹੁੰਦੀ। ਜੇ ਕੋਈ ਮੈਨੂੰ ਕਹੇ ਕਿ ਅੱਛਾ ਸਰ ਡੈਮੋਕ੍ਰੇਸੀ ਦੇ ਲਾ ਹੀ ਦਿਓ 2 ਮਿੰਟ, ਇੱਕ ਹੁੰਦੀ ਆ ਡਾਇਰੈਕਟ, ਇੱਕ ਹੁੰਦੀ ਆ ਇਨਡਾਇਰੈਕਟ। ਦੋ ਪ੍ਰਕਾਰ ਦਾ ਲੋਕਤੰਤਰ ਹੁੰਦਾ ਹੈ, ਇੱਕ ਡਾਇਰੈਕਟ ਡੈਮੋਕ੍ਰੇਸੀ, ਇੱਕ ਕਿਹੜੀ ਹੁੰਦੀ ਆ ਇਨਡਾਇਰੈਕਟ ਡੈਮੋਕ੍ਰੇਸੀ। ਪੰਜਾਬੀ 'ਚ ਕਵਾਂਗੇ ਪ੍ਰਤੱਖ ਲੋਕਤੰਤਰ ਤੇ ਅਪ੍ਰਤੱਖ ਲੋਕਤੰਤਰ। ਕੀ ਹੁੰਦਾ ਦੋਵਾਂ ਦੇ ਵਿੱਚ ਫਰਕ? ਓਬਵੀਅਸ ਜੀ ਗੱਲ ਆ, ਜੇ ਇੱਥੋਂ ਆ ਹੀ ਗਏ ਹੋ ਤਾਂ ਪੁੱਛੋਗੇ ਹੀ ਕਿ ਵਟ ਇਜ਼ ਡਿਫਰੈਂਸ ਬਿਟਵੀਨ ਦੈਮ, ਕਿ ਦੋਵਾਂ ਦੇ ਵਿੱਚ ਫਰਕ ਵੀ ਕਲੀਅਰ ਕਰ ਦਿੱਤਾ ਜਾਵੇ, ਫਿਰ ਤਾਂ ਹੀ ਮਸਲਾ ਹੱਲ ਹੋਊਗਾ। ਡਾਇਰੈਕਟ ਡੈਮੋਕ੍ਰੇਸੀ ਤੇ ਇਨਡਾਇਰੈਕਟ ਡੈਮੋਕ੍ਰੇਸੀ 'ਚ ਸਭ ਤੋਂ ਵੱਡਾ ਫਰਕ ਇਹ ਹੁੰਦਾ ਹੈ ਕਿ ਜਿਹੜੀ ਡਾਇਰੈਕਟ ਡੈਮੋਕ੍ਰੇਸੀ ਆ ਉਹਦੇ 'ਚ ਸਿੱਧੇ ਤੇ ਸਪਸ਼ਟ ਤੌਰ ਤੇ, ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਸਿੱਧੇ ਤੇ ਸਪਸ਼ਟ ਤੌਰ ਤੇ ਤੁਸੀਂ ਲੋਕ ਸਿੱਧੇ ਤੇ ਸਪਸ਼ਟ ਤੌਰ ਤੇ ਸਰਕਾਰ ਚਲਾਉਂਦੇ ਆ। ਤੁਸੀਂ ਕਹੋਗੇ ਸਰ ਗੱਲ ਕਲੀਅਰ ਨਹੀਂ ਹੋਈ, ਉਦਾਹਰਨ ਦਿੰਦਾ ਤਾਂ ਕਿ ਹੋਰ ਕਲੀਅਰ ਹੋ ਸਕੇ। ਮਤਲਬ ਇਹ, ਸਪੋਜ਼ ਕਰੋ ਆਪਾਂ ਕਿਸੇ ਇਲਾਕੇ 'ਚ ਰਹਿ ਰਹੇ ਹਾਂ, ਭਾਰਤ 'ਚ ਰਹਿ ਰਹੇ ਹਾਂ, ਭਾਰਤ 'ਚ ਡਾਇਰੈਕਟ ਡੈਮੋਕ੍ਰੇਸੀ ਆ। ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਅਸੀਂ ਪੰਜਾਬ ਨੂੰ ਅੱਡ ਕਰਨਾ ਹੈ, ਅਸੀਂ ਪੰਜਾਬ ਨੂੰ ਅੱਡ ਕਰਨਾ ਹੈ, ਆਪਣੀ ਜ਼ਮੀਨ ਦਾ ਫੈਸਲਾ ਅੱਡ ਕਰਨਾ ਹੈ ਅਸੀਂ। ਤਾਂ ਤੁਸੀਂ ਸਾਰੇ ਭਾਰਤ ਦੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਵੋਟ ਪਾਓਗੇ ਤੇ ਦੇਖੋਗੇ ਕਿ ਤੁਹਾਡੇ ਲੋਕ ਮੈਜੋਰਟੀ 'ਚ ਕੀ ਕਹਿੰਦੇ ਆ ਕਿ ਅੱਡ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ। ਇਟ ਮੀਨਸ ਤੁਸੀਂ ਆਪਣੀ ਟੈਰੀਟਰੀ ਦਾ, ਆਪਣੀ ਸਰਜ਼ਮੀਨ ਦਾ ਫੈਸਲਾ ਆਪ ਕਰਦੇ ਹੋ। ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਰੋਲ ਨਹੀਂ ਰਹਿੰਦਾ ਵਿੱਚ। ਮੇਰੀ ਗੱਲ ਫੋਲੋ ਕਰਕੇ, ਤੁਹਾਡੇ ਚੁਣੇ ਹੋਏ ਨੁਮਾਇੰਦੇ ਹੁੰਦੇ ਹੀ ਨਹੀਂ। ਇਸ ਟਰਮ ਨੂੰ ਆਪਾਂ ਕਹਿੰਦੇ ਆ, ਸੁਣਿਆ ਹੋਣਾ ਤੁਸੀਂ, ਵੈਸੇ ਤਾਂ ਤੁਸੀਂ ਲੋਕਾਂ ਤੋਂ ਸੁਣਿਆ ਹੋਣਾ ਰੈਫਰੈਂਡਮ ਕਰਾ ਲਓ, ਰੈਫਰੈਂਡਮ ਕਰਾ ਲਓ। ਰੈਫਰੈਂਡਮ ਨਹੀਂ ਹੁੰਦਾ, ਟੈਕਨੀਕਲੀ ਇਸ ਸ਼ਬਦ ਦਾ ਨਾਮ ਆ ਪਲੈਬੀਸਾਈਟ। ਕੀ ਨਾਮ ਆ? ਪਲੈਬੀਸਾਈਟ। ਪਲੈਬੀਸਾਈਟ ਦਾ ਮਤਲਬ ਆ ਆਪਣੀ ਜ਼ਮੀਨ ਦਾ ਫੈਸਲਾ ਕਰਨਾ ਕਿ ਅਸੀਂ ਕਿਸੇ ਦੇਸ਼ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ। ਮੰਨ ਲਓ ਤੁਹਾਡਾ ਛੋਟਾ ਜਿਹਾ ਦੇਸ਼ ਆ, ਤੁਸੀਂ ਇਹ ਫੈਸਲਾ ਕਰਨਾ ਹੈ ਕਿ ਯਾਰ ਆਪਾਂ ਨੂੰ GST ਲਿਆਉਣਾ ਚਾਹੀਦਾ ਕਿ ਨਹੀਂ, ਕੋਈ ਆਰਥਿਕ ਫੈਸਲਾ, ਕੋਈ ਸਮਾਜਿਕ ਕਾਨੂੰਨ ਬਣਾਉਣਾ ਹੈ ਤੁਹਾਡੇ ਦੇਸ਼ ਦੇ ਵਿੱਚ। ਤੁਸੀਂ ਇਹ ਫੈਸਲਾ ਕਰਨਾ ਹੈ ਕਿ ਆਪਾਂ ਸਤੀ ਬੈਨ ਕਰਨੀ ਹੈ ਕਿ ਨਹੀਂ ਕਰਨੀ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਮੌਤ ਦੀ ਸਜ਼ਾ ਦਾ ਕਾਨੂੰਨ ਲਿਆਉਣਾ ਹੈ ਕਿ ਨਹੀਂ ਲਿਆਉਣਾ। ਤੁਸੀਂ ਇਹਦੇ ਤੇ ਵਿਚਾਰ ਕਰਨੀ ਆ ਤੇ ਸਾਰੇ ਲੋਕਾਂ ਨੇ ਮਿਲ ਕੇ ਵੋਟ ਪਾਉਣੀ ਆ। ਇਸ ਵਾਰ ਧਰਤੀ ਦਾ ਫੈਸਲਾ ਨਹੀਂ, ਤੁਹਾਡਾ ਆਪਣਾ ਕੋਈ ਆਰਥਿਕ, ਸਮਾਜਿਕ ਜਾਂ ਧਾਰਮਿਕ ਮਸਲਾ ਹੈ, ਇਹੋ ਜਿਹਾ ਫੈਸਲਾ ਕਰਨਾ ਹੈ। ਇਹਨੂੰ ਕਹਿੰਦੇ ਆ ਰੈਫਰੈਂਡਮ, ਰਾਏਸ਼ੁਮਾਰੀ। ਤੀਸਰੀ ਗੱਲ, ਮੰਨ ਲਓ ਤੁਸੀਂ ਆਪਣੇ ਚੋਂ ਕੋਈ ਚਿੱਕੜ ਚੌਧਰੀ ਚੁਣਿਆ ਹੈ, ਭਾਵ ਲੀਡਰ, ਠੀਕ ਆ, ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਲੀਡਰ ਨੂੰ ਵਾਪਸ ਬੁਲਾਉਣਾ ਚਾਹੁੰਦੇ ਹੋ ਕਿ ਆ ਜਾ ਭਰਾ ਤੂੰ ਵਾਪਸ ਆ ਜਾ। ਇਹਨੂੰ ਕਹਿੰਦੇ ਆ ਰੀਕਾਲ, ਕਿ ਆ ਜਾ ਵਾਪਸ, ਰੀਕਾਲ ਕਰਨਾ ਕਿਸੇ ਨੂੰ, ਆ ਜਾ ਆ ਜਾ। ਤੀਸਰਾ ਹੁੰਦਾ ਹੈ, ਚੌਥਾ ਹੁੰਦਾ ਹੈ ਕਿ ਤੁਸੀਂ ਮੰਨ ਲਓ, ਵੈਸੇ ਤਾਂ ਦੇਖੋ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਲੀਡਰ ਹੁੰਦੇ ਹੀ ਨਹੀਂ। ਮੰਨ ਲਓ ਤੁਸੀਂ ਇੱਕ ਧੜਾ ਚੁਣਿਆ ਵੀ ਹੋਇਆ 20-25 ਬੰਦਿਆਂ ਦਾ, ਤੁਹਾਡਾ ਦੇਸ਼ ਆ ਛੋਟਾ ਜਿਹਾ, 10 ਕੁ ਲੱਖ ਦੀ ਆਬਾਦੀ ਆ, ਤੁਸੀਂ 5 ਕੁ ਲੀਡਰ ਚੁਣੇ ਹੋਏ ਆ ਤੇ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਸਾਰੇ ਲੋਕ ਕਿ ਇੱਦਾਂ ਕਰੋ, ਫਲਾਣਾ ਬਿੱਲ ਲੈ ਕੇ ਆਓ, ਫਲਾਣਾ ਕਾਨੂੰਨ ਬਣਾਓ। ਤੁਸੀਂ ਲੋਕ ਬਿੱਲ ਨੂੰ ਇਨੀਸ਼ੀਏਟ ਕਰਨਾ ਚਾਹੁੰਦੇ ਹੋ, ਸ਼ੁਰੂਆਤ ਕਰਨਾ ਚਾਹੁੰਦੇ ਹੋ। ਜਿੱਥੇ ਲੋਕ ਕਾਨੂੰਨ ਨੂੰ ਬਣਾਉਣ ਦੀ ਸ਼ੁਰੂਆਤ ਕਰ ਸਕਦੇ ਹੋਣ, ਕਾਨੂੰਨ ਬਣਾਉਣ ਵਾਲਿਆਂ ਨੂੰ ਵਾਪਸ ਬੁਲਾ ਸਕਦੇ ਹੋਣ, ਆਰਥਿਕ ਸਮਾਜਿਕ ਮਸਲਿਆਂ ਤੇ ਆਪ ਫੈਸਲੇ ਲੈ ਸਕਦੇ ਹੋਣ, ਆਪਣੀ ਜ਼ਮੀਨ ਦਾ ਆਪ ਫੈਸਲਾ ਕਰ ਸਕਦੇ ਹੋਣ, ਉਹਨੂੰ ਕਹਿੰਦੇ ਆ ਡਾਇਰੈਕਟ ਡੈਮੋਕ੍ਰੇਸੀ। ਇਸ ਤਰੀਕੇ ਦੇ ਕਰੈਕਟਰਿਸਟਿਕਸ ਤੁਹਾਨੂੰ ਛੋਟੇ ਛੋਟੇ ਦੇਸ਼ਾਂ 'ਚ ਮਿਲਣਗੇ ਜਿਹੜੇ ਆਈਲੈਂਡ ਕੰਟਰੀ ਹੁੰਦੇ ਆ। ਹੁਣ ਤਾਂ ਉੱਥੇ ਵੀ ਇਨਡਾਇਰੈਕਟ ਡੈਮੋਕ੍ਰੇਸੀ ਹੋਈ ਆ। ਡਾਇਰੈਕਟ ਡੈਮੋਕ੍ਰੇਸੀ ਬਹੁਤ ਘੱਟ ਦੇਸ਼ਾਂ 'ਚ ਐਗਜ਼ਿਸਟ ਕਰਦੀ ਆ। ਸਮਝ ਆ ਗਈ ਗੱਲ? ਹੁਣ ਆ ਜਾਓ ਇਨਡਾਇਰੈਕਟ ਡੈਮੋਕ੍ਰੇਸੀ, ਅਪ੍ਰਤੱਖ ਲੋਕਤੰਤਰ, ਜਿਹਦੇ ਵਿੱਚ ਦੇਸ਼ ਬਹੁਤ ਵੱਡੇ ਹੁੰਦੇ ਆ ਤੇ ਹਰ ਫੈਸਲਾ ਲੋਕ ਆਪ ਨਹੀਂ ਕਰ ਸਕਦੇ। ਇਹਦੇ ਵਾਸਤੇ ਉਹ ਆਪਣੇ ਨੁਮਾਇੰਦੇ ਚੁਣਦੇ ਆ। ਕੀ ਚੁਣਦੇ ਆ? ਨੁਮਾਇੰਦੇ ਚੁਣਦੇ ਆ। ਜਦੋਂ ਤੁਸੀਂ ਆਪਣੇ ਨੁਮਾਇੰਦੇ ਚੁਣਦੇ ਹੋ ਫਿਰ ਉਹਨੂੰ ਇਨਡਾਇਰੈਕਟ ਡੈਮੋਕ੍ਰੇਸੀ ਕਹਿੰਦੇ ਆ। ਹੁਣ ਇਹ ਜਿਹੜੀ ਇਨਡਾਇਰੈਕਟ ਡੈਮੋਕ੍ਰੇਸੀ ਆ, ਇਹ ਅੱਗੇ 2 ਪ੍ਰਕਾਰ ਦੀ ਹੁੰਦੀ ਆ। ਇਨਡਾਇਰੈਕਟ ਡੈਮੋਕ੍ਰੇਸੀ ਅੱਗੇ 2 ਪ੍ਰਕਾਰ ਦੀ ਹੁੰਦੀ ਹੈ। ਤੁਸੀਂ ਕਹੋਗੇ ਸਰ ਦੱਸ ਦਿਓ ਹੁਣੇ ਵੀ ਕਿ ਇਹ ਕਿਹੜੇ ਪ੍ਰਕਾਰ ਦੀ ਹੈ। ਫਿਰ ਤੁਸੀਂ ਇਹ ਵੀ ਦੱਸਿਓ ਕਿ ਇੱਕ ਡਾਇਰੈਕਟ ਤੇ 2 ਇਨਡਾਇਰੈਕਟ, ਕਿ ਇੰਡੀਆ 'ਚ ਕਿਹੜੀ ਡੈਮੋਕ੍ਰੇਸੀ ਹੈ, ਇਹ ਤੁਸੀਂ ਦੱਸੋਗੇ ਤੈਅ ਕਰਕੇ। ਇਨਡਾਇਰੈਕਟ ਡੈਮੋਕ੍ਰੇਸੀ ਇੱਕ ਉਹ ਹੁੰਦੀ ਆ ਜਿੱਥੇ ਤੁਸੀਂ ਆਪਣਾ ਇੱਕ ਲੀਡਰ ਚੁਣ ਲੈਂਦੇ ਹੋ। ਸਾਰੇ ਲੋਕ ਵੋਟਾਂ ਪਾਉਂਦੇ ਆ, ਪੂਰਾ ਦੇਸ਼ ਵੋਟ ਪਾਉਂਦਾ ਹੈ। ਉਹ ਦੇਸ਼ ਵੋਟਾਂ ਪਾ ਕੇ ਇੱਕ ਲੀਡਰ ਚੁਣਦਾ ਹੈ। ਉਦਾਹਰਨ ਤੇ ਸਮਝਿਓ, ਇੱਕ ਲੀਡਰ ਚੁਣਦਾ, ਸਾਰਾ ਦੇਸ਼ ਵੋਟਾਂ ਪਾ ਕੇ ਇੱਕ ਲੀਡਰ ਚੁਣਦਾ ਹੈ। ਫਿਰ ਉਸ ਲੀਡਰ ਨੂੰ ਕਹਿੰਦੇ ਆ ਕਿ ਦਿੱਤੇ ਕਾਕਾ ਤੈਨੂੰ 5 ਸਾਲ, ਹੁਣ ਤੈਨੂੰ ਅਸੀਂ 5 ਸਾਲ ਹਿਲਾਉਂਦੇ ਨਹੀਂ। ਉਹਨੂੰ ਕਹਿੰਦੇ ਕਿ ਆਪਣੇ ਮੰਤਰੀ ਵੀ ਕਾਕਾ ਤੂੰ ਆਪ ਚੁਣ, ਉਹ ਨਹੀਂ ਅਸੀਂ ਚੁਣਨੇ, ਆਪਣੇ ਮੰਤਰੀ ਵੀ ਤੂੰ ਆਪ ਚੁਣ। ਮੇਰੀ ਗੱਲ ਫੋਲੋ ਕੀਤੀ? ਤੂੰ ਆਪਣੇ ਮੰਤਰੀ ਵੀ ਆਪ ਚੁਣ ਤੇ 5 ਸਾਲ ਸਾਡਾ ਦੇਸ਼ ਚਲਾ ਕੇ ਦਿਖਾ, ਤੇ ਜੇ ਵਧੀਆ ਚਲਾਏਗਾ ਅਗਲੇ 5 ਸਾਲ ਬਾਅਦ ਫਿਰ ਚੁਣ ਲਾਂਗੇ, 5 ਸਾਲ ਬਾਅਦ, 4 ਸਾਲ ਬਾਅਦ, 6, ਜੋ ਵੀ ਉੱਥੋਂ ਦਾ ਪ੍ਰੋਸੀਜਰ ਹੋਊਗਾ।
ਇਟ ਮੀਨਸ ਤੁਸੀਂ ਇੱਕ ਲੀਡਰ ਚੁਣਿਆ ਤੇ ਉਹਨੇ ਆਪਣੇ ਮੰਤਰੀ ਆਪ ਚੁਣੇ, ਠੀਕ ਆ, ਤੇ 5 ਸਾਲ ਚਲਾ ਕੇ ਦਿਖਾਇਆ, ਨਹੀਂ ਤਾਂ 5 ਸਾਲ ਬਾਅਦ ਤੁਸੀਂ ਚੱਕ ਕੇ ਉਹ ਮਾਰਿਆ। ਇਹਨੂੰ ਕਹਿੰਦੇ ਆ ਰਾਸ਼ਟਰਪਤੀ ਪ੍ਰਣਾਲੀ, ਪ੍ਰੈਜ਼ੀਡੈਂਸ਼ੀਅਲ ਸਿਸਟਮ। ਕਿਹੜਾ ਸਿਸਟਮ? ਪ੍ਰੈਜ਼ੀਡੈਂਸ਼ੀਅਲ ਸਿਸਟਮ। ਇਹ ਬੜਾ ਤਗੜਾ ਸਿਸਟਮ ਹੁੰਦਾ ਹੈ। ਇਹਦੇ 'ਚ ਜਿਹੜੇ ਲੀਡਰ ਨੂੰ ਤੁਸੀਂ ਚੁਣ ਲਿਆ ਉਹ ਆਜ਼ਾਦ ਹੁੰਦਾ ਹੈ 5 ਸਾਲ ਲਈ, ਉਹਨੂੰ ਕੋਈ ਟੈਨਸ਼ਨ ਨਹੀਂ, ਉਹ ਖੁੱਲ੍ਹ ਕੇ ਤੁਹਾਡੇ ਦੇਸ਼ ਦਾ ਵਿਕਾਸ ਕਰ ਸਕਦਾ ਹੈ। ਇਹਦਾ ਉਲਟਾ ਵਰਜਨ, ਉਹ 5 ਸਾਲਾਂ 'ਚ ਖੁੱਲ੍ਹ ਕੇ ਤੁਹਾਡੇ ਦੇਸ਼ ਦਾ ਜਲੂਸ ਵੀ ਕੱਢ ਸਕਦਾ ਹੈ। ਫੋਲੋ ਕੀਤੀ ਆ? ਡਿਵੈਲਪਮੈਂਟ ਕਰੂਗਾ ਤਾਂ ਵੀ ਖੁੱਲ੍ਹ ਕੇ ਕਰੂਗਾ। ਇਹਨਾਂ 5 ਸਾਲਾਂ ਵਾਸਤੇ ਇਹ ਉਹ ਦੇਸ਼ ਆ ਜਿੱਥੇ ਤੁਸੀਂ ਅਕਸਰ ਸੁਣਦੇ ਹੋਣੇ ਹੋ ਕਿ ਯਾਰ ਫਲਾਣੇ ਦੇਸ਼ 'ਚ ਰਾਸ਼ਟਰਪਤੀ ਦੀ ਚੱਲਦੀ ਆ। ਇਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਆਧਾਰ 'ਤੇ ਕੋਈ ਦੇਸ਼ ਸੁਣਿਆ ਕਿਸੇ ਨੇ? ਅਮਰੀਕਾ ਦੇ ਵਿੱਚ ਪਾਵਰਫੁਲ ਕੌਣ ਆ, ਪ੍ਰੈਜ਼ੀਡੈਂਟ ਕਿ ਪ੍ਰਾਈਮ ਮਿਨਿਸਟਰ? ਪ੍ਰੈਜ਼ੀਡੈਂਟ। ਇਹਦਾ ਮਤਲਬ ਉੱਥੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਆ। ਉਹਨਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਫਾਇਦੇ ਤੇ ਨੁਕਸਾਨ ਵੀ ਹੁੰਦੇ ਆ। ਇਸੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚੋਂ ਹੀ ਅਬਰਾਹਮ ਲਿੰਕਨ ਮਿਲਿਆ ਉਹਨਾਂ ਨੂੰ, ਇਸੇ ਪ੍ਰੈਜ਼ੀਡੈਂਸ਼ੀਅਲ ਸਿਸਟਮ 'ਚੋਂ ਅਮਰੀਕਾ ਵਾਲਿਆਂ ਨੂੰ ਟਰੰਪ ਮਿਲਿਆ ਸੀ। ਮੇਰੀ ਗੱਲ ਫੋਲੋ ਕਰ ਗਏ? ਸੋ ਬੈਕਫਾਇਰ ਵੀ ਕਰ ਜਾਂਦਾ ਹੈ ਕਾਨੂੰਨ, ਇਹ ਵਾਲਾ ਸਿਸਟਮ ਜਿਹੜਾ ਹੈ। ਇੰਡੀਆ 'ਚ ਕਿਹੜਾ ਸਿਸਟਮ ਆ? ਇੱਕ ਦੂਸਰਾ ਸਿਸਟਮ ਹੁੰਦਾ ਇੰਡਾਇਰੈਕਟ ਡੈਮੋਕ੍ਰੇਸੀ 'ਚ। ਉਹਦੇ 'ਚ ਤੁਸੀਂ ਲੀਡਰ ਨਹੀਂ ਚੁਣਦੇ, ਨਾ ਬਿਲਕੁਲ ਵੀ ਨਹੀਂ। ਤੁਸੀਂ ਆਪੋ ਆਪਣੇ ਹਲਕੇ ਵਿੱਚੋਂ ਨੁਮਾਇੰਦਾ ਚੁਣਦੇ ਹੋ। ਯੂ ਸਿਲੈਕਟ ਵਨ ਆਫ ਰਿਪਰੈਜ਼ੈਂਟੇਟਿਵ ਫਰੋਮ ਯੂਰ ਏਰੀਆ। ਸਮਝ ਗਏ ਗੱਲ? ਤੁਸੀਂ ਆਪੋ ਆਪਣੇ ਹਲਕੇ 'ਚੋਂ ਇੱਕ ਨੁਮਾਇੰਦਾ ਚੁਣਦੇ ਹੋ। ਪੂਰੇ ਦੇਸ਼ ਨੂੰ 100, 150, 200, 300, 400, 500, 543, 600, ਮੈਂ ਬੜਾ ਔਡ ਜਿਹਾ ਵਰਡ ਬੋਲਿਆ 543, ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਇਹ ਇੰਡੀਆ ਨਾਲ ਮੈਚ ਕਰ ਗਈ ਗੱਲ। ਤੁਸੀਂ ਆਪਣੇ ਦੇਸ਼ ਨੂੰ 500, 600 ਹਿੱਸਿਆਂ 'ਚ ਵੰਡ ਲੈਂਦੇ ਹੋ। ਹਰ ਹਿੱਸੇ 'ਚੋਂ ਇੱਕ ਨੁਮਾਇੰਦਾ ਚੁਣਿਆ ਜਾਂਦਾ ਹੈ। ਉਹ ਨੁਮਾਇੰਦੇ ਇੱਕ ਹਿੱਸੇ 'ਚੋਂ ਜਿੱਥੇ ਤੁਸੀਂ ਆਪਣਾ ਨੁਮਾਇੰਦਾ ਚੁਣਿਆ, ਆਪਣਾ ਲੀਡਰ ਚੁਣਿਆ, ਉੱਥੇ ਕੀ ਪਤਾ ਕਿੰਨੇ ਬੰਦੇ ਵੋਟਾਂ 'ਚ ਖੜ ਜਾਣ, ਜਿੱਤੂਗਾ ਤਾਂ ਇੱਕ। ਫਿਰ ਇਹ ਦੇਖਿਆ ਜਾਂਦਾ ਕਿ ਉਹਨਾਂ 543 ਚੋਂ ਜ਼ਿਆਦਾ ਕਿਹੜੀ ਪਾਰਟੀ ਦੇ ਜਿੱਤ ਕੇ ਆਏ ਆ। 543 ਦਾ ਅੱਧ 271.5 ਹੁੰਦਾ ਹੈ, ਤਾਂ ਆਪਾਂ 272 ਨੰਬਰ ਰੱਖ ਲਿਆ। ਮੰਨ ਲਓ ਕਿ 272 ਜਾਂ 272 ਤੋਂ ਵੱਧ ਕਿਹੜੀ ਪਾਰਟੀ ਦੇ ਬੰਦੇ ਜਿੱਤ ਕੇ ਆਏ ਆ। ਅਸੀਂ ਉਸ ਪਾਰਟੀ ਨੂੰ ਕਹਿ ਦਿੰਦੇ ਆ ਕਿ ਤੁਸੀਂ ਸਾਡਾ ਦੇਸ਼ ਚਲਾਓ। ਇਟ ਮੀਨਸ ਤੁਸੀਂ ਲੀਡਰ ਚੁਣਿਆ ਨਹੀਂ, ਤੁਸੀਂ ਪੂਰੀ ਦੀ ਪੂਰੀ ਪੰਡ ਚੁਣ ਲਈ ਲੀਡਰਾਂ ਦੀ, ਮਤਲਬ ਤੁਸੀਂ ਤਾਂ ਬੱਲੇ ਬੱਲੇ ਕਰਾਤੀ। ਇਹਦਾ ਮਤਲਬ ਤੁਸੀਂ ਰਾਸ਼ਟਰਪਤੀ ਨਹੀਂ ਚੁਣਿਆ, ਤੁਸੀਂ ਇੱਕ ਸੰਸਦ ਚੁਣੀ ਆ। ਕੀ ਚੁਣੀ ਆ? ਤੁਸੀਂ ਇੱਕ ਪਾਰਲੀਮੈਂਟ ਚੁਣੀ ਆ। ਉਸ ਪਾਰਲੀਮੈਂਟ 'ਚੋਂ ਜਿਨ੍ਹਾਂ ਦੇ ਸਭ ਤੋਂ ਵੱਧ ਬੰਦੇ, ਉਹਨਾਂ ਦੇ ਹੱਥ 'ਚ ਸੱਤਾ। ਹਾਂ, ਉਹ ਆਪਣੇ 'ਚੋਂ ਕਿਸੇ ਇੱਕ ਬੰਦੇ ਨੂੰ ਕਹਿਣਗੇ ਕਿ ਜਨਾਬ ਤੂੰ ਥੋੜ੍ਹਾ ਜਿਹਾ ਉੱਪਰ ਉੱਠ ਜਾ, ਤੂੰ ਵੱਡਾ ਸਾਰਿਆਂ 'ਚੋਂ, ਅਸੀਂ ਤੈਨੂੰ ਚੁਣਦੇ ਹਾਂ। ਹੁਣ ਜੇ ਮੰਨ ਲਓ ਇੱਕ ਜਿਹੜੀ ਪਾਰਟੀ ਦੇ 300 ਬੰਦੇ ਆ, ਉਹ ਜਿੱਤੂਗੀ। ਹੁਣ 300 ਦੇ 302 ਦੇਸ਼ ਥੋੜ੍ਹਾ ਚਲਾ ਸਕਦੇ ਆ। ਉਹ 300 ਆਪਣੇ 'ਚੋਂ ਇੱਕ ਲੀਡਰ ਆਪਣਾ ਚੁਣ ਲੈਣਗੇ। ਆਪਾਂ ਤਾਂ ਨਹੀਂ ਚੁਣਿਆ ਉਹਨੂੰ, ਵੀ ਆਪਾਂ ਤਾਂ ਨਹੀਂ ਚੁਣਿਆ ਉਸ ਬੰਦੇ ਨੂੰ। ਉਹ ਆਪਣੇ ਵਿੱਚੋਂ ਇੱਕ ਲੀਡਰ ਚੁਣ ਲੈਣਗੇ ਕਿ ਬਈ ਚਲਾਵਾਂਗੇ ਤੇ ਆਪਾਂ ਹੀ ਦੇਸ਼, ਪਰ ਸਾਡੇ ਵਿੱਚੋਂ 300 'ਚ ਤੂੰ ਘੈਂਟ ਆ, ਤੂੰ ਮਾੜਾ ਜਿਹਾ ਮਾਰਗਦਰਸ਼ਨ ਕਰ। ਇਸ ਸਿਸਟਮ ਨੂੰ ਕਹਿੰਦੇ ਆ। ਇਹਦੇ 'ਚ ਅਸੀਂ ਪ੍ਰਾਈਮ ਮਿਨਿਸਟਰ ਚੁਣਿਆ ਹੈ ਕਿ ਆਪਣੀ ਪਾਰਲੀਮੈਂਟ ਚੁਣੀ ਆ? ਅਸੀਂ ਤਾਂ ਪਾਰਲੀਮੈਂਟ ਹੀ ਚੁਣੀ ਆ। ਉਹ ਪਾਰਲੀਮੈਂਟ ਦੇ ਵਿੱਚੋਂ ਜਿੱਤੀ ਹੋਈ ਪਾਰਟੀ ਨੇ ਆਪਣਾ ਲੀਡਰ ਚੁਣ ਲਿਆ। ਯਾਰ ਮੈਂ ਕੀ ਲੈਣਾ ਉਹਦੇ ਤੋਂ? ਲੋਕ ਪ੍ਰਾਈਮ ਮਿਨਿਸਟਰ ਨਹੀਂ ਚੁਣਦੇ ਕਦੇ ਵੀ। ਲੋਕ ਕਦੇ ਵੀ ਪ੍ਰਾਈਮ ਮਿਨਿਸਟਰ ਨਹੀਂ ਚੁਣਦੇ। ਲੋਕ ਤਾਂ ਆਪੋ ਆਪਣਾ ਸੰਸਦ ਦਾ ਮੈਂਬਰ ਚੁਣਦੇ ਆ। ਇਸ ਪ੍ਰਣਾਲੀ ਨੂੰ ਕਹਿੰਦੇ ਆ ਸੰਸਦੀ ਪ੍ਰਣਾਲੀ, ਪਾਰਲੀਮੈਂਟਰੀ ਸਿਸਟਮ। ਤੇ ਇੱਕ ਗੱਲ ਯਾਦ ਰੱਖਿਓ, ਉਹ ਬੰਦਾ ਡਿਕਟੇਟਰ ਨਹੀਂ ਹੋ ਸਕਦਾ ਕਦੇ ਵੀ। ਕਿਉਂ? ਉਹ ਬੰਦੇ ਨੂੰ ਪਤਾ ਕਿ ਮੈਨੂੰ ਉਹ 300 ਜਾਣਿਆਂ ਨੇ ਚੁਣਿਆ ਹੈ। ਜਿਸ ਦਿਨ ਸੰਸਦ 'ਚ ਉਹਨਾਂ 300 ਜਾਣਿਆਂ ਨੇ ਕਹਿਤਾ ਕਿ ਇਹ ਅਸੀਂ ਨਹੀਂ ਤੈਨੂੰ ਮੰਨਦੇ, 2 ਸਾਲ ਬਾਅਦ ਵੀ ਉਹਨੂੰ ਉਤਾਰ ਸਕਦੇ ਆ। ਹਾਂ, ਉਹ ਅੱਡ ਗੱਲ ਆ ਕਿ ਅੱਜ ਲੋਕ ਮਜ਼ਾਕ 'ਚ ਕਹਿ ਦਿੰਦੇ ਆ ਕਿ ਜਦੋਂ ਦੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਆ, ਸਾਡਾ ਦੇਸ਼ ਹੈ ਤਾਂ ਪਾਰਲੀਮੈਂਟਰੀ ਸਿਸਟਮ, ਬਟ ਉਹ ਜਿਹੜਾ ਬੰਦਾ ਲੀਡਰ ਹੁੰਦਾ ਨਾ, ਉਹ ਆਪਣੇ ਆਪ 'ਚ ਐਡਾ ਤਗੜਾ ਗਲਾਵਾਂ ਫੜ ਕੇ ਰੱਖਦਾ ਬਾਕੀਆਂ ਦਾ ਕਿ ਉਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਵਾਲੀ ਫੀਲਿੰਗ ਲੈ ਰਿਹਾ। ਸਾਡੇ BR ਅੰਬੇਦਕਰ ਸਾਹਿਬ ਨੇ ਜਦੋਂ ਸਾਨੂੰ ਸੰਸਦੀ ਪ੍ਰਣਾਲੀ, ਪਾਰਲੀਮੈਂਟਰੀ ਸਿਸਟਮ ਦਿੱਤਾ ਸੀ ਨਾ, ਉਹ ਕਹਿੰਦਾ ਮੈਂ ਇਹ ਗੱਲ ਕਦੇ ਬਰਦਾਸ਼ਤ ਨਹੀਂ ਕਰੂੰਗਾ ਕਿ ਪ੍ਰੈਜ਼ੀਡੈਂਸ਼ੀਅਲ ਸਿਸਟਮ ਸਾਡੇ ਦੇਸ਼ 'ਚ ਹੋਵੇ, ਕਿਉਂਕਿ ਮੰਨਿਆ ਕਿ ਇੱਕ ਮਜ਼ਬੂਤ ਰਾਸ਼ਟਰਪਤੀ ਆਊਗਾ, ਉਹ ਬੜਾ ਵਿਕਾਸ ਕਰ ਜੂਗਾ ਸਾਡਾ। ਪਰ ਸਾਨੂੰ ਮਜ਼ਬੂਤ ਰਾਸ਼ਟਰਪਤੀ ਦੀ ਲੋੜ ਨਹੀਂ ਗੀ। ਸਾਨੂੰ ਇੱਕ ਅਜਿਹੇ ਰਾਸ਼ਟਰਪਤੀ ਦੀ, ਇਹੋ ਜਿਹੇ ਸਿਸਟਮ ਦੀ ਲੋੜ ਆ ਜਿਹਦੇ 'ਚ ਦਬਲੇ ਕੁਚਲੇ ਸਭ ਨੂੰ ਬਰਾਬਰ ਲੈ ਕੇ ਚੱਲਿਆ ਜਾਵੇ। ਤੇ ਦਬਿਆਂ ਕੁਚਲਿਆਂ ਨੂੰ ਬਰਾਬਰ ਤਾਂ ਹੀ ਲੈ ਕੇ ਚੱਲਿਆ ਜਾ ਸਕਦਾ ਹੈ ਜੇ ਸੰਸਦੀ ਪ੍ਰਣਾਲੀ ਹੋਊਗੀ, ਪਾਰਲੀਮੈਂਟਰੀ ਸਿਸਟਮ ਹੋਊਗਾ, ਜਿਹਦੇ 'ਚ ਤੁਹਾਨੂੰ ਪਤਾ ਹੋਊਗਾ ਕਿ ਹਰ ਹਲਕੇ 'ਚੋਂ ਜਿੱਤੇ ਹੋਏ ਮੈਂਬਰਾਂ ਦੀ ਵੈਲਿਊ ਆ। ਨਹੀਂ ਤਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ 'ਚ ਤਾਂ ਇੱਕ ਰਾਜਾ ਏ, ਕੀ ਪਤਾ ਉਹ ਇੱਧਰਲੇ ਲੋਕਾਂ ਨੇ ਜਿਤਾਤਾ ਜਾਂ ਇੱਧਰਲਿਆਂ ਨੇ ਜਿਤਾਤਾ, ਕੀ ਪਤਾ ਲੱਗਣਾ।
ਸੋ ਇਹ ਕਹਾਣੀ ਬਹੁਤ ਇੰਪੋਰਟੈਂਟ ਆ। ਸੋ ਪਾਰਲੀਮੈਂਟਰੀ ਸਿਸਟਮ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ, ਇਹਨਾਂ ਦੋਵਾਂ ਸਿਸਟਮਾਂ 'ਚ ਸੰਸਦੀ ਪ੍ਰਣਾਲੀ ਤੇ ਰਾਸ਼ਟਰਪਤੀ ਪ੍ਰਣਾਲੀ, ਇਹਨਾਂ ਦੋਵਾਂ ਪ੍ਰਣਾਲੀਆਂ ਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਨਿਕਲ ਕੇ ਸਾਹਮਣੇ ਆਈ ਆ ਕਿ ਲੋਕ ਆਪ ਸੱਤਾ 'ਚ ਨਹੀਂ ਆਉਂਦੇ, ਲੋਕ ਆਪਣੇ ਰਿਪਰੈਜ਼ੈਂਟੇਟਿਵਸ, ਆਪਣੇ ਨੁਮਾਇੰਦਿਆਂ ਨੂੰ ਸੱਤਾ ਕਰਨ ਵਾਸਤੇ ਭੇਜਦੇ ਆ। ਦੈਟਸ ਵਾਈ ਇਹਨੂੰ ਕਿਹੜਾ ਲੋਕਤੰਤਰ ਕਹਿੰਦੇ ਆ? ਇਨਡਾਇਰੈਕਟ ਡੈਮੋਕ੍ਰੇਸੀ, ਅਪ੍ਰਤੱਖ ਲੋਕਤੰਤਰ। ਠੀਕ ਆ, ਕਿਸੇ ਵੀ ਪ੍ਰਕਾਰ ਦਾ ਹੋਵੇ ਸਾਡਾ ਦੇਸ਼, ਕਿਸੇ ਨਾ ਕਿਸੇ ਪ੍ਰਕਾਰ ਦਾ ਲੋਕਤੰਤਰ ਤਾਂ ਹੈ ਹੀ ਆ। ਮੰਨਦੇ ਹੋ ਇਹ ਗੱਲ ਕਿ ਨਹੀਂ? ਉਹ ਮੰਨਦੇ ਹੋ ਆ ਗੱਲ? ਇਟ ਮੀਨਸ ਅਸੀਂ ਵਚਨਬੱਧ ਹਾਂ ਆਪਣੇ ਦੇਸ਼ ਨੂੰ ਪ੍ਰਭੂ ਸੰਪੰਨ, ਲੋਕਤੰਤਰ ਤੇ ਰਿਪਬਲਿਕ, ਗਣਰਾਜ। ਹੁਣ ਤੀਸਰਾ ਸ਼ਬਦ ਆ ਗਿਆ ਗਣਰਾਜ। ਵਟ ਇਜ਼ ਮੀਨਿੰਗ ਆਫ ਰਿਪਬਲਿਕ? ਰਿਪਬਲਿਕ ਹੋਣ ਦਾ ਕੀ ਮਤਲਬ ਆ? ਕਿਸੇ ਦੇਸ਼ ਦੇ ਗਣਰਾਜ ਹੋਣ ਦਾ ਕੀ ਮਤਲਬ ਆ? ਹੁਣ ਮਸਲਾ ਇੱਥੇ ਖੜ ਗਿਆ ਕਿ ਗਣਰਾਜ ਦਾ ਮਤਲਬ ਲੋਕਤੰਤਰ ਨਾਲ ਕਦੇ ਹੁੰਦਾ ਹੀ ਨਹੀਂ, ਭੁਲੇਖੇ 'ਚ ਨਾ ਪੈ ਜਿਓ। ਰਿਪਬਲਿਕ ਹੋਣ ਦਾ ਮਤਲਬ ਆ ਤੁਹਾਡੇ ਦੇਸ਼ ਦਾ ਮੁਖੀਆ ਚੁਣਿਆ ਹੋਇਆ ਹੋਵੇ, ਤੁਹਾਡੇ ਦੇਸ਼ ਦਾ ਮੁਖੀਆ ਚੁਣਿਆ ਹੋਇਆ ਹੋਵੇ। ਕੋਈ ਦੱਸੂਗਾ ਸਾਡੇ ਦੇਸ਼ ਦਾ ਮੁਖੀਆ ਕੌਣ ਆ? ਤੇ ਯਾਦ ਰੱਖਿਓ, ਮੁਖੀਆ ਉਹ ਸ਼ਖਸ ਹੁੰਦਾ ਜਿੰਦੇ ਆਉਣ ਤੇ ਤੁਸੀਂ ਸਾਰੇ ਖੜੇ ਹੋ ਜਾਂਦੇ ਹੋ। ਉਹ ਅੱਡ ਗੱਲ ਆ। ਕਈ ਵਾਰੀ ਆਪਾਂ ਕਹਿ ਨਹੀਂ ਦਿੰਦੇ ਹੁੰਦੇ ਆਪਣੇ ਰਿਸ਼ਤੇਦਾਰਾਂ ਨੂੰ ਕਿ ਸਾਡੇ ਘਰੇ ਰਿਸ਼ਤੇਦਾਰਾਂ ਦੇ ਆਉਣ ਤੇ ਸਾਡਾ ਦਾਦੇ ਦਾ ਸਾਰਾ ਇੱਜ਼ਤ ਕਰਦੇ ਆ, ਉਹ ਪਰ ਸਾਨੂੰ ਪਤਾ ਦਾਦੇ ਨੂੰ ਪੁੱਛਦਾ ਕੌਣ ਆ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਦਾਦਾ ਸਾਡਾ ਮੁਖੀਆ ਏ, ਬੇਸ਼ੱਕ ਉਹਦੀ ਚੱਲੇ ਚਾਹੇ ਨਾ ਚੱਲੇ, ਬੇਸ਼ੱਕ ਉਹਦੀ ਚੱਲੇ ਚਾਹੇ ਨਾ ਚੱਲੇ, ਇਹ ਵੱਖਰੀ ਗੱਲ ਆ, ਉਹਨੂੰ ਆਪਾਂ ਮੁਖੀਆ ਕਹਿੰਦੇ ਆ। ਸਾਡੇ ਦੇਸ਼ ਦਾ ਮੁਖੀਆ ਕੌਣ ਆ? ਪ੍ਰੈਜ਼ੀਡੈਂਟ ਆਫ ਇੰਡੀਆ। ਇੰਗਲੈਂਡ ਦਾ ਮੁਖੀਆ ਕੌਣ ਆ? ਇੰਗਲੈਂਡ ਦੀ ਰਾਣੀ। ਬੇਸ਼ੱਕ ਚੱਲੇ ਨਾ ਚੱਲੇ, ਰਿਪਬਲਿਕ ਹੋਣ ਵਾਸਤੇ ਮੁਖੀਆ ਸ਼ਬਦ ਯੂਜ਼ ਹੋ ਰਿਹਾ ਇੱਥੇ। ਤੇ ਯੂਕੇ ਰਿਪਬਲਿਕ ਹੈ ਆ? ਨਹੀਂ, ਉੱਥੋਂ ਦੀ ਰਾਣੀ ਵੰਸ਼ ਦੇ ਵਿੱਚੋਂ ਚੁਣੀ ਜਾ ਰਹੀ ਆ। ਕੀ ਇੰਡੀਆ ਰਿਪਬਲਿਕ ਆ? ਇੰਡੀਆ ਦਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ। ਤੁਸੀਂ ਕਹੋਗੇ ਸਰ ਮੈਂ ਤਾਂ ਕਦੀ ਨਹੀਂ ਵੋਟ, ਯਾਰ ਤੁਸੀਂ ਕਿਉਂ ਵੋਟ ਪਾ ਕੇ ਆਓਗੇ? ਇੰਡੀਆ ਦੇ ਰਾਸ਼ਟਰਪਤੀ ਨੂੰ ਸਾਡੇ MLA ਤੇ MP ਵੋਟਾਂ ਪਾ ਕੇ ਚੁਣਦੇ ਆ। ਅਮਰੀਕਾ ਦਾ ਰਾਸ਼ਟਰਪਤੀ ਵੀ ਚੁਣਿਆ ਜਾਂਦਾ ਹੈ, ਉਹ ਤਾਂ ਸੁਣਿਆ ਹੀ ਡਾਇਰੈਕਟ ਜਾਂਦਾ ਹੈ, ਉਹ ਤਾਂ ਲੋਕਤੰਤਰ ਦਾ ਹੀ ਪ੍ਰਤੀਕ ਹੋਇਆ। ਚਾਈਨਾ ਦੇ ਵਿੱਚ ਵੀ ਰਾਸ਼ਟਰਪਤੀ ਚੁਣਿਆ ਜਾਂਦਾ ਹੈ। ਬੇਸ਼ੱਕ ਚਾਈਨਾ 'ਚ ਡੈਮੋਕ੍ਰੇਸੀ ਨਹੀਂ ਹੈਗੀ, ਉੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਕੰਮ ਕਰਦੀ, ਪਰ ਉਹ ਪਤਾ ਕੀ ਪਖੰਡ ਕਰਦੇ ਆ? ਉੱਥੋਂ ਦੇ ਰਾਸ਼ਟਰਪਤੀ ਨੂੰ ਚੁਣਨ ਵਾਸਤੇ ਨਾ 800 ਕੁ ਜਾਣਿਆਂ ਦੀ ਟੀਮ ਹੈ ਇੱਕ, ਉਹ ਵੋਟਾਂ ਪਾਉਂਦੀ ਹੈ ਬਸ। ਐਡੀ ਚਾਈਨਾ ਦੀ ਆਬਾਦੀ 'ਚੋਂ 800 900 ਪਤਾ ਨਹੀਂ 1000 ਹੋਣਗੇ ਜਾਂ 8000 ਹੋਣਗੇ, 10,000 20,000 ਹੋਣਗੇ ਹੱਦ, ਇੰਨੇ ਕੁ ਜਾਣੇ ਵੋਟ ਪਾ ਕੇ ਉੱਥੋਂ ਦਾ ਰਾਸ਼ਟਰਪਤੀ ਚੁਣਦੇ ਆ। ਇੰਨੇ ਨਾਲ ਹੀ ਉਹ ਰਿਪਬਲਿਕ ਬਣ ਗਏ। ਤੇ ਕੈਨੇਡਾ ਰਿਪਬਲਿਕ ਨਹੀਂ ਗਾ, ਕਿਉਂਕਿ ਕੈਨੇਡਾ ਦਾ ਜਿਹੜਾ ਰਾਸ਼ਟਰਪਤੀ ਆ ਉਹਨੂੰ ਉਹ ਗਵਰਨਰ ਜਨਰਲ ਕਹਿੰਦੇ ਆ। ਉਹ ਅੱਜ ਵੀ ਇੰਗਲੈਂਡ ਦੀ ਸੰਸਦ ਨਿਯੁਕਤ ਕਰਕੇ ਭੇਜਦੀ ਆ। ਰਿਪਬਲਿਕ ਨਾ ਹੋਣਾ ਕਦੇ ਵੀ ਮਾੜਾ ਨਹੀਂ ਹੁੰਦਾ, ਕੋਈ ਟੱਕਰ ਵਾਲੀ ਗੱਲ ਨਹੀਂ ਹੁੰਦੀ ਰਿਪਬਲਿਕ ਨਾਲ। ਹਾਂ, ਕੀ ਨਾ ਹੋਣਾ ਮਾੜਾ ਹੁੰਦਾ ਏ? ਡੈਮੋਕ੍ਰੈਟਿਕ, ਲੋਕਤੰਤਰਿਕ ਨਾ ਹੋਣਾ। ਯੂਕੇ ਲੋਕਤੰਤਰਿਕ ਆ। ਕਿਵੇਂ ਲੋਕਤੰਤਰਿਕ ਆ? ਯੂਕੇ ਦੇ ਵਿੱਚ ਸੱਤਾ ਰਾਣੀ ਦੇ ਹੱਥ 'ਚ ਥੋੜਾ ਹੈ, ਸੱਤਾ ਕਿਹਦੇ ਹੱਥ 'ਚ ਆ? ਪ੍ਰਧਾਨ ਮੰਤਰੀ ਦੇ। ਤੇ ਪ੍ਰਧਾਨ ਮੰਤਰੀ ਤਾਂ ਜਾਂ ਐ ਤੇ ਜਾਂ ਐ ਤੇ ਜਾਂ ਐ, ਕਿਸੇ 3 ਤਰੀਕਿਆਂ 'ਚੋਂ ਕਿਸੇ ਨਾਲ ਤਾਂ ਚੁਣਿਆ ਹੀ ਜਾ ਰਿਹਾ ਹੈ। ਉੱਥੇ ਚੁਣਿਆ ਜਾਂਦਾ ਹੈ ਪਾਰਲੀਮੈਂਟਰੀ ਸਿਸਟਮ ਨਾਲ, ਅਮਰੀਕਾ 'ਚ ਚੁਣਿਆ ਜਾਂਦਾ ਹੈ ਪ੍ਰੈਜ਼ੀਡੈਂਸ਼ੀਅਲ ਸਿਸਟਮ ਨਾਲ। ਸਵੀਡਨ, ਸਵਿਟਜ਼ਰਲੈਂਡ ਵਰਗੇ ਛੋਟੇ ਛੋਟੇ ਦੇਸ਼ ਆ ਜਾਂ ਹੋਰ ਛੋਟੇ ਮੋਟੇ ਟਾਪੂ ਆ, ਉਹਨਾਂ 'ਚ ਡਾਇਰੈਕਟ ਡੈਮੋਕ੍ਰੇਸੀ ਹੈ। ਜੇ ਕਦੀ ਵੀ ਇਹ ਦੇਖਣਾ ਹੈ ਕਿ ਸਾਊਦੀ ਅਰਬ ਡੈਮੋਕ੍ਰੇਸੀ ਹੈਗਾ ਕਿ ਨਹੀਂ, ਚੈੱਕ ਕਰ ਲਿਓ। ਇਹਨਾਂ ਤਿੰਨਾਂ 'ਚੋਂ ਕਿਸੇ ਤਰੀਕੇ ਦੀਆਂ ਵੋਟਾਂ ਨਹੀਂ ਉੱਥੇ ਪੈਂਦੀਆਂ ਲੋਕਾਂ ਦੀਆਂ। ਚਾਈਨਾ ਡੈਮੋਕ੍ਰੇਸੀ ਨਹੀਂ ਗਾ, ਆਮ ਲੋਕਾਂ ਦੀਆਂ ਵੋਟਾਂ ਪੈਂਦੀਆਂ ਨਹੀਂ ਉੱਥੇ ਲੋਕਤੰਤਰਿਕ ਤਰੀਕੇ ਨਾਲ। ਇਹਦਾ ਮਤਲਬ ਕੋਈ ਡੈਮੋਕ੍ਰੇਸੀ ਨਹੀਂ। ਪਰ ਚਾਈਨਾ ਰਿਪਬਲਿਕ ਆ। ਸਾਊਦੀ ਅਰਬ ਨਾ ਰਿਪਬਲਿਕ ਆ ਤੇ ਨਾ ਡੈਮੋਕ੍ਰੇਟਿਕ ਆ। ਚਾਈਨਾ ਰਿਪਬਲਿਕ ਤਾਂ ਹੈਗਾ ਹੈ ਪਰ ਡੈਮੋਕ੍ਰੇਟਿਕ ਨਹੀਂ। ਯੂਕੇ ਤੇ ਆਸਟ੍ਰੇਲੀਆ ਰਿਪਬਲਿਕ ਤਾਂ ਹੈ ਨਹੀਂ ਪਰ ਕੀ ਆ? ਡੈਮੋਕ੍ਰੇਟਿਕ ਆ। ਇੰਡੀਆ ਰਿਪਬਲਿਕ ਵੀ ਆ ਤੇ ਡੈਮੋਕ੍ਰੇਟਿਕ ਵੀ ਆ। ਮੈਂ ਹਰ ਪ੍ਰਕਾਰ ਦੀ ਐਗਜ਼ਾਮਪਲ ਤੁਹਾਨੂੰ ਦੇਤੀ। ਮਤਲਬ ਅਸੀਂ ਭਾਰਤ ਦੇ ਲੋਕ ਮੀਨਸ ਵਟ ਇਜ਼ ਸੋਰਸ ਆਫ ਪਾਵਰ ਟੂ ਆਵਰ ਕੌਨਸਟੀਟਿਊਸ਼ਨ। ਭਾਰਤ ਦੇ ਸੰਵਿਧਾਨ ਵਾਸਤੇ ਊਰਜਾ ਦਾ ਸਰੋਤ ਕੀ ਆ, ਤਾਕਤ ਦਾ ਸਰੋਤ ਕੀ ਆ? ਭਾਰਤ ਦੇ ਲੋਕ। ਵੀ ਦ ਪੀਪਲ ਆਫ ਇੰਡੀਆ ਹੈਵ ਸੋਲਮਨੀ ਟੂ ਮੇਕ ਕੌਨਸਟੀਟਿਊਟ ਇੰਡੀਆ ਇਨਟੂ ਅ। ਅਸੀਂ ਭਾਰਤ ਦੇ ਲੋਕ ਭਾਰਤ ਨੂੰ ਕੀ ਬਣਾਵਾਂਗੇ? ਸੋਵਰਨ। ਹਾਂ, ਹੁਣ ਮੈਂ ਅੱਗੇ ਵੀ ਪੜ੍ਹਾ ਰਿਹਾ। 1976 ਦੇ ਵਿੱਚ ਇੰਦਰਾ ਗਾਂਧੀ ਨੇ ਕੌਨਸਟੀਟਿਊਸ਼ਨ ਨੂੰ ਅਮੈਂਡ ਕੀਤਾ, ਸੋਧਤਾ। ਤੇ ਇੱਕ ਗੱਲ ਯਾਦ ਰੱਖਿਓ ਕਿ ਪ੍ਰੀਐਂਬਲ ਕੌਨਸਟੀਟਿਊਸ਼ਨ ਦਾ ਪਾਰਟ ਹੈ ਕਿ ਨਹੀਂ ਹੈ? ਦੱਸੋ ਵੀ, ਕੀ ਪ੍ਰੀਐਂਬਲ ਕੌਨਸਟੀਟਿਊਸ਼ਨ ਦਾ ਪਾਰਟ ਹੈ ਕਿ ਨਹੀਂ ਹੈ? ਹੁਣ ਇੱਕ ਸਿੰਪਲ ਜਿਹਾ ਸਵਾਲ ਦਾ ਜਵਾਬ ਇਹ ਆ ਕਿ ਜੀ ਕੌਨਸਟੀਟਿਊਸ਼ਨ 'ਚ ਕਿਹਾ ਹੋਇਆ ਹੈ ਕਿ ਆਰਟੀਕਲ 368, ਅੱਗੇ ਜਾ ਕੇ ਮੈਂ ਕਿਹੜਾ ਪੜ੍ਹਾਇਆ ਹਜੇ, ਆਰਟੀਕਲ 368 'ਚ ਕਿਹਾ ਹੋਇਆ ਹੈ ਕਿ ਯੈਸ ਯੂ ਕੈਨ ਅਮੈਂਡ ਐਨੀ ਪਾਰਟ ਆਫ ਕੌਨਸਟੀਟਿਊਸ਼ਨ। ਤੁਸੀਂ ਸੰਵਿਧਾਨ ਦੇ ਕਿਸੇ ਵੀ ਭਾਗ ਨੂੰ ਸੋਧ ਸਕਦੇ ਹੋ, ਕਿਸੇ ਵੀ ਹਿੱਸੇ ਨੂੰ ਸੋਧ ਸਕਦੇ ਹੋ, ਕਿਸੇ ਵੀ ਹਿੱਸੇ ਨੂੰ ਸੋਧ ਸਕਦੇ ਹੋ, ਅਮੈਂਡ ਕਰ ਸਕਦੇ ਹੋ। ਜੇ ਪ੍ਰੀਐਂਬਲ ਅਮੈਂਡ ਹੋ ਗਿਆ ਹੈ,
ਇਹਦਾ ਮਤਲਬ ਇਹ ਵੀ ਪਾਰਟ ਆ ਕਿਹਦਾ ਭਲਾ, ਕੌਨਸਟੀਟਿਊਸ਼ਨ ਦਾ। ਇਹ ਤਾਂ ਗੱਲ ਕਲੀਅਰ ਹੋ ਗਈ। ਪਰ 1950 ਤੋਂ ਲੈ ਕੇ 1976 ਤੱਕ ਕੀ ਇਹ ਹਮੇਸ਼ਾ ਹੀ ਪਾਰਟ ਸੀ? ਨਹੀਂ, ਇੱਕ ਵਾਰੀ ਗੜਬੜ ਹੋਈ ਸੀਗੀ, ਉਹ ਬਾਅਦ 'ਚ ਦੱਸੂਗਾ ਮੈਂ। ਇਟ ਮੀਨਸ ਅੱਜ 2023 'ਚ ਮੈਂ ਕਹਾਂ ਤਾਂ ਯੈਸ ਪ੍ਰੀਐਮਬਲ ਇਜ਼ ਅ ਪਾਰਟ ਆਫ ਕੌਨਸਟੀਟਿਊਸ਼ਨ। ਇਸੇ ਕਰਕੇ 1976 'ਚ ਇੰਦਰਾ ਗਾਂਧੀ ਨੇ ਇਹਦੇ 'ਚ 3 ਵਰਡ ਐਡ ਕਰਵਾਏ ਸੀ। ਉਹਨਾਂ 3 ਵਰਡ 'ਚੋਂ 2 ਤਾਂ ਤੁਹਾਡੇ ਸਾਹਮਣੇ ਦੇਸੀ ਗਏ, ਇੱਕ ਥੱਲੇ ਜੇ ਪਿਆ ਹੈ। ਕਿਹੜੇ ਕਿਹੜੇ ਵਰਡ? ਸੋਸ਼ਲਿਸਟ ਤੇ ਸੈਕੂਲਰ। ਸੋਸ਼ਲਿਸਟ ਦਾ ਕੀ ਮਤਲਬ ਆ ਬਈ? ਕੀ? ਸਮਾਜਵਾਦੀ। ਤੇ ਸੈਕੂਲਰ ਦਾ ਧਰਮ ਨਿਰਪੱਖ। ਪਹਿਲਾਂ ਆਪਾਂ ਸੋਸ਼ਲਿਸਟ ਤੇ ਚੱਲੀਏ। ਸਮਾਜਵਾਦ ਕੀ ਹੁੰਦਾ ਹੈ? ਪਹਿਲੀ ਗੱਲ ਇਹ ਆ, ਇਸ ਸ਼ਬਦ ਨੂੰ ਸਮਝਣ ਵਾਸਤੇ ਪਹਿਲਾਂ ਵੱਡੇ ਪੱਧਰ ਤੇ ਕਹਾਣੀ ਛੇੜਦੇ ਹਾਂ, ਫੇਰ ਹੀ ਗੱਲ ਕਰਾਂਗੇ। ਇਸ ਸ਼ਬਦ ਨੂੰ ਆਪਾਂ ਵੱਡੇ ਪੱਧਰ ਤੇ ਲੈ ਕੇ ਚੱਲਦੇ ਹਾਂ। ਖੈਰ ਆ ਜਾਓ, ਇਹ ਦੱਸੋ ਕਹਾਣੀ ਕਲੀਅਰ ਹੋ ਗਈ ਇੱਥੋਂ ਤੱਕ? ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਏ। ਤਾਂ ਖੈਰ ਆਪਾਂ ਆਪਣੇ ਮੁੱਦੇ ਤੇ ਚੱਲੀਏ, ਇਹਨੂੰ ਕਲੀਅਰ ਕਰੀਏ। ਸਮਾਜਵਾਦ ਕੀ ਹੁੰਦਾ ਹੈ? ਪਹਿਲੀ ਗੱਲ, ਸਮਾਜਵਾਦ ਇੱਕ ਆਰਥਿਕ ਵਰਤਾਰਾ ਹੈ। ਵੈਸੇ ਜ਼ਿਆਦਾ ਟਿਪੀਕਲ ਲੱਗੀ ਹੋਊਗੀ ਪੰਜਾਬੀ, ਮੈਂ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ। ਇੱਕ ਇਕਨੋਮਿਕਸ ਦੀ ਟਰਮ ਆ ਸੋਸ਼ਲਿਜ਼ਮ। ਵਜ੍ਹਾ ਕਿਉਂ ਕਿਹਾ ਮੈਂ ਕਿ ਇਹ ਇਕਨੋਮਿਕਸ ਦੀ ਟਰਮ ਆ? ਅਸਲ ਦੇ ਵਿੱਚ ਨਾ ਦੁਨੀਆ 'ਚ ਜਦੋਂ ਵੀ ਮਸਲਾ ਛਿੜਦਾ ਇਹਦਾ ਆਪਣਾ ਇਸ ਚੀਜ਼ ਦਾ ਕਿ ਪੈਸਾ ਕਿਹਦੇ ਹੱਥ 'ਚ ਹੋਣਾ ਚਾਹੀਦਾ ਹੈ, ਤਾਂ ਦੁਨੀਆ ਆਪਣੇ ਆਪ ਨੂੰ ਸਮਾਜਵਾਦ ਜਾਂ ਪੂੰਜੀਵਾਦ ਵਿੱਚ, ਜਾਣੀ ਕਿ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ ਕੈਪੀਟਲਿਜ਼ਮ 'ਚ ਵੰਡ ਲੈਂਦੀ ਆ। ਆਖਰ ਮੈਂ ਕਹਿਣਾ ਕੀ ਚਾਹੁੰਦਾ, ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ। ਕਹਿੰਦੇ ਇਹ ਗੱਲ ਉਦੋਂ ਦੀ ਆ ਜਦੋਂ ਦੁਨੀਆ ਨੂੰ ਕੁਛ ਵੀ ਨਹੀਂ ਸੀ ਪਤਾ ਕਿ ਵਾਟ ਇਜ਼ ਕੈਪੀਟਲਿਜ਼ਮ ਐਂਡ ਵਾਟ ਇਜ਼ ਸੋਸ਼ਲਿਜ਼ਮ। ਇਹ ਗੱਲ 17ਵੀਂ ਸਦੀ ਦੇ ਅਰਾਊਂਡ ਦੀ ਆ। 17th ਸੈਂਚੁਰੀ ਦੇ ਅਰਾਊਂਡ ਤੋਂ ਬਾਅਦ, 17ਵੀਂ ਸੈਂਚੁਰੀ ਤੋਂ ਬਾਅਦ ਯੂਰਪ ਸਮਝਦੇ ਹੋ ਨਾ, ਯੂਰਪ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ 'ਤੇ ਉਦਯੋਗਿਕ ਕ੍ਰਾਂਤੀ ਆਈ। ਉੱਥੇ ਵੱਡੇ ਵੱਡੇ ਕਾਰਖਾਨੇ ਖੁੱਲ੍ਹੇ। ਉੱਥੋਂ ਦੇ ਰਾਜਿਆਂ ਦੇ ਮੱਥਿਆਂ 'ਤੇ ਪਸੀਨੇ ਆ ਗਏ ਕਿ ਜੇ ਲੋਕਾਂ ਦੇ ਕਾਰਖਾਨੇ ਖੁੱਲ੍ਹ ਗਏ, ਇਹਨਾਂ ਕੋਲ 4 ਪੈਸੇ ਆ ਗਏ, ਇਹਨਾਂ ਕੋਲ ਚਵਾਨੀਆਂ ਠਿਆਨੀਆਂ ਆ ਗਈਆਂ। ਇਹ ਚਵਾਨੀਆਂ ਠਿਆਨੀਆਂ ਵਾਲੇ ਹੁਣ ਨੋਟਾਂ 'ਚ ਖੇਡਣਗੇ, ਇਹਨਾਂ ਕੋਲ 2-2 ਹਜ਼ਾਰ ਰੁਪਈਆ ਇਹਨਾਂ ਦੀ ਜੇਬ 'ਚ ਹੋਊਗਾ, ਇਹਨਾਂ ਨੇ ਸਾਨੂੰ ਕੀ ਸਮਝਣਾ। ਤਾਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਉਦਯੋਗਿਕ ਕ੍ਰਾਂਤੀ ਨੂੰ ਜਾਂ ਤਾਂ ਦੱਬ ਦਿੱਤਾ ਜਾਵੇ ਜਾਂ ਆਪਣੇ ਹੱਥਾਂ 'ਚ ਲਿਆ ਜਾਵੇ। ਉਹਨਾਂ ਸਮਿਆਂ ਦੇ ਵਿੱਚ ਫਿਰ ਇੱਕ ਥਿੰਕਰ ਪੈਦਾ ਹੋਇਆ ਜਿਹਨੂੰ ਅਸੀਂ ਅਰਥ ਸ਼ਾਸਤਰ ਦੇ ਪਿਤਾਮਾ ਦੇ ਤੌਰ 'ਤੇ ਜਾਣਦੇ ਹਾਂ। ਨਾਮ ਸੀ ਐਡਮ ਸਮਿਥ। ਫਿਰ ਉਹਨੇ ਇੱਕ ਥਿਊਰੀ ਦਿੱਤੀ ਪੂੰਜੀਵਾਦ ਦੀ, ਕੈਪੀਟਲਿਜ਼ਮ ਦੀ। ਉਹਨੇ ਕਿਤਾਬ ਲਿਖੀ ਸੀ ਵੈਲਥ ਆਫ ਨੇਸ਼ਨਜ਼। ਉਸ ਕਿਤਾਬ 'ਚ ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਇੱਕ ਗੱਲ ਆ, ਹੁਣ ਤੁਸੀਂ ਵਹਿਮ ਕੱਢ ਦਿਓ ਕਿ ਤੁਹਾਡੇ ਹੱਥ 'ਚ ਕੁਛ ਰਹੂਗਾ। ਤੁਸੀਂ ਫਿਊਡਲਸ, ਭਾਵ ਤੁਸੀਂ ਰਾਜਸ਼ਾਹੀ ਕਰਨ ਵਾਲੇ ਲੋਕੋ, ਯੂ ਫਿਊਡਲਸ, ਤੁਸੀਂ ਰਾਜਸ਼ਾਹੀ ਕਰਨ ਵਾਲੇ ਲੋਕੋ ਆਪਣੇ ਅਕਲ 'ਤੇ ਹੱਥ ਮਾਰੋ ਅਤੇ ਹੁਣ ਲੋਕਾਂ ਨੂੰ ਫੈਕਟਰੀ ਸਿਸਟਮ 'ਚ ਆਉਣ ਲੈਣ ਦਿਓ, ਰੋਕੋ ਨਾ ਕਿਸੇ ਨੂੰ। ਫਿਰ ਰਾਜਿਆਂ ਨੇ ਜਾ ਕੇ ਐਡਮ ਸਮਿਥ ਨੂੰ ਪੁੱਛਿਆ ਹੀ ਹੋਣਾ ਕਿ ਫਿਰ ਅਸੀਂ ਕੀ ਕਰੀਏ ਹੁਣ। ਕਹਿੰਦਾ ਹੁਣ ਤੁਸੀਂ ਰਾਜੇ ਨਹੀਂ ਰਹੋਗੇ, ਕਹਿੰਦੇ ਪਰ ਸਾਡੀ ਤਾਂ ਅਮੀਰ ਰਹਿਣ ਦੀ ਜਾਂ ਪਾਵਰਫੁੱਲ ਰਹਿਣ ਦੀ ਉਹ ਲਾਲਸਾ ਹੈ। ਕਹਿੰਦਾ ਫਿਰ ਇੱਕ ਕੰਮ ਕਰੋ, ਇਹ ਜਿਹੜੇ ਲੋਕ ਫੈਕਟਰੀਆਂ 'ਚ ਆਪਣੀਆਂ ਮਸ਼ੀਨਾਂ ਲਾ ਰਹੇ ਆ, ਇਹਨਾਂ ਮਸ਼ੀਨਾਂ ਨੂੰ ਬਣਾਉਣ ਦਾ ਖਰਚਾ ਆਊਗਾ ਕਿ ਨਹੀਂ ਆਊਗਾ? ਜੋ ਵੀ ਕੁਛ ਬਣ ਰਿਹਾ ਇਹਨਾਂ ਫੈਕਟਰੀਆਂ ਵਾਸਤੇ ਕਾਮੇ ਮਜ਼ਦੂਰ ਵੀ ਇਕੱਠੇ ਕਰਨੇ ਪੈਣਗੇ। ਇਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ। ਜਿਹੜੇ ਆ ਲੋਕ ਰਿਸਰਚ ਕਰ ਰਹੇ ਆ, ਇਨਵੈਂਸ਼ਨਸ ਕਰ ਰਹੇ ਆ, ਸਟੀਮ ਇੰਜਨ ਦੀ ਖੋਜ ਕਰ ਰਹੇ ਆ, ਇਹਨਾਂ ਕੋਲ ਪੈਸਾ ਥੋੜ੍ਹਾ ਹੈ। ਪੈਸਾ ਤੁਸੀਂ ਲਾਓ, ਤੁਸੀਂ ਇੰਨਾ ਪੈਸਾ ਲਾਓ, ਇਹ ਆਪਣਾ ਕੰਮ ਕਰਨਗੇ, ਤੁਸੀਂ ਪੈਸਾ ਲਾਓ, ਤੁਸੀਂ ਇਹਨਾਂ ਦੇ ਇਨਵੈਸਟਰ ਬਣੋ। ਕਹਿੰਦਾ ਹੁਣ ਅਤੇ ਰੱਜ ਕੇ ਪੈਸਾ ਕਮਾਓ, ਨਾਲੇ ਤੁਸੀਂ ਕਮਾਓ, ਨਾਲੇ ਜਿਹੜਾ ਬੰਦਾ ਤੁਹਾਡੇ ਲਈ ਕੁਛ ਕਰ ਰਿਹਾ ਉਹ ਕਮਾਊਗਾ। ਆਮ ਜਨਤਾ ਨੂੰ ਤਾਂ ਚੀਜ਼ਾਂ ਦੀ ਲੋੜ ਆ, ਜਦੋਂ ਚੀਜ਼ਾਂ ਖਰੀਦੂਗੀ ਤੁਹਾਡੇ ਕੋਲ ਤਾਂ ਪੈਸਾ ਆ ਹੀ ਜਾਊਗਾ। ਇਟ ਮੀਨਸ ਤੁਸੀਂ ਆਪਣਾ ਕਿਰਦਾਰ ਬਦਲ ਲਓ। ਸੋ ਇਹਦੇ ਦੇ ਵਿੱਚ ਉਹਨੇ ਇੱਕ ਕਨਸੈਪਟ ਕਿਹਾ, ਕਹਿੰਦਾ ਤੁਸੀਂ ਜਿਹੜੀ ਡਿਮਾਂਡ ਪੈਦਾ ਹੋ ਰਹੀ ਹੈ ਨਾ ਚੀਜ਼ਾਂ ਦੀ, ਇਹਨੂੰ ਰੋਕੋ ਨਾ, ਇਸ ਡਿਮਾਂਡ ਦੀ ਪੂਰਤੀ ਕਰੋ ਸਪਲਾਈ ਕਰ ਕਰਕੇ। ਇਹਨੂੰ ਰੋਕ ਨਹੀਂ ਸਕਦੇ, ਇਹ ਬਗਾਵਤ ਹੋ ਜੂਗੀ ਨਹੀਂ ਤਾਂ। ਸੋ ਇਹ ਗੱਲ ਬੜੇ ਵਧੀਆ ਤਰੀਕੇ ਨਾਲ ਸਮਝ ਆ ਗਈ ਕਿਹਦੀ? ਐਡਮ ਸਮਿਥ ਦੀ, ਰਾਜਿਆਂ ਨੂੰ। ਤਾਂ ਰਾਜਿਆਂ ਨੇ ਆਪਣੇ ਆਪ ਨੂੰ ਇਨਵੈਸਟਰਸ ਦੇ ਤੌਰ 'ਤੇ ਪੇਸ਼ ਕੀਤਾ। ਤਾਂ ਇੱਥੋਂ ਇੱਕ ਖੇਡ ਨਵੀਂ ਨਿਕਲ ਕੇ ਆਈ, ਪੂੰਜੀਵਾਦ, ਕੈਪੀਟਲਿਜ਼ਮ। ਮਤਲਬ ਇਹ ਕਿ ਤੁਸੀਂ ਡਿਮਾਂਡ ਅਤੇ ਸਪਲਾਈ ਨੂੰ ਕਦੇ ਵੀ ਤੋੜ ਨਹੀਂ ਸਕਦੇ, ਤੋੜੋਗੇ ਤਾਂ ਬਗਾਵਤ ਹੋਊਗੀ। ਸੋ ਇਹ ਕੈਪੀਟਲਿਜ਼ਮ ਦੇ ਸਿਧਾਂਤ ਵਿੱਚ ਕੀ ਹੋਇਆ, ਲੱਗਾ ਤਾਂ ਐਵੇਂ ਸੀਗਾ ਕਿ ਹਾਂ ਹਰ ਇੱਕ ਉਹ ਬੰਦਾ ਜਿਹੜਾ ਦਿਮਾਗੀ ਆ, ਕਾਢੀ ਆ, ਉਹ ਬੰਦਾ ਪੈਸੇ ਕਮਾ ਸਕਦਾ ਹੋਊਗਾ। ਪਰ ਹੌਲੀ ਹੌਲੀ ਰਾਜਿਆਂ ਨੇ ਅਤੇ ਇੰਟਰਪ੍ਰੈਨਿਓਰਸ ਨੇ
ਜਿਹੜੇ ਆ ਥੋੜੇ ਬਹੁਤੇ ਸਟਾਰਟਅਪ ਵਾਲੇ ਹੁੰਦੇ ਆ, ਇਹਨਾਂ ਨੇ ਮਿਲ ਕੇ ਆਪਸ 'ਚ ਐਸੀ ਜੁਗਲਬੰਦੀ ਕੀਤੀ ਕਿ ਵਰਕਿੰਗ ਕਲਾਸ ਨੂੰ ਨਿਚੋੜ ਕੇ ਰੱਖਤਾ, ਵਰਕਰਸ ਦਾ ਸ਼ੋਸ਼ਣ ਸ਼ੁਰੂ ਕਰਤਾ। 1750 'ਚ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਪੂਰੀ ਦੁਨੀਆ 'ਚ ਆ ਗਈ, 1850 ਤੱਕ ਜਾਂਦੇ ਜਾਂਦੇ ਦੁਨੀਆ ਦੀ ਸ਼ਕਲ ਹੀ ਬਦਲ ਗਈ। ਤੁਸੀਂ ਦੇਖੋ ਯੂਰਪ ਦੇ ਸ਼ਹਿਰਾਂ ਦੀਆਂ 1850 ਦੇ ਅਰਾਊਂਡ ਦੀਆਂ ਫੋਟੋਆਂ, ਸ਼ਹਿਰ ਦੋ ਹਿੱਸਿਆਂ 'ਚ ਵੰਡੇ ਜਾਣ ਲੱਗ ਪਏ। ਇੱਕ ਹਿੱਸਾ ਅਮੀਰ ਲੋਕਾਂ ਦਾ, ਇੱਕ ਪਾਸੇ ਸਲਮ ਹੀ ਸਲਮ। ਉਹ ਸਲਮ ਇਸ ਗੱਲ ਦਾ ਪ੍ਰਤੀਕ ਸੀਗਾ ਕਿ ਪੂੰਜੀਵਾਦ ਨੇ, ਕੈਪੀਟਲਿਜ਼ਮ ਨੇ ਦੁਨੀਆ ਨੂੰ ਦੋ ਹਿੱਸਿਆਂ 'ਚ ਵੰਡਤਾ, ਇੱਕ ਬੋਰਜੂਇਜ਼ ਅਮੀਰ ਵਰਗ, ਇੱਕ ਪ੍ਰੋਲੈਟਰੀਏਟ ਕਾਮਿਆਂ ਦਾ ਤਬਕਾ। ਸੋ ਇੱਕ ਕਲਾਸ ਡਿਫਰੈਂਸ, ਜਮਾਤੀ ਫਰਕ ਦੋਵਾਂ ਦੇ ਵਿੱਚ ਦਿਸਣ ਲੱਗ ਪਿਆ। ਅਹਿਸਾਸ ਹੋਇਆ ਲੋਕਾਂ ਨੂੰ 1850 'ਚ। ਇਹਦਾ ਵਿਰੋਧ ਕਰਨ ਵਾਸਤੇ ਦੇਖੋ, ਜਿਸ ਬੰਦੇ ਨੇ 100 ਸਾਲ ਪਹਿਲਾਂ ਵੈਲਥ ਆਫ ਨੇਸ਼ਨ ਦੀ ਕਿਤਾਬ ਲਿਖੀ ਸੀ, ਉਹਨੇ ਤਾਂ ਬਹੁਤ ਸੋਚ ਕੇ ਗਿਆ ਸੀਗਾ ਕਿ ਯਾਰ ਇਹਦੇ ਨਾਲ ਕੀ ਹੋਊਗਾ, ਦੁਨੀਆ 'ਚ ਹਰ ਜ਼ਰੂਰਤ ਪੂਰੀ ਹੋਊਗੀ, ਪਰ ਉਹ ਬੈਕਫਾਇਰ ਕਰ ਗਈ। ਅਮੀਰਾਂ ਤੇ ਗਰੀਬਾਂ ਦਾ ਫਾਸਲਾ ਹੀ ਬਹੁਤ ਵੱਧ ਗਿਆ। 1850 'ਚ 100 ਸਾਲ ਬਾਅਦ ਇੱਕ ਬੰਦਾ ਇਹਦੇ ਵਿਰੋਧ 'ਚ ਪੈਦਾ ਹੋਇਆ, ਨਾਮ ਸੀ ਕਾਰਲ ਮਾਰਕਸ। ਕਾਰਲ ਮਾਰਕਸ ਨੇ ਕਿਤਾਬ ਲਿਖੀ ਦਾਸ ਕੈਪੀਟਲ, ਦ ਕ੍ਰਿਟਿਕ ਆਫ ਕੈਪੀਟਲਿਜ਼ਮ, ਪੂੰਜੀਵਾਦ ਦਾ ਵਿਰੋਧੀ। ਉਸ ਬੰਦੇ ਨੇ ਕਿਹਾ ਕਿ ਇਹ ਪ੍ਰੋਲੈਟਰੀਏਟ ਤੇ ਬੋਰਜੂਇਜ਼, ਅਮੀਰ ਤੇ ਗਰੀਬਾਂ ਦੇ ਵਿੱਚ ਜੋ ਫਰਕ ਆ, ਮੈਂ ਇਹਨੂੰ ਖਤਮ ਕਰੂੰਗਾ, ਇਸ ਕਲਾਸ ਡਿਫਰੈਂਸ ਨੂੰ। ਉਹਨੇ ਕਿਹਾ ਅਮੀਰਾਂ ਕੋਲ ਕੋਈ ਜਾਇਦਾਦ ਨਹੀਂ ਹੋਣੀ ਚਾਹੀਦੀ, ਪੂੰਜੀਪਤੀਆਂ ਕੋਲ ਕੁਝ ਨਹੀਂ ਹੋਣਾ ਚਾਹੀਦਾ, ਉਹ ਸਾਰੀ ਆਪਣੀ ਪੂੰਜੀ ਜਿਹੜੀ ਆ ਉਹ ਤਿਆਗ ਦੇਣ ਤੇ ਇਹਨੂੰ ਸਮਾਜ 'ਚ ਬਰਾਬਰ ਬਰਾਬਰ ਵੰਡ ਦਿੱਤਾ ਜਾਵੇ। ਇਸ ਸਮਾਨਤਾ ਦੇ ਅਧਿਕਾਰ ਨੂੰ ਸਮਾਜ ਦੇ ਇਹ ਕਹਿੰਦਾ ਮੈਂ ਉਸ ਲੈਵਲ ਤੇ ਸਮਾਜ ਨੂੰ ਲੈ ਕੇ ਆਊਂਗਾ ਜਿਸ ਲੈਵਲ ਤੇ ਸੁਸਾਇਟੀ ਉਸ ਵੇਲੇ ਸੀ ਜਦੋਂ ਇਹ ਨਵੀਂ ਨਵੀਂ ਬਣੀ ਸੀ। ਜਦੋਂ ਇਹ ਸਮਾਜ ਨਵਾਂ ਨਵਾਂ ਬਣਿਆ ਹੋਊਗਾ ਪੁਰਾਣੇ ਵੇਲਿਆਂ 'ਚ 2000 ਸਾਲ ਪਹਿਲਾਂ, ਉਦੋਂ ਕੀ ਹੋਊਗਾ? ਇਹ ਧਰਤੀ ਕਿਸੇ ਦੀ ਵੀ ਨਹੀਂ ਸੀ, ਇਹ ਮਸ਼ੀਨਾਂ ਕਿਸੇ ਦੀ ਵੀ ਨਹੀਂ ਸੀ, ਸਭ ਕੁਝ ਸਭ ਦਾ ਸਾਂਝਾ ਸੀਗਾ ਤੇ ਇਹ ਸਭ ਸਾਰੇ ਸਮਾਜ ਵਾਸਤੇ ਵਰਤਿਆ ਜਾਂਦਾ ਸੀ। ਉਹ ਕਹਿੰਦਾ ਸੀ ਕਿ ਮੈਂ ਦੁਨੀਆ ਨੂੰ ਦੁਬਾਰਾ ਫਿਰ ਕਿਹੜੇ ਐਂਡ ਤੱਕ ਲੈ ਕੇ ਜਾਊਂਗਾ? ਸਮਾਜਵਾਦ ਤੱਕ। ਸੋ ਉਹਨੇ ਜੋ ਥਿਊਰੀ ਦਿੱਤੀ ਉਹ ਕੀ ਸੀ? ਸੋਸ਼ਲਿਜ਼ਮ, ਸਮਾਜਵਾਦ। ਉਹ ਇਸ ਤਰੀਕੇ ਦਾ ਸਮਾਜ ਤੇ ਸਿਰਜਣਾ ਚਾਹੁੰਦਾ ਸੀ। ਫਿਰ ਉਹਨੇ ਇਹਦੇ ਵਾਸਤੇ ਰਾਹ ਵੀ ਦਿੱਤਾ। ਰਾਹ ਕੀ ਦਿੱਤਾ? ਕਹਿੰਦਾ ਇਹਦੇ ਵਾਸਤੇ ਅਮੀਰਾਂ ਨੂੰ ਆਪਣਾ ਸਭ ਕੀ ਕਰਨਾ ਪਊਗਾ? ਤਿਆਗਣਾ ਪਊਗਾ, ਤੇ ਤਿਆਗਣ ਨੂੰ ਕਹਿੰਦੇ ਆ ਕਮਿਊਨ, ਤੇ ਇਸੇ ਚੋਂ ਨਿਕਲ ਕੇ ਆਇਆ ਕਮਿਊਨਿਜ਼ਮ। ਕਹਿੰਦਾ ਕਮਿਊਨਿਜ਼ਮ ਮਤਲਬ ਕਿ ਤਿਆਗ ਕਰਕੇ ਤੁਸੀਂ ਅਮੀਰ ਤੇ ਗਰੀਬਾਂ 'ਚ ਸਭ ਕੁਝ ਬਰਾਬਰ ਵੰਡ ਦੋਗੇ, ਫਿਰ ਨਾ ਇਹ ਜਾਇਦਾਦ ਗਰੀਬਾਂ ਦੀ ਰਹੂਗੀ ਨਾ ਅਮੀਰਾਂ ਦੀ, ਇਹ ਸਮਾਜ ਦੀ ਹੋ ਜਾਊਗੀ। ਤੇ ਜਿਸ ਦਿਨ ਇਹ ਹੋ ਗਿਆ ਉਸ ਦਿਨ ਸਮਾਜਵਾਦ ਆ ਜਾਊਗਾ। ਸੋ ਉਹ ਜਿੱਡੀ ਕਲਪਨਾ ਕਰ ਰਿਹਾ ਸੀ ਐਡਾ ਪੋਸੀਬਲ ਨਹੀਂ ਸੀ। ਅਮੀਰ ਆਪਣਾ ਸਭ ਕੁਝ ਕਿਉਂ ਛੱਡਣਗੇ ਤੇ ਗਰੀਬ ਕੀ ਇੰਨੇ ਤਾਕਤਵਰ ਹੈ ਕਿ ਅਮੀਰਾਂ ਤੋਂ ਸਭ ਕੁਝ ਖੋ ਕੇ ਸਭ ਬਰਾਬਰ ਕਰ ਦੇਣਗੇ? ਮੇਰੀ ਗੱਲ ਨੂੰ ਫੋਲੋ ਕਰਿਆ? ਸੋ ਇਸ ਕੰਸੈਪਟ ਨੂੰ ਸੋਸ਼ਲਿਜ਼ਮ ਕਿਹਾ ਗਿਆ। ਹੁਣ ਇਹ ਸਮਾਜਵਾਦ ਹੈ ਤਾਂ ਮਾੜੀ ਗੱਲ ਹੀ ਆ ਕਿ ਬਈ ਜਿੰਨੇ ਇੰਨੀ ਮਿਹਨਤ ਨਾਲ ਕਮਾਇਆ ਤੁਸੀਂ ਉਹਦਾ ਖੋਵੋਗੇ ਕਿਵੇਂ? ਪਰ ਭਾਰਤ ਸਰਕਾਰ ਜਿਹੜੀ ਆ, ਜਦੋਂ ਦੇਸ਼ ਆਜ਼ਾਦ ਹੋਇਆ, ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ 1947 'ਚ, ਉਸ ਟਾਈਮ ਦੁਨੀਆ 'ਚ ਦੋ ਮੁੱਖ ਧੁਰੇ ਸੀਗੇ, ਇੱਕ USSR ਤੇ ਇੱਕ USA। USA ਉਸ ਟਾਈਮ ਕੈਪੀਟਲਿਜ਼ਮ ਦੀ ਥਿਊਰੀ ਤੇ ਚੱਲ ਰਿਹਾ ਸੀ ਤੇ USSR ਯਾਨੀ ਕਿ ਰਸ਼ੀਆ ਜਿਹਦਾ ਲੀਡਰ ਸੀ ਉਹਨਾਂ ਦੇਸ਼ਾਂ ਦਾ, USSR ਉਸ ਧੜੇ ਦਾ ਨਾਮ ਸੀ 14-15 ਦੇਸ਼ਾਂ ਦਾ, ਉਹ ਸੋਸ਼ਲਿਜ਼ਮ ਦੇ ਲੀਡਰ ਸੀਗੇ। ਮੈਂ ਸਿੱਧਾ 1950 ਤੇ ਆ ਗਿਆ। ਹੁਣ ਤਾਂ ਭਾਰਤ ਸਰਕਾਰ ਦੁਵਿਧਾ 'ਚ, ਨਹਿਰੂ ਦੁਵਿਧਾ 'ਚ ਕਿ ਸੰਵਿਧਾਨ ਬਣਾ ਰਹੇ ਆ, ਅਸੀਂ ਆਪਣੇ ਦੇਸ਼ 'ਚ ਸੰਵਿਧਾਨ 'ਚ ਕੀ ਲਿਖੀਏ ਕਿ ਅਸੀਂ ਸੋਸ਼ਲਿਸਟ ਹਾਂ ਕਿ ਕੈਪੀਟਲਿਸਟ ਹਾਂ? ਸਾਨੂੰ ਪਤਾ ਕਿ ਅਸੀਂ ਗਰੀਬ ਦੇਸ਼ ਹਾਂ ਤੇ ਅਸੀਂ ਹੁਣੇ ਆਜ਼ਾਦ ਹੋਏ ਹਾਂ। ਤੇ ਆਜ਼ਾਦ ਦੇਸ਼ 'ਚ ਸਭ ਤੋਂ ਵੱਡੀ ਗੱਲ ਪਤਾ ਕੀ ਸੀ? ਅੰਗਰੇਜ਼ ਕੀ ਕਰਕੇ ਗਏ ਸੀ? ਆਪਣੀਆਂ ਬਹੁਤੀਆਂ ਜ਼ਮੀਨਾਂ ਆਪਣੇ ਖਾਸ ਲਾੜਲੇ ਜ਼ਮੀਨਦਾਰਾਂ, ਜੈਲਦਾਰਾਂ ਨੂੰ ਦੇ ਗਏ ਸੀ। ਭਾਰਤ ਦੇ ਵਿੱਚ ਜ਼ਮੀਨ ਜਿਹੜੀ ਸੀ ਉਹਦੀ ਡਿਸਟਰੀਬਿਊਸ਼ਨ ਇਕੁਅਲ ਨਹੀਂ ਸੀ ਹੈ। ਸੋ ਭਾਰਤ ਸਰਕਾਰ ਨੂੰ ਪਤਾ ਸੀ ਕਿ ਬਈ ਦੇਖੋ, ਅਮੀਰਾਂ ਤੋਂ ਸਾਰੀ ਜ਼ਮੀਨ ਤਾਂ ਨਹੀਂ ਖੋਣੀ ਚਾਹੀਦੀ, ਪਰ ਇੱਕ ਸੀਲਿੰਗ ਤੋਂ ਵੱਧ ਇੱਕ ਸੀਲ ਕਰ ਦਿਓ, 15 ਕਿੱਲੇ, 10 ਕਿੱਲੇ, 5 ਕਿੱਲੇ, 20 ਕਿੱਲੇ, ਉਸ ਤੋਂ ਉੱਪਰਲੀ ਜ਼ਮੀਨ ਉਹਨਾਂ ਕੋਲ ਆਪਣੀ ਨਹੀਂ ਗੀ। ਉਹ ਪੁਰਾਣੇ ਟਾਈਮਾਂ ਦੇ ਕਿਸਾਨਾਂ ਤੋਂ ਖੋ ਕੇ ਉਹਨਾਂ ਨੂੰ ਅੰਗਰੇਜ਼ਾਂ ਨੇ ਦਵਾਈ ਆ, ਇਹ ਤਾਂ ਵਾਪਸ ਜਾਣੀ ਚਾਹੀਦੀ ਆ। ਹੁਣ ਇਹ ਸਿਧਾਂਤ ਸੋਸ਼ਲਿਜ਼ਮ ਦਾ ਕਿ ਕੈਪੀਟਲਿਜ਼ਮ ਦਾ? ਸੋਸ਼ਲਿਜ਼ਮ ਦਾ। ਭਾਵੇਂ ਤੁਸੀਂ ਕੁਝ ਵੀ ਖੋਣਾ ਹੋਵੇ ਅਮੀਰਾਂ ਤੋਂ ਖੋ ਕੇ, ਪਰ ਜੇ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਸੋਸ਼ਲਿਜ਼ਮ ਲਿਖਦੇ ਹਾਂ ਤੇ ਅਸੀਂ ਫਸਦੇ ਹਾਂ। ਦੇਸ਼ ਆਜ਼ਾਦ ਹੋਇਆ ਨਹੀਂ ਤੇ ਅਸੀਂ ਪਹਿਲੇ ਦਿਨ ਹੀ ਅਮਰੀਕਾ ਨਾਲ ਪੰਗਾ ਲੈ ਲਈਏ, ਆਪਣੇ ਆਪ ਨੇ ਕੌਨਸਟੀਟਿਊਸ਼ਨ 'ਚ ਆਪਣੇ ਆਪ ਨੂੰ ਸੋਸ਼ਲਿਸਟ ਲਿਖ ਕੇ ਅਸੀਂ ਅੱਖਾਂ ਕੱਢ ਦਈਏ ਉਹਨਾਂ ਨੂੰ। ਅਸੀਂ ਸੋਸ਼ਲਿਜ਼ਮ ਤੇ ਚੱਲੇ ਜ਼ਰੂਰ 1947 ਤੋਂ, ਪਰ ਅਸੀਂ ਆਪਣੇ ਸੰਵਿਧਾਨ 'ਚ ਸੋਸ਼ਲਿਜ਼ਮ ਸ਼ਬਦ ਪਾਇਆ ਨਹੀਂ। ਵਕਤ ਬੀਤਦਾ ਗਿਆ, 1970, 71, 72, 1971 'ਚ ਸਾਡੀ ਪਾਕਿਸਤਾਨ ਨਾਲ ਜੰਗ ਛਿੜ ਗਈ।
उस जंग च अमरीका ने पाकिस्तान का साथ देता तो सानू अहम मौके बचाउण रशिया आ गया, यानी कि USSR आ गया। हुण असीं अमरीका नूं दसना चाहुंदे सी कि हुण असीं तैनूं साफ कहना चाहुंदे हां कि असीं सोशलिस्ट हां। इंदिरा गांधी ने 1976 ਦੇ ਵਿੱਚ ਜਦੋਂ 42ਵੀਂ संविधानक सोध की, 42nd कॉन्स्टिट्यूशनल अमेंडमेंट की, ਅੱਖਾਂ ਚੱਖਾਂ ਪਾ ਕੇ ਗਿਆ कि हुण असीं सोशलिस्ट हाँ। सो आ संविधान दे विच ऐड तां किया गया, इसे बहाने तो नाले सोशलिस्ट शब्द का मतलब दसता ते नाले ये इंटेंशन दसती कि असीं इनू ऐड क्यों किया है। उन्हां समयां दे विच एक दो पोलीटिकल पार्टियां, अज BJP उसे विचों ही निकली है, जनसंघ, वो पोलीटिकल पार्टी उन्हां वेलियां दे विच थोड़ी जी धार्मिक अराजकता पैदा करन दी कोशिश कर रही सी। ਇਹ ਕਾਂਗਰਸ ਨੂੰ ਲੱਗਦਾ ਸੀ, ਕਾਂਗਰਸ ਨੂੰ ਲੱਗਦਾ ਸੀ ਕਿ ਕੁਛ ਕੁ ਧਰਮ ਦੇ ਜਿਹੜੇ ਠੇਕੇਦਾਰ ਨੇ ਉਹ ਇਸ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡ ਰਹੇ ਆ, ਤੇ ਭਾਰਤ ਦਾ ਪ੍ਰਧਾਨ ਮੰਤਰੀ ਇਹ ਸਪਸ਼ਟ ਕਰਨਾ ਚਾਹੁੰਦਾ ਸੀ ਕਿ ਇਹ ਦੇਸ਼ ਕਿਸੇ ਵੀ ਧਰਮ ਦਾ ਦੇਸ਼ ਨਹੀਂਗਾ, ਇਹ ਸਭ ਧਰਮ ਸਾਂਝਾ ਦੇਸ਼ ਆ। इंदिरा गांधी ने ऑलरेडी साडे संविधान का आर्टिकल 25, 26, 27 ते 28 पढ़ के देखियो, फंडामेंटल राइट्स का सब पता लगता है कि भारत च कोई बंदा जिहड़ा मर्जी धर्म अडॉप्ट कर सकता है। हर धर्म का केंद्र सरकार बराबर प्रमोशन करूगी, किसी धर्म नूं टैक्स देने की लोड़ नहीं, सरकारी स्कूलों के विच किसी भी धर्म का प्रचार नहीं किया जाऊगा। हाँ, जिहड़े स्कूल घट गिणतियां दे जां आप खोले आ जिहड़ियां धार्मिक सोसाइटियां है, उत्थे वो अपनी मनमर्जी की प्रेयर करवा सकते हैं, पर जे दूजे धर्म का बच्चा उन्होंने स्कूल च दाखला लैंदा है तो उन्होंने वो प्रेयर करने की कोई लोड़ भी है नहीं। इत्थों वड्डी धर्म निरपक्षता की हुंदी है। पर जदों लोग अखां कड्ढण लग पैण ना, फिर देश की सरकार नूं लगदा है कि इन्हां नूं मूँह ते लिख दईए कि असीं धर्म निरपक्ष भी हाँ। इंदिरा गांधी ने इसे करके 1976 दे विच दूसरा शब्द जो ऐड कराया वो की सीगा, सैकुलर, धर्म निरपक्ष। ते तुहाडी जानकारी लई दसदा, देश धर्म निरपक्षता के आधार पर, धर्म का पक्षपात करने के आधार पर 3 प्रकार के होंदे आ। एक होंदे आ थियोक्रैटिक, किहड़े थियोक्रैटिक धार्मिक देश, जिहड़े देशां दे विच धर्म उत्थों का राष्ट्रीय चिन्ह होवे। उदाहरण के तौर पर पाकिस्तान, पाकिस्तान का अपना एक राष्ट्रीय धर्म है इस्लाम। तुसी पाकिस्तान का पूरा नाम पढ़ के देखो, इस्लामिक स्टेट ऑफ पाकिस्तान। तुसी सऊदी अरब का पूरा नाम पढ़ के देखो, इस्लामिक स्टेट ऑफ सऊदी अरब। ये थियोक्रैटिक देश होंदे आ। कई देश इहो जिहे होंदे आ जिहड़े कहंदे आ कि साडा कोई राष्ट्रीय धर्म नहीं ते असीं किसी भी धर्म नूं पनपन भी नहीं देना। वो होंदे आ अथिस्ट, नास्तिक देश, उन अथिस्टिक कंट्री, चाइना उन्हां दी एग्जाम्पल आ। विच रह गए वो देश जिहड़े कहंदे आ कि साडे देश का कोई धर्म नहीं, साडे देश का कोई धर्म नहीं, पर सानूं किसी धर्म नाल कोई मतलब ही नहीं, कोई वधे फुले असीं किसी नूं नहीं रोकांगे। वो होंदे सैकुलर, धर्म निरपक्ष। हुण इह सैकुलर कंट्री भी 2 प्रकार के होंदे आ, धर्म निरपक्ष देश भी 2 प्रकार के होंदे आ। एक होंदे आ पॉजिटिव सैकुलरिज्म, एक होंदे नैगेटिव सैकुलरिज्म। गुणात्मक धर्म निरपक्ष ते नकारात्मक धर्म निरपक्ष। ठीक है, हुण इह पॉजिटिव सैकुलर ते नैगेटिव सैकुलर की हुंदा है ये भी सुन लो। जिहड़े देश दी सरकार किसी धर्म का पक्ष ना लवे पर हर धर्म नूं प्रमोट करे, हर धर्म नूं ही प्रमोट करे, वो हुंदा पॉजिटिव सैकुलरिज्म। जिहड़े देश की सरकार किसी धर्म का पक्ष ना लवे, किसी नूं माड़ा भी ना बोले, पर वो कहे कि तुसीं किसी भी धर्म का प्रमोशन नहीं कर सकते पब्लिक प्लेस ते, अपने घरे जो मर्जी करो असीं नहीं रोकते। जे अपने घरे भी रोकोगे तुसीं किसी नूं, फिर तुसीं एथिस्टिक हो। तुसीं किसी नूं नहीं रोकते, पर तुसीं धर्म का प्रचार सरकारी प्लेटफॉर्म ते नहीं कर सकते, पब्लिक प्लेस ते नहीं कर सकते। वो हुंदे आ नैगेटिव सैकुलर कंट्री। इंडिया पॉजिटिव सैकुलर आ कि नैगेटिव सैकुलर आ? पॉजिटिव। साडे जदों नगर कीर्तन लंघने हुंदे आ जां साडे जदों शोभा यात्रा लंघनी हुंदी है कावड़ दी, सरकार आप पुलिस वालियां दी ड्यूटी लाउंदी है कि दिक्कत नहीं आनी चाहिए। दिस इज़ पॉजिटिव सैकुलरिज्म। सरकार खुद इन्वैसट करके धर्म के प्रमोशनां च, धर्म नूं अगे वधाउण च मदद करती है। तो फ्रांस इज़ एग्जाम्पल ऑफ नैगेटिव सैकुलरिज्म। फ्रांस तुसीं क्रॉस का साइन पा के, फ्रांस दे विच तुसीं अपना इस्लाम की टोपी पा के, पग पहन के पब्लिक प्लेस ते नहीं जा सकते, क्योंकि वो मानते हैं कि ये चीज़ थोड़े धर्म का चिन्ह आ, धर्म का प्रतीक आ, ते पब्लिक प्लेस ते धर्म प्रमोट नहीं किया जा सकता। ये अमेरिका उत्थों दी फ्रांस की सोच आ। फ्रांस पग विरोधी नीगा। फ्रांस नूं समझो कि फ्रांस की कहानी की है। फ्रांस इस मुद्दे ते वो आ। सो उम्मीद करना कि तुहाडी कंसैप्चुअल क्लैरिटी हुई होगी कि सैकुलरिज्म की है की आ। 3 प्रकार के धर्म के आधार पर देश बन सकते हैं। किहड़े किहड़े? थियोक्रैटिक,
ਕੱਟੜ ਧਾਰਮਿਕ ਦੇਸ਼, ਅਥਿਸਟਿਕ ਕੱਟੜ ਨਾਸਤਕ ਦੇਸ਼ ਤੇ ਸੈਕੂਲਰ ਧਰਮ ਨਿਰਪੱਖ ਦੇਸ਼। ਇਹਦੇ ਚੋਂ ਵੀ ਦੋ ਪ੍ਰਕਾਰ ਦੇ ਗੁਣਾਤਮਕ ਤੇ ਰਿਣਾਤਮਕ, ਪੋਜ਼ਿਟਿਵ ਸੈਕੂਲਰ ਕੰਟਰੀ ਤੇ ਨੈਗੇਟਿਵ ਸੈਕੂਲਰ ਕੰਟਰੀ। ਮੈਨੂੰ ਨਹੀਂ ਲੱਗਦਾ ਕਿ ਹੁਣ ਤੁਹਾਡਾ ਮਸਲਾ ਉਲਝਿਆ ਹੋਊਗਾ, ਠੀਕ ਆ। ਸੋ ਆ ਰੋ ਜੀ ਆਪਣੀ ਕਹਾਣੀ। ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਤੇ ਰਿਪਬਲਿਕ ਬਣਾਵਾਂਗੇ। ਅਸੀਂ ਭਾਰਤ ਦੇ ਲੋਕ ਮਿਲ ਕੇ ਭਾਰਤ ਨੂੰ ਪ੍ਰਭੂ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਤੇ ਲੋਕਤੰਤਰਿਕ ਗਣਰਾਜ ਬਣਾਵਾਂਗੇ। ਤੇ ਆਹ ਦੋ ਕਿਹੜੀ ਅਮੈਂਡਮੈਂਟ ਨਾਲ ਐਡ ਹੋਏ ਆ? 42ਵੀਂ ਅਮੈਂਡਮੈਂਟ 1976। ਇੰਦਰਾ ਗਾਂਧੀ ਨੇ ਐਡ ਕੀਤੇ ਦੋ ਸ਼ਬਦ, ਤਿੰਨ ਕੀਤੇ ਆ, ਦੋ ਤੇ ਲੱਭ ਗਏ, ਤੀਜਾ ਭਾਲਦੇ ਆ। ਅੱਗੇ ਆ ਜਾਓ। ਤੇ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਹੋਰ ਕੀ ਦੇਵਾਂਗੇ? ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਨਾਲ ਹੋਰ ਕੀ ਪ੍ਰੋਵਾਈਡ ਕਰਾਵਾਂਗੇ? ਹੁਣ ਉਹ ਵੀ ਸੁਣ ਲਓ। ਹੁਣ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਪਹਿਲੀ ਗੱਲ ਜਸਟਿਸ ਕੀ ਦੇਵਾਂਗੇ? ਜਸਟਿਸ, ਨਿਆਂ, ਲਿਬਰਟੀ, ਆਜ਼ਾਦੀ, ਇਕੁਐਲਿਟੀ, ਸਮਾਨਤਾ ਤੇ ਫਰੈਟਰਨਿਟੀ, ਭਾਈਚਾਰਾ। ਆ ਚਾਰ ਚੀਜ਼ਾਂ ਪ੍ਰੋਵਾਈਡ ਕਰਾਵਾਂਗੇ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ। ਨਿਆਂ ਕਿਸ ਪ੍ਰਕਾਰ ਦਾ ਪ੍ਰੋਵਾਈਡ ਕਰਾਵਾਂਗੇ? ਕਹਿੰਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ। ਕੀ ਭਾਰਤ ਦੇ ਵਿੱਚ ਤਿੰਨੇ ਪ੍ਰਕਾਰ ਦੇ ਨਿਆਂ ਨੂੰ ਲੈ ਕੇ ਕਮਿਟਮੈਂਟ ਹੈਗੀ ਆ? ਅਸੀਂ ਰਿਜ਼ਰਵੇਸ਼ਨ ਦਿੱਤੀ ਹੋਈ ਆ ਸਮਾਜਿਕ ਨਿਆਂ ਵਾਸਤੇ। ਅਸੀਂ ਸਮਾਜ ਦੇ ਪਿਛੜੇ ਵਰਗਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ ਉਹਨਾਂ ਨੂੰ ਸਕਾਲਰਸ਼ਿਪਸ ਦਿੰਦੇ ਆ, ਆਰਥਿਕ ਨਿਆਂ ਦਿੰਦੇ ਆ। ਲੋਕ ਸਭਾ, ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਨੁਮਾਇੰਦਿਆਂ ਦੀਆਂ ਸੀਟਾਂ ਰਿਜ਼ਰਵ ਕਰ ਦਈਦੀਆਂ ਹੈ। ਸ਼ਡਿਊਲ ਕਾਸਟ ਦੀਆਂ 84, ਸ਼ਡਿਊਲ ਟਰਾਈਬ ਦੀਆਂ 47। ਅਸੀਂ ਉਹਨਾਂ ਨੂੰ ਰਾਜਨੀਤਿਕ ਨਿਆਂ ਵੀ ਦੇ ਰਹੇ ਹਾਂ। ਇਟ ਮੀਨਸ ਤੇ ਜਸਟਿਸ ਸ਼ਬਦ ਅਸੀਂ 1917 'ਚ ਹੋਈ ਰਸ਼ੀਆ ਦੀ ਕ੍ਰਾਂਤੀ ਤੋਂ ਚੱਕਿਆ ਸੀ, ਕਿਉਂਕਿ ਜਦੋਂ ਰਸ਼ੀਆ 'ਚ 1917 'ਚ ਕ੍ਰਾਂਤੀ ਹੋਈ ਸੀ ਨਾ, ਤਾਂ ਉੱਥੋਂ ਅਸੀਂ ਇਹ ਸ਼ਬਦ ਚੱਕਿਆ ਸੀ। ਉਹਨਾਂ ਦਾ ਨਾਰਾ ਨਿਆਂ ਦਿਵਾਉਣਾ ਸੀ ਗਰੀਬਾਂ ਨੂੰ। ਉੱਥੋਂ ਪ੍ਰਭਾਵਿਤ ਹੋ ਕੇ ਅਸੀਂ ਇਹ ਜਸਟਿਸ ਸ਼ਬਦ ਆਪਣੇ ਪ੍ਰੀਐਂਬਲ ਵਿੱਚ ਐਡ ਕੀਤਾ ਹੈ। ਫਿਰ ਕਹਿੰਦੇ ਅਸੀਂ ਤਿੰਨ ਚੀਜ਼ਾਂ ਹੋਰ ਦੇਵਾਂਗੇ, ਲਿਬਰਟੀ, ਇਕੁਐਲਿਟੀ ਤੇ ਫਰੈਟਰਨਿਟੀ। ਆਪਣੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ, ਸਮਾਨਤਾ ਤੇ ਭਾਈਚਾਰਾ। ਲਿਬਰਟੀ ਕਿਹੜੀ ਕਿਹੜੀ ਚੀਜ਼ ਦੀ? ਆਪਣੇ ਵਿਚਾਰਾਂ ਦੀ, ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ, ਬਿਆਨ ਕਰਨ ਦੀ, ਕਿਸੇ ਚੀਜ਼ ਨੂੰ ਲੈ ਕੇ ਵਿਸ਼ਵਾਸ ਕਰਨ ਦੀ, ਬਿਲੀਫ ਕਰਨ ਦੀ, ਕਿਸੇ ਚੀਜ਼ ਦੇ ਵਿੱਚ ਯਕੀਨ ਕਰਨ ਦੀ ਕਿ ਕੋਈ ਕਿਸੇ 'ਚ ਵੀ ਯਕੀਨ ਕਰ ਲੇ। ਕੋਈ ਪੱਥਰ ਨੂੰ ਰੱਬ ਕਹਿੰਦਾ ਕਹਿ ਲੈਣ ਦਿਓ ਯਾਰ, ਕੋਈ ਕਿਸੇ ਚੀਜ਼ ਤੇ ਬਿਲੀਫ ਕਰਦਾ ਕਰ ਲੈਣ ਦਿਓ ਉਹਨੂੰ, ਕੋਈ ਕਿਸੇ 'ਚ ਯਕੀਨ ਕਰਦਾ ਉਹਨੂੰ ਕਰ ਲੈਣ ਦਿਓ। ਤੇ ਸਭ ਤੋਂ ਵੱਡੀ ਗੱਲ ਵਰਸ਼ਿਪ, ਕਿਸੇ ਦੀ ਵੀ ਪੂਜਾ ਕਰਨ ਦੀ। ਜੇ ਕੋਈ ਕਿਸੇ ਪੱਥਰ ਨੂੰ ਪੂਜਦਾ ਹੈ, ਕੋਈ ਕਿਸੇ ਜੰਗਲ ਨੂੰ ਪੂਜਦਾ ਹੈ, ਕਿਤੇ ਵੀ ਪੂਜਦਾ ਹੈ, ਉਹਦੇ ਤੇ ਤੁਸੀਂ ਹੱਸ ਨਹੀਂ ਸਕਦੇ ਸੰਵਿਧਾਨਕ ਤੌਰ ਤੇ। ਬਿਕੋਜ਼ ਇਹ ਗੱਲ ਆ ਕਿ ਭਾਰਤ ਹਰ ਪ੍ਰਕਾਰ ਦੀ ਲਿਬਰਟੀ ਦਿੰਦਾ ਹੈ, ਵਿਚਾਰਾਂ ਦੀ, ਆਪਣੇ ਆਪ ਨੂੰ ਵਿਅਕਤ ਕਰਨ ਦੀ ਦਿੰਦਾ ਹੈ, ਆਪਣੇ ਵਿਸ਼ਵਾਸ ਕਰਨ ਦੀ, ਕਿਸੇ ਚੀਜ਼ 'ਚ ਯਕੀਨ ਕਰਨ ਦੀ, ਕਿਸੇ ਚੀਜ਼ ਦੀ ਪੂਜਾ ਕਰਨ ਦੀ। ਰੱਟੇ ਮਾਰ ਲਿਓ ਸ਼ਬਦ। ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਟਾਈਪ ਆਫ ਲਿਬਰਟੀ ਪ੍ਰੋਵਾਈਡਡ ਇਨ ਪ੍ਰੀਐਂਬਲ ਆਫ ਇੰਡੀਆ। ਭਾਰਤ ਦੇ ਸੰਵਿਧਾਨ 'ਚ ਹੇਠ ਲਿਖਿਆ ਵਿੱਚੋਂ ਕਿਸ ਪ੍ਰਕਾਰ ਦੀ ਜਿਹੜੀ ਆਜ਼ਾਦੀ ਆ ਉਹ ਭਾਰਤ ਦੇ ਸੰਵਿਧਾਨ ਦੇ ਪ੍ਰਸਤਾਵਨਾ ਵਿੱਚ ਨਹੀਂ ਦਿੱਤੀ ਗਈ। ਉਹ ਚਾਰ ਆਪਸ਼ਨਸ ਪਾਉਣਗੇ, ਐਕਸਪ੍ਰੈਸ਼ਨ, ਬਲੀਫ, ਫੇਥ ਕਿ ਇਕਨੋਮਿਕ। ਤੇ ਤੁਸੀਂ ਇਕਨੋਮਿਕ ਤੇ ਟਿਕ ਲਾਉਣਾ ਹੈ, ਕਿਉਂਕਿ ਇਕਨੋਮਿਕ ਲਿਬਰਟੀ 'ਚ ਨਹੀਂ ਆਉਂਦਾ। ਇਕਨੋਮਿਕ ਕਿਹਦੇ 'ਚ ਆਉਂਦਾ ਹੈ? ਜਸਟਿਸ 'ਚ ਆਉਂਦਾ। ਐਵੇਂ ਦੇ ਸਵਾਲਾਂ 'ਚ ਟਰੈਪ ਕਰਦੇ ਅਗਲੇ ਤੁਹਾਨੂੰ। ਤੀਜੀ ਚੀਜ਼ ਆ ਇਕੁਐਲਿਟੀ। ਇਕੁਐਲਿਟੀ ਮਤਲਬ ਸਮਾਨਤਾ। ਕਿਹਦੀ ਸਮਾਨਤਾ? ਸਟੇਟਸ ਐਂਡ ਓਪਰਚੁਨਿਟੀਜ਼। ਇੱਕ ਤਾਂ ਤੁਹਾਨੂੰ ਸਟੇਟਸ ਦੀ ਸਮਾਨਤਾ ਮਿਲੂਗੀ, ਤੁਹਾਡੇ ਦੇਸ਼ 'ਚ ਕੋਈ ਉੱਚਾ ਨੀਵਾਂ ਨਹੀਂ ਹੋਊਗਾ। ਇੱਕ ਓਪਰਚੁਨਿਟੀਜ਼, ਮੌਕਿਆਂ ਦੀ ਸਮਾਨਤਾ। ਕਿਸੇ ਤੋਂ ਵੀ ਵੱਧ ਜਾਂ ਘੱਟ ਮੌਕੇ ਨਹੀਂ ਮਿਲਣਗੇ, ਕਿਸੇ ਨੂੰ ਵੀ ਵੱਧ ਜਾਂ ਘੱਟ ਮੌਕੇ ਨਹੀਂ, ਸਭ ਨੂੰ ਇੱਕ ਬਰਾਬਰ ਮੌਕੇ, ਸਭ ਨੂੰ ਇੱਕ ਬਰਾਬਰ ਸਟੇਟਸ ਮਿਲੂਗਾ। ਇਹ ਅਸੀਂ ਦੇਵਾਂਗੇ। ਐਂਡ ਅੱਗੇ ਗੱਲ ਕੀ ਆ? ਐਂਡ ਟੂ ਪ੍ਰਮੋਟ ਅਮੰਗ ਦੈਮ ਆਲ। ਅਤੇ ਸਾਰਿਆਂ ਦੇ ਵਿੱਚ ਅਸੀਂ ਕੀ ਫੈਲਾਵਾਂਗੇ? ਮੋਸਟ ਇੰਪੋਰਟੈਂਟ, ਫਰੈਟਰਨਿਟੀ, ਭਾਈਚਾਰਾ। ਤੇ ਸਭ ਲੋਕਾਂ ਦੇ ਵਿੱਚ ਅਸੀਂ ਕੀ ਫੈਲਾਵਾਂਗੇ? ਭਾਈਚਾਰਾ ਫੈਲਾਵਾਂਗੇ। ਜੇ ਕੋਈ ਕਵੇ ਸਰ ਲਿਬਰਟੀ, ਇਕੁਐਲਿਟੀ ਤੇ ਫਰੈਟਰਨਿਟੀ ਆ ਤਿੰਨ ਸ਼ਬਦ ਜਿਹੜੇ ਤੁਸੀਂ ਹੁਣ ਐਲੈਬੋਰੇਟ ਕਰੇ ਆ, ਇਹ ਕਿੱਥੋਂ ਆਏ ਆ? ਇਹ 1799 1789 'ਚ ਫਰਾਂਸ 'ਚ ਹੋਈ ਕ੍ਰਾਂਤੀ ਤੋਂ ਪ੍ਰਭਾਵਿਤ ਹੋ ਕੇ ਆਏ ਆ। ਕਿਉਂਕਿ ਫਰਾਂਸ ਦੀ ਕ੍ਰਾਂਤੀ 'ਚ ਰੋਬਸਫੇਅਰ ਉਹਨਾਂ ਨੇ ਆਹ ਨਾਅਰਾ ਦਿੱਤਾ ਸੀਗਾ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ। ਸੋ ਇਹ ਮੋਸਟ ਇੰਪੋਰਟੈਂਟ। ਕਿਸੇ ਨੂੰ ਕੋਈ ਡਾਊਟ? ਹਾਂ। ਕੀ ਚੀਜ਼ ਇਨਸ਼ੋਰ ਕਰਾਂਗੇ? ਕਹਿੰਦੇ ਇਸ ਚੀਜ਼ ਨੂੰ ਅਸੀਂ ਹੋਰ ਯਕੀਨੀ ਬਣਾਵਾਂਗੇ। ਕੀ ਭਲਾ? ਡਿਗਨਿਟੀ ਆਫ ਇੰਡੀਵਿਜੂਅਲ ਐਂਡ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਨੇਸ਼ਨ। ਹੁਣ ਇੱਕ ਗੱਲ ਦੇਖੋ, ਤੁਸੀਂ ਇਸ ਤਰੀਕੇ ਦਾ ਝੂਲਾ ਦੇਖਿਆ ਹੋਣਾ ਪਾਰਕ 'ਚ। ਉਹਦੇ ਇੱਕ ਪਾਸੇ ਇੱਕ ਜਣਾ ਬਹਿ ਜਾਂਦਾ ਹੈ, ਇੱਕ ਪਾਸੇ ਦੂਸਰਾ ਬਹਿ ਜਾਂਦਾ ਹੈ। ਦੋਵੇਂ ਪਾਸੇ ਬਰਾਬਰ ਭਾਰ ਵਾਲੇ ਹੋਣੇ ਚਾਹੀਦੇ ਆ, ਨਹੀਂ ਤਾਂ ਮਸਲਾ ਗੰਭੀਰ ਹੋ ਸਕਦਾ ਹੈ। ਠੀਕ ਆ। ਸੋ ਦੋਵੇਂ ਪਾਸੇ ਬਰਾਬਰ ਬੈਲੈਂਸ ਬਣੇ। ਜਦੋਂ ਅਸੀਂ ਇਹ ਸਭ ਕੁਝ ਕਰਾਂਗੇ, ਅਸੀਂ ਕਿਸ ਗੱਲ ਦਾ ਧਿਆਨ ਰੱਖਾਂਗੇ ਕਿ ਇੱਕ ਤਾਂ ਕਿਸੇ ਇੰਡੀਵਿਜੂਅਲ ਦੀ ਡਿਗਨਿਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ।
मैं इस देश 'ਚ रह रहा, मेरे देश करके मेरी डिगनिटी ते नुकसान ना पहुँचे, पर मेरे देश करके मेरी डिगनिटी ते नुकसान ना पहुँचे तो मेरे करके मेरे देश की एकता ते अखंडता का नुकसान ना होवे। मैं अपने देश का नुकसान ना करा तो मेरे देश करके मेरा नुकसान ना होवे। दोवां चीज़ों को बराबर इंपॉर्टेंस दी जाऊगी। किनू किनू? डिगनिटी ऑफ इंडिविजुअल, एक इंसान की डिगनिटी नूं, ते यूनिटी एंड इंटीग्रिटी ऑफ नेशन, राष्ट्र की एकता ते अखंडता नूं। आ जिहड़ा शब्द आया ना साडे इत्थे यूनिटी एंड इंटीग्रिटी, इंदिरा गांधी ने इंटीग्रिटी शब्द 1976 ਦੇ ਵਿੱਚ ਬਾਅਦ ਚ ਐਡ ਕਰਾਇਆ ਸੀਗਾ। ਉਹਨੂੰ ਲੱਗਦਾ ਸੀ ਕਿ ਕੁਝ ਲੋਕ ਮੇਰੇ ਦੇਸ਼ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾ ਸਕਦੇ ਆ। ਉਹਨੇ ਸਪਸ਼ਟ ਦੱਸਣਾ ਚਾਹੁੰਦੀ ਸੀ ਕਿ ਸਾਡੇ ਪ੍ਰੈਂਬਲ ਦੇ ਵਿੱਚ ਇੱਕ ਇੰਟੀਗ੍ਰਿਟੀ ਸ਼ਬਦ ਵੀ ਲਿਖਿਆ ਹੈ, ਭਾਵ ਅਖੰਡਤਾ ਸ਼ਬਦ ਸਾਡੇ ਸੰਵਿਧਾਨ ਦੇ ਵਿੱਚ ਮੌਜੂਦ ਆ। ਸੋ ਇਸ ਕਰਕੇ ਹੁਣ ਤਿੰਨ ਸ਼ਬਦਾਂ ਦੀ ਗੱਲ ਕਲੀਅਰ ਹੋ ਗਈ। ਕਿਹੜੇ ਕਿਹੜੇ ਤਿੰਨ ਸ਼ਬਦ? ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਐਨੀ ਡਾਊਟ? ਉਮੀਦ ਕਰਦਾ ਕਿ ਇਹ ਕਹਾਣੀ ਸਮਝ ਆ ਗਈ ਹੋਊਗੀ। ਕਹਿੰਦੇ ਹੁਣ ਤੁਸੀਂ ਇਸ ਪ੍ਰੈਂਬਲ ਨੂੰ ਭਾਵੇਂ ਪੂਰਾ ਪੜ੍ਹ ਲਓ ਭਾਵੇਂ ਅੱਧਾ ਪੜ੍ਹ ਲਓ, ਲਾਸਟ 'ਚ ਕਹਿੰਦਾ ਇਨ ਆਵਰ ਕੌਨਸਟੀਟਿਊਐਂਟ ਅਸੈਂਬਲੀ, ਤੇ ਸੰਵਿਧਾਨ ਦੇ ਵਿੱਚ ਤਰੀਕ ਦੇਖੋ ਕਿਵੇਂ ਪਾਈ ਆ, ਇੰਗਲਿਸ਼ 'ਚ ਲਿਖੀ ਆ ਨਾ ਕਿ ਮੈਥ 'ਚ। 26th ਡੇ ਆਫ ਨਵੰਬਰ ਇਹ ਤਰੀਕ ਆ ਜਿਸ ਦਿਨ ਅਸੀਂ ਆਪਣੇ ਸੰਵਿਧਾਨ ਨੂੰ ਸਵੀਕਾਰ ਕੀਤਾ, ਅਡੋਪਟ। ਤਰੀਕ ਲਿਖੀ ਹੋਈ ਆ ਇੰਗਲਿਸ਼ 'ਚ, ਤੇ ਲਿਖੀ ਵੀ ਕਿਵੇਂ ਆ? 26th ਡੇ ਆਫ ਨਵੰਬਰ, ਨਾ ਕਿ 26 ਨਵੰਬਰ। पेपर 'ਚ ਇਹ ਵੀ ਉਲਝਾ ਲੈਂਦੇ ਆ ਕਿ ਹੇਠ ਲਿਖਿਆ ਜੋ ਪ੍ਰੈਂਬਲ 'ਚ ਤਰੀਕ ਕਿਵੇਂ ਪਾਈ ਆ, 26 ਨਵੰਬਰ 1949, 26 ਨਵੰਬਰ 1949, ਨਵੰਬਰ 26 1949। ਉੱਥੇ ਮੱਥਾ ਘਪਾਈ ਜਾਓਗੇ ਕਿ ਉਹ ਯਾਰ ਪੜ੍ਹ ਕੇ ਵੀ ਆਏ ਸੀ, ਪਤਾ ਫਿਰ ਵੀ ਨਹੀਂ ਲੱਗਾ। ਤਰੀਕ ਲਿਖੀ ਆ ਇੰਗਲਿਸ਼ 'ਚ 26th ਡੇ ਆਫ ਨਵੰਬਰ 1942, ਤੇ ਇਸ ਦਿਨ ਅਸੀਂ ਆਪਣੇ ਸੰਵਿਧਾਨ ਨੂੰ ਅਡੋਪਟ ਇਨੈਕਟ ਕਰਦੇ ਆ ਤੇ ਆਪਣੇ ਦੇਸ਼ ਦੀਆਂ ਸਰਵਿਸਿਜ਼ ਦੇ ਵਿੱਚ ਭੇਜ ਰਹੇ ਆ, ਸੇਵਾਵਾਂ ਲਈ ਭੇਜ ਰਹੇ ਆ। ਆਹ ਦੱਸੋ ਜੀ, ਪ੍ਰੈਂਬਲ ਸ਼ਬਦ ਸਮਝ ਆ ਗਿਆ? इट मीनस कि तुहानूं ये कंसैप्ट क्लीयर हो गया कि वट इज़ प्रीएम्बल, प्रस्तावना की है। हुण जदों ये प्रस्तावना किचों निचोड़ कढ़ के बनी सी, ऑब्जैक्टिव रैजोल्यूशन चों, ठीक है, जिहड़ा वो अपना उद्देश संकल्प सीगा उहदे चों उस खरड़े नूं कट करके प्रीएम्बल बनाया गया। उम्मीद करदा कि तुहानूं ये कहानी चंगी तरह क्लीयर हो गई होगी, इहदे च कुछ भी नहीं औखा, ठीक है। असल दे विच ये प्रीएम्बल सब तो लास्ट च लिखिया गया ਤੇ ਬਾਅਦ 'ਚ ਜੋੜਿਆ ਸਭ ਤੋਂ ਅੱਗੇ ਗਿਆ। 1960 ਅਚਾਨਕ ਮੈਂ ਇੱਕ ਸ਼ਬਦ ਬੋਲਤਾ 1960। ਹੁਣ ਮੈਂ ਉਹਦੀ ਕਲੈਰਿਟੀ ਦੇ ਦਾਂ ਕਿ ਇਹ ਵਰਡ ਮੈਂ ਕਿਉਂ ਬੋਲਿਆ। 1960 ਵਿੱਚ ਅਸੀਂ 1960 'ਚ ਇੰਡੀਆ ਐਵੇਂ ਦਾ ਹੁੰਦਾ ਸੀ, ਇੱਧਰਲੇ ਪਾਸੇ ਈਸਟ ਪਾਕਿਸਤਾਨ, ਇੱਧਰਲੇ ਪਾਸੇ ਵੈਸਟ ਪਾਕਿਸਤਾਨ। ਆਹੀ ਈਸਟ ਪਾਕਿਸਤਾਨ ਅੱਜ ਬੰਗਲਾਦੇਸ਼ ਆ, ਪਰ 1960 'ਚ ਬੰਗਲਾਦੇਸ਼ ਨਹੀਂ ਪਾਕਿਸਤਾਨ ਹੁੰਦਾ ਸੀ। ਪਤਾ ਹੋਣਾ ਤੁਹਾਨੂੰ 71 ਤੇ 72 ਦੀ ਲੜਾਈ ਦੇ ਵਿੱਚ ਜਾ ਕੇ ਇੱਥੇ ਫਿਰ ਬੰਗਲਾਦੇਸ਼ ਅੱਡ ਹੋ ਗਿਆ ਸੀ। ਈਸਟ ਪਾਕਿਸਤਾਨ 'ਚ ਨਾ ਇੱਕ ਪਿੰਡ ਸੀ ਛੋਟਾ ਜਿਹਾ ਬਹਿਰੂਬਰੀ, ਜਿਹਦਾ ਭਾਰਤ ਦੇ ਵੈਸਟ ਬੰਗਾਲ ਤੇ ਉੱਧਰਲੇ ਈਸਟ ਪਾਕਿਸਤਾਨ 'ਚ ਰੌਲਾ ਸੀ। ਭਾਰਤ ਸਰਕਾਰ ਨੇ ਬਹਿਰੂਬਰੀ ਐਵੇਂ ਉਹ ਦੇ ਲਓ ਯਾਰ, ਕਿਉਂ ਜਵਾਕਾਂ ਦੀਆਂ ਲੜਾਈਆਂ ਕਰਦੇ ਆਪਾਂ, ਛੱਡੋ ਤੁਸੀਂ ਲੈ ਲਓ। ਭਾਰਤ ਦੀ ਸਰਕਾਰ ਨੇ ਉਹੀ ਬਹਿਰੂਬਰੀ ਜ਼ਮੀਨ ਜਿਹੜੀ ਸੀ ਕਿਹਨੂੰ ਦੇਤੀ? ਈਸਟ ਪਾਕਿਸਤਾਨ ਨੂੰ ਦੇਤੀ ਤਾਂ ਦੇਤੀ। ਕਿਸੇ ਨੇ ਸੁਪਰੀਮ ਕੋਰਟ 'ਚ ਕੇਸ ਕਰਤਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹਦੇ 'ਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਆਪਣੀ ਜ਼ਮੀਨ ਜਿਹੜੀ ਆ ਕਿਸੇ ਨੂੰ ਦੇ ਸਕਦੇ ਹੋ। ਤਾਂ ਭਾਰਤ ਸਰਕਾਰ ਨੇ ਆਪਣਾ ਆਫੀਸ਼ੀਅਲ ਸਟੈਂਡ ਲਿਆ ਕੋਰਟ 'ਚ ਕਿ ਭਾਰਤ ਦਾ ਪ੍ਰੈਂਬਲ ਸਾਨੂੰ ਤਾਕਤ ਦਿੰਦਾ ਹੈ ਕਿ ਯੂ ਆਰ ਸੋਵਰਨ, ਤੁਸੀਂ ਆਜ਼ਾਦ ਹੋ ਫੈਸਲੇ ਲੈਣ ਵਾਸਤੇ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਜਿਹੜੀ ਆਜ਼ਾਦੀ ਆ ਨਾ, ਇਹ ਲੋਕਾਂ ਨੂੰ ਆ, ਦੇਸ਼ ਨੂੰ ਆ ਆਜ਼ਾਦੀ, ਦੇਸ਼ ਦੀ ਸਰਕਾਰ ਨੂੰ ਨਹੀਂ। ਐਵੇਂ ਤਾਂ ਤੁਸੀਂ ਕੱਲ੍ਹ ਨੂੰ ਸਾਰਾ ਦੇਸ਼ ਹੀ ਕਿਸੇ ਨੂੰ ਗਿਰਵੀ ਰੱਖਾਓਗੇ। ਦੂਜੀ ਗੱਲ, ਜਿਹੜੇ ਪ੍ਰੈਂਬਲ 'ਚੋਂ ਤੁਸੀਂ ਇਹ ਗੱਲ ਕਹਿ ਰਹੇ ਹੋ, ਪ੍ਰੈਂਬਲ ਇਜ਼ ਨੋਟ ਅ ਪਾਰਟ ਆਫ ਕੌਨਸਟੀਟਿਊਸ਼ਨ, ਪ੍ਰੈਂਬਲ ਸੰਵਿਧਾਨ ਦਾ ਹਿੱਸਾ ਹੈ ਹੀ ਨਹੀਂ, ਅਸੀਂ ਮੰਨਦੇ ਹੀ ਨਹੀਂ। ਪ੍ਰੈਂਬਲ ਤਾਂ ਲਿਖਿਆ ਹੀ ਬਾਅਦ 'ਚ ਗਿਆ ਹੈ। ਸੁਪਰੀਮ ਕੋਰਟ ਨੇ 1960 'ਚ ਬਹਿਰੂਬਰੀ ਕੇਸ ਦੇ ਵਿੱਚ ਕਿਹਾ ਕਿ ਇੱਦਾਂ ਕਰੋ, ਇਹ ਵਾਪਸ ਕਰੋ। ਕਹਿੰਦੇ ਜੀ ਫਿਰ ਕੌਨਸਟੀਟਿਊਸ਼ਨ 'ਚ ਲਿਖਿਆ ਤਾਂ ਹੋਇਆ ਆਰਟੀਕਲ 2 'ਚ ਕਿ ਤੁਸੀਂ ਆਪਣੇ ਦੇਸ਼ 'ਚ ਕੁਛ ਵੀ ਐਡਜਸਟ ਕਰ ਸਕਦੇ ਹੋ। ਆਰਟੀਕਲ 3 'ਚ ਫਿਰ ਸਮਝਾਇਆ ਉਹਨਾਂ ਨੂੰ ਕਿ ਆਰਟੀਕਲ 3 ਤਾਂ ਇੰਟਰਨਲ ਐਡਜਸਟਮੈਂਟ ਵਾਸਤੇ ਆ, ਆਊਟਰ ਵਾਸਤੇ ਤਾਂ ਹੈ ਹੀ ਨਹੀਂ। ਆਊਟਰ ਵਾਸਤੇ ਤਾਂ ਆਰਟੀਕਲ 2 ਆ, ਤੇ ਉਹਦੇ 'ਚ ਤਾਂ ਸਾਫ਼ ਲਿਖਿਆ ਹੋਇਆ ਹੈ ਕਿ ਬਾਹਰੋਂ ਜ਼ਮੀਨ ਖੋਹ ਸਕਦੇ ਹੋ, ਦੇ ਨਹੀਂ ਸਕਦੇ। ਖੋਹਣੀ ਆ ਤਾਂ ਦੱਸੋ, ਫਿਰ ਖੋਲੋ, ਉਹਦੇ ਲਈ ਕੁਛ ਵੀ ਨਾ ਕਰੋ, ਕਿ ਸਾਨੂੰ ਵੀ ਨਾ ਪੁੱਛੋ, ਕੁਛ ਵੀ ਨਾ। ਕਹਿੰਦੇ ਫਿਰ ਇਹ ਦੱਸੋ ਜਨਾਬ ਅਸੀਂ ਕਰੀਏ ਕੀ? ਕਹਿੰਦੇ ਫਿਰ ਇਹਦਾ ਇਹ ਮਤਲਬ ਆ ਕਿ ਜਦੋਂ ਕੁਛ ਵੀ ਨਾ ਸਮਝ ਆ ਰਿਹਾ ਹੋਵੇ, ਫਿਰ ਲੋਕਾਂ ਨੂੰ ਪੁੱਛੋ ਜਾ ਕੇ ਲੋਕ ਕੀ ਚਾਹੁੰਦੇ ਆ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਲੋਕਾਂ ਨੂੰ ਕਿਵੇਂ ਪੁੱਛੀਏ, ਜਾ ਕੇ ਰੈਫਰੈਂਡਮ ਕਰਾਈਏ। ਤਾਂ ਫਿਰ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਅੱਜ ਜਾਂ ਅੱਜ ਤੋਂ ਬਾਅਦ ਜਦੋਂ ਵੀ ਕਦੀ ਸਰਕਾਰ 'ਤੇ ਦੁਵਿਧਾ ਆਵੇ ਨਾ ਕਿ ਲੋਕਾਂ ਨੂੰ ਪੁੱਛਣਾ ਜਾ ਕੇ,
ਭਾਰਤ ਦੇ ਵਿੱਚ ਇੰਡਾਇਰੈਕਟ ਡੈਮੋਕ੍ਰੇਸੀ ਆ, ਲੋਕਾਂ ਨੂੰ ਪੁੱਛਿਆ ਨਹੀਂ ਜਾ ਸਕਦਾ। ਅੱਜ ਜਾਂ ਅੱਜ ਤੋਂ ਬਾਅਦ ਲੋਕਾਂ ਨੂੰ ਪੁੱਛਣ ਦਾ ਇੱਕੋ ਹੀ ਮਤਲਬ ਹੋਊਗਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਕਰਨਾ। ਜਦੋਂ ਤੁਸੀਂ ਸੰਵਿਧਾਨਕ ਸੋਧ ਕਰਦੇ ਹੋ ਤਾਂ ਪਾਰਲੀਮੈਂਟ 'ਚ ਕਿੰਨੇ ਮੈਂਬਰਾਂ ਦੀ ਹਾਂ ਹੁੰਦੀ ਆ? 2/3, 2/3। ਇਹਦਾ ਮਤਲਬ ਤੁਸੀਂ ਇਸ ਦੇਸ਼ ਦੇ 2/3 ਲੋਕਾਂ ਨੂੰ ਪੁੱਛ ਕੇ ਆਏ ਹੋ। ਅਸੀਂ ਮੰਨ ਲਿਆ ਕਰਾਂਗੇ। ਇਟ ਮੀਨਸ ਜਿੱਥੇ ਵੀ ਤੁਹਾਨੂੰ ਅੱਜ ਤੋਂ ਬਾਅਦ, ਇਹ ਤਾਂ ਜ਼ਮੀਨ ਦਾ ਲੈਣ ਦੇਣ ਦਾ ਰੌਲਾ ਹੈ, ਕਦੇ ਵੀ ਤੁਹਾਨੂੰ ਲੱਗੇ ਕਿ ਆਹ ਕੰਮ ਤਾਂ ਹੋ ਹੀ ਨਹੀਂ ਸਕਦਾ, ਕੌਨਸਟੀਟਿਊਸ਼ਨ 'ਚ ਕਿਤੇ ਲਿਖਿਆ ਹੀ ਨਹੀਂ, ਫਿਰ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਿਆ ਜਾ ਸਕਦਾ, ਹੋਰ ਕੁਝ ਨਹੀਂ ਕਰਿਆ ਜਾ ਸਕਦਾ। ਸੋ ਫਿਰ ਕੀ ਹੋਇਆ, ਕੌਨਸਟੀਟਿਊਸ਼ਨ ਨੂੰ ਅਮੈਂਡ ਕਰਿਆ। ਮੈਨੂੰ ਲੱਗਦਾ ਹੈ 9ਵੀਂ ਕੌਨਸਟੀਟਿਊਸ਼ਨਲ ਅਮੈਂਡਮੈਂਟ ਸੀ ਬਹਿਰੂਬਰੀ ਵਾਲੀ। ਫਿਰ ਅਸੀਂ ਜ਼ਮੀਨ ਈਸਟ ਪਾਕਿਸਤਾਨ ਨੂੰ ਦੇਤੀ। ਖੈਰ, ਉਸ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਇੱਕ ਨਵੀਂ ਗੱਲ ਨਿਕਲ ਕੇ ਬਾਹਰ ਆਈ। ਮੈਨੂੰ ਬਾਕੀ ਕੇਸ ਨਾਲ ਕੋਈ ਮਤਲਬ ਨਹੀਂ ਕਿ ਜ਼ਮੀਨ ਦੇਤੀ, ਅਮੈਂਡਮੈਂਟ ਹੋਈ, ਫਲਾਂ ਫਲਾਂ ਫਲਾਂ। ਮੈਨੂੰ ਤਾਂ ਇੱਕੋ ਗੱਲ ਵਧੀਆ ਲੱਗੀ, ਇੰਟਰਸਟਿੰਗ ਲੱਗੀ, ਜੋ ਸਾਡੇ ਇੰਪੋਰਟੈਂਸ ਲਈ ਸੀਗੀ, ਕਿ ਬਈ ਸੁਪਰੀਮ ਕੋਰਟ ਨੇ ਪ੍ਰੈਂਬਲ ਬਾਰੇ ਕੀ ਕਮੈਂਟ ਕਰਤਾ ਕਿ ਪ੍ਰੈਂਬਲ ਇਜ਼ ਨੋਟ ਅ ਪਾਰਟ ਆਫ ਕੌਨਸਟੀਟਿਊਸ਼ਨ। ਜੇ ਪੇਪਰ 'ਚ ਆ ਜਾਏ ਕਿ ਕਿਹੜੇ ਆਰਟ ਕੌਨਸਟੀਟਿਊਸ਼ਨ ਦੇ ਸੁਪਰੀਮ ਕੋਰਟ ਨੇ ਕਿਹੜੀ ਜਜਮੈਂਟ 'ਚ ਕਿਹਾ ਸੀ, ਵਕਤ ਬਦਲਿਆ, 1973 ਆ ਗਿਆ। ਇੱਕ ਪੰਡਤ ਜੀ ਸੀਗੇ ਕੇਰਲਾ ਦੇ ਮੱਠ ਦੇ, ਨਾਮ ਸੀ ਕੇਸ਼ਵਨੰਦਾ ਭਾਰਤੀ। ਯਾਰ ਕੁਛ ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹਦੇ ਕੋਲ 2-2.5 ਕਿੱਲੇ ਵੀ ਹੋਣਗੇ ਮੱਠ ਦੇ। ਉਹਦੀ ਜ਼ਮੀਨ ਐਕਵਾਇਰ ਕਰ ਲਈ ਸਰਕਾਰ ਨੇ। ਕੇਸ ਕੇਰਲਾ ਹਾਈ ਕੋਰਟ 'ਚ ਚੱਲ ਪਿਆ, ਉੱਥੇ ਕੋਚੀ ਕੋਰਟ 'ਚ, ਉੱਥੋਂ ਸੁਪਰੀਮ ਕੋਰਟ ਆ ਗਿਆ। ਕੇਸ਼ਵਨੰਦਾ ਭਾਰਤੀ ਨੂੰ ਪਤਾ ਨਹੀਂ ਸੀ ਕਿ ਆਹ 1.5-2 ਕਿੱਲੇ ਵਾਲਾ ਜਿਹੜਾ ਕੇਸ ਆ ਉਹ ਇਹਨੂੰ ਇੰਨਾ ਮਸ਼ਹੂਰ ਕਰ ਦੂਗਾ ਕਿ ਰਹਿੰਦੀ ਦੁਨੀਆ ਤੱਕ ਭਾਰਤ ਦਾ ਜਦੋਂ ਸੰਵਿਧਾਨ ਦਾ ਜ਼ਿਕਰ ਆਊਗਾ, ਇੱਕ ਜ਼ਿਕਰ ਤਾਂ ਆਊਗਾ ਉਹ ਗਰੀਬ ਜਿਹੇ ਬੰਦੇ ਦਾ, ਕੇਸ਼ਵਨੰਦਾ ਭਾਰਤੀ ਦਾ। ਉਹਦਾ ਕੇਸ ਐਸਾ ਖਿਲ ਰਿਹਾ, ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਤਾਂ ਬੜਾ ਵੱਡਾ ਮੈਟਰ ਹੋ ਗਿਆ। ਕਹਿੰਦੇ ਕੇਸ਼ਵਨੰਦਾ ਭਾਰਤੀ ਕਹਿੰਦੇ ਜੀ ਏਡੀ ਤੇ ਗੱਲ ਵੀ ਨਹੀਂ ਸੀ ਜਿੱਡੀ ਤੁਸੀਂ ਕਰਤੀ। 1.5-2 ਕਿੱਲਿਆਂ ਦਾ ਰੌਲਾ, ਇੰਨਾ ਕੁ ਰੌਲਾ ਤਾਂ ਪਿੰਡਾਂ 'ਚ ਜੱਟਾਂ ਦਾ ਸਰਪੰਚ ਹੀ ਨਿਬੇੜ ਦਿੰਦਾ ਹੁੰਦਾ, ਠੀਕ ਆ, ਐਡੀ ਵੀ ਗੱਲ ਨਹੀਂ। ਪਰ ਅਸਲ 'ਚ ਉਹਦੇ 'ਚ ਬਹੁਤ ਉਲਝਣਾਂ ਆ ਗਈਆਂ ਉਸ ਕੇਸ 'ਚ। ਫਿਰ ਉਸ ਕੇਸ 'ਚ 11 ਜੱਜਾਂ ਦਾ ਬੈਂਚ ਬੈਠਾ ਸੀ, 11 ਕਿ 13 ਜੱਜਾਂ ਦਾ ਬੈਂਚ ਬੈਠਾ ਸੀ ਉਹਦੇ 'ਚ। ਸੋ ਉਸ ਕੇਸ ਦੇ ਵਿੱਚ ਮੈਨੂੰ ਨਹੀਂ ਪਤਾ ਉਹ ਕੇਸ ਕੀ ਹੈ, ਉਹ ਤਾਂ ਅੱਗੇ ਜਾ ਕੇ ਪੜਾਂਗੇ। ਉਹ ਤਾਂ ਕੇਸ ਹੀ ਐਡਾ ਤਗੜਾ ਹੈ ਕਿ ਤੁਸੀਂ ਇਹ ਸਮਝ ਲਓ ਕਿ 2.5 ਘੰਟੇ ਦਾ ਲੈਕਚਰ ਤਾਂ ਕੇਸ਼ਵਨੰਦਾ ਭਾਰਤੀ ਦੇ ਕੇਸ 'ਤੇ ਲੱਗ ਜਾਊਗਾ। ਉਸ ਕੇਸ 'ਚ ਸੁਪਰੀਮ ਕੋਰਟ ਨੇ 13 ਸਾਲ ਬਾਅਦ ਇਹ ਫੈਸਲਾ ਸੁਣਾਇਆ ਕਿ ਪ੍ਰੈਂਬਲ ਇਜ਼ ਅ ਪਾਰਟ ਆਫ ਇੰਡੀਅਨ ਕੌਨਸਟੀਟਿਊਸ਼ਨ, ਕਿ ਪ੍ਰੈਂਬਲ ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ। ਸੁਪਰੀਮ ਕੋਰਟ ਇੱਕ ਅਜਿਹੀ ਅਦਾਲਤ ਆ ਜਿਹੜੀ ਆਪਣੇ ਹੀ ਪੁਰਾਣੇ ਫੈਸਲੇ ਨੂੰ ਪਲਟ ਸਕਦੀ ਆ। ਹੁਣ ਸਮਝ ਆ ਗਈ ਨਾ ਗੱਲ। ਸੋ ਅੱਜ ਦੀ ਘੜੀ 'ਚ ਉਸ ਤੋਂ ਬਾਅਦ ਜੇ ਪ੍ਰੈਂਬਲ ਪਾਰਟ ਨਾ ਹੁੰਦਾ, ਕੀ ਪ੍ਰੈਂਬਲ 'ਚ ਅਮੈਂਡਮੈਂਟ ਹੋ ਸਕਦੀ ਸੀ? ਨਹੀਂ। ਇਸੇ ਕਰਕੇ 73 ਤੋਂ ਪਹਿਲਾਂ ਕਿਸੇ ਨੇ ਅਮੈਂਡਮੈਂਟ ਕਰੀ ਵੀ ਨਹੀਂ, ਕਿਉਂਕਿ ਸੁਪਰੀਮ ਕੋਰਟ ਦੇ ਇੱਕ ਆਦੇਸ਼ ਦੇ ਮੁਤਾਬਕ ਉਹ ਪ੍ਰੈਂਬਲ ਪਾਰਟ ਹੀ ਨਹੀਂ ਸੀ ਹੈਗਾ। 73 'ਚ ਪਾਰਟ ਬਣਿਆ, ਅਗਲਿਆਂ ਨੇ 3 ਸਾਲ ਨਹੀਂ ਟੱਪਣ ਦਿੱਤੇ, 76 'ਚ ਅਮੈਂਡਮੈਂਟ ਕਰਤੀ। ਅੱਜ ਤੱਕ ਪ੍ਰੈਂਬਲ 'ਚ ਕਿੰਨੀ ਵਾਰ ਅਮੈਂਡਮੈਂਟ ਹੋਈ ਆ? 1 ਵਾਰ, ਸਿਰਫ 1976 'ਚ। ਕਿੰਨੇ ਵਰਡ ਬਦਲੇ ਆ? 3 ਵਰਡ। ਕਿਹੜੇ? ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਠੀਕ ਆ। ਹੁਣ ਦੇਖੋ, ਮੈਂ ਤਾਂ ਪੜ੍ਹਾਤਾ, ਹੁਣ ਤੁਸੀਂ ਰੱਟਾ ਮਾਰਨਾ ਹੈ। ਉਹ ਜਿਵੇਂ ਵੈਰੀ ਇੰਪੋਰਟੈਂਟ ਕੁਐਸਚਨ ਕਰਨੇ ਆ, ਉਹ ਹੁਣ ਤੁਹਾਡੀ ਸਿਰਦਰਦੀ ਹੈ। ਹੁਣ ਤੁਹਾਨੂੰ ਇੰਨੀ ਮੈਂ ਗਰੰਟੀ ਦਿੰਦਾ ਕਿ ਤੁਸੀਂ ਕਿਸੇ ਕਿਤਾਬ 'ਚੋਂ ਕੋਈ ਵੀ ਸਵਾਲ ਖੋਲ੍ਹ ਲਓਗੇ, ਹੁਣ ਪ੍ਰੈਂਬਲ ਦਾ ਸਵਾਲ ਹੋਵੇ ਤੇ ਉਹ ਅਟਕ ਜੇ, ਇਹ ਨਹੀਂ ਹੋ ਸਕਦਾ ਹੁਣ। ਸੋ ਉਮੀਦ ਕਰਦੇ ਹਾਂ ਕਿ ਆਹ ਲੈਕਚਰ ਤੁਹਾਡੇ ਪੱਲੇ ਪੈ ਗਿਆ ਹੋਊਗਾ। ਠੀਕ ਆ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਅਸੀਂ ਮੇਕਿੰਗ ਆਫ ਕੌਨਸਟੀਟਿਊਸ਼ਨ, ਉਸ ਤੋਂ ਬਾਅਦ ਅਸੀਂ ਪੜ੍ਹਿਆ ਪਹਿਲਾ ਪਾਰਟ, ਉਹਦੇ 2 ਲੈਕਚਰਸ। ਉਸ ਤੋਂ ਬਾਅਦ ਅਗਲਾ ਲੈਕਚਰ ਸੀ ਸਾਡਾ ਪ੍ਰੀਐਂਬਲ, ਤੇ ਪ੍ਰੀਐਂਬਲ ਤੋਂ ਬਾਅਦ ਸਾਡਾ ਅਗਲਾ ਲੈਕਚਰ ਹੋਊਗਾ ਸਿਟੀਜ਼ਨਸ਼ਿਪ। ਠੀਕ ਆ। ਤੇ ਅਸੀਂ ਪੈਰਲਲ ਕ੍ਰੋਨੋਲੋਜੀ 'ਚ ਹੀ ਚੱਲਾਂਗੇ, ਇਸੇ ਤਰੀਕੇ ਨਾਲ ਹੀ ਅਸੀਂ ਚੱਲਾਂਗੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਮਿਲਦੇ ਹਾਂ ਜੀ ਆਪਾਂ।